ਇੰਡੀਆ ਜਿੰਨਾ ਵੀ ਮਰਜ਼ੀ ਐਡਵਾਂਸ ਹੋ ਗਿਆ ਪਰ ਸਟਿਲ ਉੱਥੇ ਬਹੁਤ ਲੋਕ ਅਰਾਊਂਡ ਰਹਿੰਦੇ ਆ। ਇੱਥੇ ਸਿਰਫ ਮਾਂ-ਬਾਪ ਹੀ ਆ, ਹੈ ਨਾ, ਅਤੇ ਬੱਚੇ ਘਰਾਂ 'ਚ ਗੁੰਮਸੁੰਮ ਮੋਸਟਲੀ, ਹੈ ਨਾ, ਮਤਲਬ ਜਿੰਨਾ ਕੁ ਵੀ ਆਪਣਾ ਟੈਬਲੇਟ 'ਤੇ ਟਾਈਮ ਟਪਾ ਤਾ, ਫੋਨ 'ਤੇ ਟਪਾ ਤਾ, ਓਲ ਗੁੱਡ, ਹੈ ਨਾ, ਇੱਦਾਂ ਹੀ ਆ, ਹੈ ਨਾ, ਮੋਸਟਲੀ। ਉਹਨਾਂ ਨੂੰ ਇੱਕ ਕਮਿਊਨਿਟੀ ਮਿਲ ਰਹੀ ਆ, ਤਾਏ ਚਾਚੇ, ਜਿੱਦਾਂ ਮੈਂ ਕਿਹਾ, ਮਾਸੀਆਂ, ਭੂਆ, ਫੁੱਫੜ, ਸਾਰੇ ਉੱਥੇ ਛੱਡਿਆਂ ਦੇ। ਹੁਣ ਕਲਾਸ ਦੇ ਵਿੱਚ 12 ਬੱਚੇ ਆ ਜਾਂ 14 ਜਾਂ 16, ਜਿਹੜੇ ਵੀ ਉਹਨਾਂ ਦੇ ਪੇਰੈਂਟਸ ਆਪਸ 'ਚ ਆਉਂਦੇ ਆ। ਜਿੱਦਾਂ ਹੁਣ ਅੱਜ ਦੀ ਕਲਾਸ ਆ, ਮੈਂ ਅੱਜ, ਹੈ ਨਾ, ਜਿੱਦਾਂ ਕੇਕ ਕੱਟ ਲਏ, ਬਰਥਡੇ ਹੋ ਗਿਆ ਇੱਕ ਦੂਜੇ ਬੱਚਿਆਂ ਦੇ, ਹੈ ਨਾ, ਉਹ ਕਿੰਨੀਆਂ ਫੈਮਲੀਆਂ ਅਟੈਚ ਹੋ ਜਾਂਦੀਆਂ। ਭੁੱਲਣਾ ਸਿੱਖੋ। ਜੇ ਕਿਸੇ ਨੇ ਸਾਡੇ ਨਾਲ ਕੋਈ ਵੱਧ ਘੱਟ ਕਰ ਦਿੱਤਾ, ਕੋਈ ਨਹੀਂ, ਸਟਰੈਸ ਹੁੰਦੀ ਆ ਕਈ ਵੇਲੇ ਕਿ ਯਾਰ ਮੈਂ ਐਕਸਪੈਕਟ ਨਹੀਂ ਸੀ ਕੀਤਾ ਫਲਾਣੇ ਬੰਦੇ ਤੋਂ, ਨਹੀਂ ਮੈਂ ਇੱਦਾਂ ਕੀਤਾ, ਪਰ ਮੈਂ ਫਿਰ ਉੱਥੋਂ ਬੱਚਿਆਂ ਤੋਂ ਚੀਜ਼ ਸਿੱਖ ਲੈਣਾ ਵੀ ਤਾਂ ਕੀ ਹੋਇਆ, ਭੁਲਾ ਦਿਓ ਯਾਰ, ਕਿਹੜੀ ਗੱਲ ਹੈ, ਮੇਰਾ ਕੀ ਨੁਕਸਾਨ ਹੋ ਗਿਆ, ਤੰਦਰੁਸਤੀ ਪਰਮਾਤਮਾ ਨੇ ਹਲੇ ਬਖਸ਼ੀ ਹੈ। ਮੈਂ ਇੰਡੀਆ ਦੇ ਹਿਸਾਬ ਨਾਲ ਗੱਲ ਕਰਦਾ, ਪਹਿਲਾਂ ਤਾਂ 7-8 ਘੰਟੇ ਲਾ ਜਾਂਦੇ ਸਕੂਲੇ, ਪਿਛਲੇ 3-4 ਘੰਟੇ ਟਿਊਸ਼ਨ 'ਚ ਲੱਗ ਗਏ, ਭਾਵੇਂ 2 ਘੰਟੇ ਹੀ ਲੱਗੇ, ਅਤੇ ਛੱਡਣ 'ਚ ਲੈ ਕੇ ਆਉਣ ਦੇ ਵਿੱਚ ਉਹ ਸਾਰਾ ਉਹਦੇ ਨਾਲ ਹੀ ਰਿਲੇਟਡ ਰਹਿ ਗਿਆ। ਇੱਥੇ ਵਾਲਾ ਜਿਹੜਾ ਮੈਨੂੰ ਲੱਗਦਾ ਕਿ ਆ ਵਧੀਆ ਕੰਮ ਆ, ਸਕੂਲ ਵੀ ਜਾਏ ਬੱਚੇ ਅਤੇ ਮਾੜਾ ਮੋਟਾ ਐਕਟੀਵਿਟੀ 'ਚ ਵੀ ਚਲੇ ਗਏ। ਜਾ ਕੇ ਅਸੀਂ 8 ਕੁ ਜਾਣੇ ਅਸੀਂ ਟੀਮ ਲਈ ਸਿਲੈਕਟ ਹੋ ਗਏ, ਹੈ ਨਾ, ਅਤੇ 4 ਕੁ ਜਾਣੇ, ਚਲੋ 12 ਕੁ ਜਾਣੇ ਅਸੀਂ ਸਿਲੈਕਟ ਹੋ ਗਏ। ਫਿਰ ਬਈ ਉੱਥੋਂ ਸਾਡੀ ਸ਼ੁਰੂ ਹੋਈ ਆ ਗੱਲਬਾਤ, ਹੈ ਨਾ, ਸ਼ੁਰੂ ਹੋ ਗਈ ਗੱਲਬਾਤ ਅਤੇ ਖ਼ਤਮ ਵੀ ਉੱਥੇ ਹੀ ਹੋ ਗਈ। ਮੈਂ ਇਹ ਵੀ ਨਾਲ ਦੱਸ ਦੇਣਾ ਚਾਹੁੰਦਾ, ਹੈ ਨਾ, ਖ਼ਤਮ ਕਿੱਦਾਂ ਹੋ ਗਈ ਕਿ ਮੈਂ ਬਸ ਉਹ ਚੀਜ਼ ਦੇਖਦਾ ਕਿ ਚੱਲ ਤਾਂ ਕੀ ਹੋਇਆ ਜੇ ਮੇਰੇ ਮਾਂ-ਬਾਪ ਨਹੀਂ ਆਏ, ਚੱਲ ਜੇ ਮੈਨੂੰ ਰੱਬ ਨੇ ਹੁਣ ਦੁਬਾਰਾ ਚਾਂਸ ਦਿੱਤਾ। ਹੁਣ ਦੁਬਾਰਾ ਚਾਂਸ ਦੇਖ ਕਿੱਦਾਂ ਦਿੱਤਾ, ਮੈਂ ਐਜ਼ ਏ ਸੈਡ ਕਿ ਮੈਂ ਤਾਂ ਉੱਥੇ ਕੀ ਗਿਵ ਅਪ ਕਰ ਦਿੱਤਾ ਸੀ, ਫਿਰ ਮੁੜ ਕੇ ਜ਼ਿੰਦਗੀ 'ਚ ਇਹ ਸਾਡੇ ਲਈ ਚੀਜ਼ਾਂ ਹੀ ਨਹੀਂ ਬਣੀਆਂ, ਹੈ ਨਾ। ਇੱਕ ਪਰਿਵਾਰ 'ਚ ਸਾਡੇ 'ਚ ਥੋੜ੍ਹੀ ਜਿਹੀ 2 ਚੀਜ਼ਾਂ ਯਾਦ ਰੱਖੀ ਦੀਆਂ, ਇੱਕ ਮੌਤ ਨੂੰ, ਇੱਕ ਆਪਣੇ ਆਪ। ਮੰਨਣ 'ਚ ਆ ਜਾਂਦਾ ਬੰਦਾ ਕਿ ਯਾਰ ਮੈਂ ਫਲਾਣੇ ਨੂੰ ਮੰਨਦਾ ਜਾਂ ਕਿਵੇਂ ਵੀ ਆ, ਮੇਰਾ ਮੰਨਣਾ ਇਹ ਆ ਕਿ ਕਿਉਂ ਨਾ ਆਪਾਂ ਆਪਣੇ ਆਪ ਨੂੰ, ਜ਼ਿੰਦਗੀ ਦਾ ਜਿਹੜਾ ਪਾਲਿਆ ਉਹਨੂੰ ਜਿਉਣਾ ਆਪਾਂ ਨੂੰ, ਪਰ ਇਸ ਤਰੀਕੇ ਨਾਲ ਜੀਣਾ ਕਿ ਪਤਾ ਨਹੀਂ ਇਹ ਆਖਰੀ ਹੈ, ਕਿਉਂ ਨਾ ਇਹਨੂੰ ਚੰਗੀ ਤਰੀਕੇ ਨਾਲ ਜੀਆ ਜਾਵੇ, ਮੰਨ ਲਓ ਉਸ ਤਰੀਕੇ ਨਾਲ। ਸਹੀ ਨੈਵਰ ਨੋ, ਪਲਦਾ ਕਹਿੰਦੇ ਹੁੰਦੇ, ਵਸਾ ਨਹੀਂ ਹੈ, ਅਤੇ ਐਵੇਂ ਬੰਦਾ, ਔਰ ਕਿਸੇ ਨੇ ਕੁਛ ਦੇਖਿਆ ਨਹੀਂ, ਕੋਈ ਨਰਕ ਸਵਰਗ ਨਹੀਂ ਪਤਾ ਕਿੱਥੇ ਹੈਗੇ ਆ, ਇਹੀ ਆ, ਇਹਨਾਂ ਨੂੰ ਬਣਾਓ। ਸਾਨੂੰ ਪੱਤ ਝੜਦਿਆਂ ਪੱਤਿਆਂ ਨੂੰ ਤੁਸੀਂ ਹਰੇ ਕਰ ਦਿੱਤਾ, ਜਿਹੜੇ ਸੁੱਕ ਗਏ ਸੀ ਟਾਹਣੀ ਨਾਲੋਂ ਟੁੱਟ ਕੇ, ਤੇ ਨਾਲੇ ਖਾਲੀ ਹੋਏ ਖਜ਼ਾਨਿਆਂ ਨੂੰ ਫੇਰ ਭਰ ਦਿੱਤਾ, ਜਿਹੜੇ ਲੈ ਗਏ ਸੀ ਠੱਗ ਚੋਰ ਲੁੱਟ ਕੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਦੋਸਤੋ। ਨਾਪਰੀ ਸੰਧੂ ਪੰਜਾਬੀ ਗੈਂਗਰੂ ਤੋਂ। ਤੁਸੀਂ ਸਾਨੂੰ ਸਾਡੇ ਪ੍ਰੋਗਰਾਮਾਂ ਦੇ ਵਿੱਚ ਦੇਖਿਆ ਹੋਣਾ ਵੀ ਅਸੀਂ 3 ਜਣੇ ਵਜਾ, ਇੱਕ ਮੇਰੇ ਨਾਲ ਕੋ ਹੋਸਟ ਹੁੰਦਾ। ਅੱਜ ਥੋੜ੍ਹਾ ਜਿਹਾ ਅਸੀਂ ਚੀਜ਼ ਨੂੰ ਹੋਰ ਜਾਂ ਚੇਂਜ ਕਰ ਲਿਆ ਜਾਂ ਐਕਸਪੈਂਡ ਕਰ ਲਿਆ। ਮੇਰੇ ਨਾਲ 2 ਕੋ ਹੋਸਟ ਨੇ ਅੱਜ, ਅਤੇ ਬਾਈ ਅਮਨਦੀਪ ਹੋਣੀ ਨੇ ਮੇਰੇ ਨਾਲ, ਅਤੇ ਸਪੈਸ਼ਲ ਰਿਕੁਐਸਟ 'ਤੇ ਅਫਸਰ ਸਾਹਿਬ ਵੀ ਸਾਡੇ ਨਾਲ ਜਿਹੜੇ ਹਾਜ਼ਰੀ ਜਿਹੜੇ ਦੇ ਰਹੇ ਨੇ। ਅਤੇ ਅੱਜ ਸਾਡੇ ਨਾਲ ਸਾਡੇ ਖਾਸ ਮਹਿਮਾਨ, ਸਪੈਸ਼ਲ ਰਿਕੁਐਸਟ ਦੇ ਉੱਤੇ ਕਈ ਵਾਰ ਕੋਸ਼ਿਸ਼ ਕੀਤੀ ਪਰ ਅਰੇਂਜ ਨਹੀਂ ਹੋਇਆ, ਪਰ ਅੱਜ ਸਾਡੇ ਨਾਲ ਬਾਈ ਹੋਣੀ ਮੌਜੂਦ ਨੇ, ਜਗਜੀਤ ਭਾਜੀ ਹੋਣੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੇਰੇ ਭਰਾਵੋ, ਥੈਂਕ ਯੂ ਵੈਰੀ ਮਚ ਤੁਹਾਡੇ ਇੱਥੇ ਬੁਲਾਵਾ ਦੇਣ ਦੇ ਲਈ, ਅਤੇ ਬਾਕੀ ਮੈਂ ਸੌਰੀ ਮੰਗਦਾ ਕਿ ਮੇਰੇ ਤੋਂ ਪਹਿਲਾਂ ਨਾ ਭਾਜੀ ਕੋਈ ਚੱਕਰ ਨਹੀਂ, ਬਿਜ਼ੀ ਚੱਲਦੇ ਆ ਤੁਸੀਂ, ਅਸੀਂ ਸਮਝਦੇ ਹਾਂ ਜੀ ਇਹ ਗੱਲ ਨੂੰ। ਸ਼ੁਕਰੀਆ, ਮਿਹਰਬਾਨੀ ਭਾਜੀ। ਮੈਂ ਪਹਿਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਅਸੀਂ ਤੁਹਾਨੂੰ ਦੇਖਦੇ ਹਾਂ, ਜਿਵੇਂ ਹੁਣ ਰੀਸੈਂਟ ਕਰਨ ਔਜਲੇ ਉਹਨਾਂ ਨਾਲ ਸ਼ੋਅ ਗਿਆ ਵੀ ਇੱਕ ਸਾਈਡ ਦੇ ਉੱਤੇ ਬੱਚੇ ਨੱਚ ਰਹੇ ਨੇ, ਅਤੇ ਦੂਜੇ ਸਾਈਡ ਦੇ ਉੱਤੇ ਤੁਸੀਂ ਚਾਹੇ ਮਤਲਬ ਇੱਕ ਬੱਚਿਆਂ ਦੇ ਵਿੱਚ ਹੈਜ਼ੀਟੇਸ਼ਨ ਹੁੰਦੀ ਆ ਕਈ ਵਾਰੀ, ਜਾਂ ਉਹਨਾਂ ਨੂੰ ਸਟੈਪ ਕਈ ਵਾਰ ਬੱਚੇ ਜਿਵੇਂ ਭੁੱਲ ਜਾਂਦੇ ਆ, ਤੁਸੀਂ ਨਾਲ ਉਹਨਾਂ ਦੀ ਡਬਲ ਐਨਰਜੀ ਤੋਂ ਤੁਸੀਂ ਉਹਨਾਂ ਦੇ ਨਾਲ ਲੱਗੇ ਹੋਏ ਹੋ। ਅਤੇ ਮੈਂ ਪੁੱਛਣਾ ਚਾਹੁੰਦਾ, ਪਹਿਲਾ ਸਵਾਲ ਇਹੀ ਆ ਵੀ ਇੰਨੀ ਐਨਰਜੀ ਤੁਸੀਂ ਜਦੋਂ ਬੱਚਿਆਂ ਨੂੰ ਟ੍ਰੇਨ ਕਰਦੇ ਹੋ, ਜਿਵੇਂ ਇੱਕ ਭੰਗੜੇ ਦੀ ਤੁਹਾਡਾ ਸ਼ੌਂਕ ਆ, ਉਹ ਸਾਹਮਣੇ ਬੱਚਿਆਂ 'ਚ ਵੀ ਦਿਖਦਾ ਜੀ, ਅਤੇ ਇੰਨਾ ਐਨਰਜੈਟਿਕ ਤੁਸੀਂ ਆਪਣੇ ਆਪ ਨੂੰ ਕਿਵੇਂ ਰੱਖਦੇ ਹੋ ਜਿਹੜਾ ਬੱਚਿਆਂ 'ਚ ਵੀ ਦਿਖਦਾ ਇਹ ਚੀਜ਼? ਜੇ ਓਨੈਸਟਲੀ ਤਾਂ ਮੈਂ ਇਹ ਗੱਲ ਕਹੂੰਗਾ ਕਿ ਇੱਕ ਹਿਊਮਨ ਬੋਡੀ ਆ, ਨੋ ਡਾਊਟ ਟਾਇਰਡ ਹੁੰਦੀ ਆ, ਇਹ 'ਚ ਕੋਈ ਸ਼ੱਕ ਨਹੀਂ, ਪਰ ਜਦੋਂ ਬੱਚਾ
ਆਪ ਦਾ ਬੱਚਿਆਂ ਨੂੰ ਆਪਾਂ ਵੇਖਦੇ ਹਾਂ, ਉਹ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੇ ਬੱਚੇ ਬਹੁਤ ਸੋਹਣਾ ਕਰਦੇ ਆ, ਹੈ ਨਾ, ਮਤਲਬ ਜਿਹੋ ਜਿਹਾ ਵੀ ਕਰਦੇ ਆ ਇੱਕ ਸਰੂਰ ਜਿਹਾ ਚੜ੍ਹ ਜਾਂਦਾ ਮੈਨੂੰ, ਹੈ ਨਾ, ਮੇਰਾ ਇੱਕ ਪਤਾ ਨਹੀਂ, ਮੈਨੂੰ ਵੀ ਪਤਾ ਇਸ ਚੀਜ਼ ਦਾ ਕਿ ਇੱਕ ਪਾਗਲਪਨ ਜਿਹਾ ਆ ਜਾਂਦਾ ਮੇਰੇ ਵਿੱਚ। ਮੈਨੂੰ ਕਈ ਵੇਲੇ ਕਹਿਣ ਵਾਲੇ ਕਹਿ ਦਿੰਦੇ ਆ ਕਿ ਖਾਸ ਕਹਿ ਦਿੰਦੇ ਆ ਕਿ ਦੇਖਣ ਨੂੰ ਐਂ ਲੱਗਦਾ ਹੁੰਦਾ ਕਿ ਜਿੱਦਾਂ ਤੂੰ ਕੋਈ ਨਸ਼ੇ 'ਚ ਹੁੰਦਾ ਜਾਂ ਦਾਰੂ ਪੀਤੀ ਹੁੰਦੀ ਹੈ, ਇੱਦਾਂ ਮਜ਼ਾਕ 'ਚ ਕਹਿ ਦਿੰਦੇ ਆ, ਪਰ ਜਦ ਕਿ ਮੈਂ ਇੱਦਾਂ ਨਹੀਂ, ਪਰ ਉਹੀ ਸਰੂਰ ਹੋ ਜਾਂਦਾ ਉਹਨਾਂ ਨੂੰ ਦੇਖ ਕੇ ਹੀ ਹੋ ਜਾਂਦਾ। ਪਤਾ ਨਹੀਂ, ਮੈਨੂੰ ਖੁਦ ਨੂੰ ਨਹੀਂ ਪਤਾ ਇਸ ਚੀਜ਼ ਦਾ ਤਾਂ, ਪਰ ਹਾਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਦੇਖ ਕੇ ਐਨਰਜੀ ਮੇਰੇ ਵਿੱਚ ਆ ਜਾਂਦੀ ਹੈ। ਭਾਜੀ ਜਦੋਂ ਆਪਾਂ ਵੀਡੀਓ 'ਚ ਵੀ ਗੱਲ ਕਰ ਰਹੇ ਤੇ ਜਦੋਂ ਤੁਹਾਡੇ ਸਟੂਡੈਂਟ ਪਰਫਾਰਮ ਵਧੀਆ ਕਰਦੇ ਆ, ਤੁਹਾਡੀ ਮਿਹਨਤ ਰਾਸ ਲੈ ਕੇ ਆਉਂਦੀ ਹੈ ਜੀ, ਉਹ ਸਰੂਰ ਤਾਂ ਹੈ ਹੀ ਹੈ, ਨੋ ਡਾਊਟ ਸਰੂਰ ਵੀ ਹੁੰਦਾ ਜੀ। ਮੈਂ ਤਾਂ ਓਨੈਸਟਲੀ ਇੱਕ ਗੱਲ ਹੋਰ ਵੀ ਇੱਥੇ ਨਾਲ ਹੀ ਐਡ ਕਰ ਦਿੰਦਾ ਕਿ ਅੱਖਾਂ 'ਚੋਂ ਹੰਝੂ ਵੀ ਆਉਂਦੇ ਆ, ਮੇਰੇ ਅੱਖਾਂ 'ਚੋਂ, ਹੈ ਨਾ, ਪਾਣੀ ਆ ਜਾਂਦਾ ਜੀ। ਬਥੇਰਾ ਸਟਰੋਂਗ ਆ ਉਹ ਤਾਂ ਮੈਂ, ਪਰ ਬੱਚਿਆਂ ਨੂੰ ਦੇਖ ਕੇ ਆ ਜਾਂਦਾ ਮੈਨੂੰ, ਕਿਉਂਕਿ ਮੈਨੂੰ ਯਾਦ ਆ ਜਾਂਦਾ ਕਿ ਜਦੋਂ ਪਹਿਲੇ ਦਿਨ ਇਹ ਮੇਰੇ ਕੋਲ ਆਏ ਸੀ ਅਤੇ ਹੈ ਨਾ, ਕਿਸੇ ਦਾ ਪੈਰ ਕਿੱਦਾਂ ਵੀ ਚੱਲਦਾ ਸੀ, ਕਿਵੇਂ ਵੀ ਸੀ, ਅਤੇ ਜਦੋਂ ਫਿਰ ਸਟੇਜ 'ਤੇ ਵੇਖਦੇ ਹਾਂ ਆਪਾਂ ਅਤੇ ਉਹ ਫਿਰ ਬੰਦੇ ਨੂੰ ਲੱਗਦਾ ਕਿ ਯਾਰ ਵੀ ਸੋਹਣਾ ਕਰਨ ਲੱਗ ਪਏ, ਹੈ ਨਾ। ਜਿਹੋ ਜਿਹਾ ਵੀ ਕਰਦੇ ਆ, ਮੈਂ ਉਸ ਤਰੀਕੇ ਨਾਲ ਕਹਿ ਰਿਹਾ ਕਿ ਜਿਹੋ ਜਿਹਾ ਵੀ ਕਰਦੇ, ਮੈਨੂੰ ਐਂ ਲੱਗਦਾ ਕਿ ਯਾਰ ਕਿ ਸੋਹਣਾ ਕਰਨ ਲੱਗ ਪਿਆ, ਅੱਗੇ ਨਾਲੋਂ ਬਹੁਤ ਫਰਕ ਆ। ਅਤੇ ਫਿਰ ਮੈਂ ਇਮੋਸ਼ਨਲੀ ਵੀ, ਹੈ ਨਾ, ਅਟੈਚ ਹੁੰਦਾ ਉਹਨਾਂ ਦੇ ਨਾਲ, ਓਨੈਸਟਲੀ ਜੀ। ਅਤੇ ਭਾਅ ਜੀ ਜਿਵੇਂ ਆਪਾਂ 10 ਕੁ ਸਾਲ ਦੇ ਪੀਰੀਅਡ ਦੀ ਮੈਂ ਗੱਲ ਕਰਦਾ ਜੀ, ਜਦੋਂ ਤੁਸੀਂ ਇਹ 10 ਕੁ ਸਾਲ ਤਾਂ ਇਹ ਤੋਂ ਵੱਧ ਟਾਈਮ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਹੋ ਗਿਆ ਹੋਣਾ, ਹਾਂਜੀ, ਅਤੇ ਆਪਾਂ 10 ਕੁ ਸਾਲ ਦੇ ਪੀਰੀਅਡ ਦੀ ਗੱਲ ਕਰਦੇ ਹਾਂ। ਸ਼ੁਰੂਆਤ ਦੇ ਵਿੱਚ ਜਿਵੇਂ ਭੰਗੜੇ ਦੀ ਆਪਾਂ ਗੱਲ ਕਰਦੇ ਹਾਂ, ਵੈਸਟਰਨ ਆਸਟ੍ਰੇਲੀਆ ਦੀ ਖਾਸ ਗੱਲ ਕਰਦੇ ਹਾਂ, ਬਹੁਤ ਜ਼ਿਆਦਾ ਨਹੀਂ ਸੀਗਾ, ਚਲੋ ਅਕੈਡਮੀਆਂ ਸੀਗੀਆਂ ਆਪਣੇ ਆਪਣੇ ਲੈਵਲ 'ਤੇ ਕੰਮ ਕਰ ਰਹੇ ਸੀਗੇ, ਪਰ ਜਦੋਂ ਅੱਜ ਜਿਵੇਂ ਹੁਣ ਤੁਸੀਂ ਰੀਸੈਂਟ ਪ੍ਰੋਗਰਾਮ ਵੀ ਕਰਾਇਆ ਪਰਥ ਅਰੀਨਾ ਦੇ ਵਿੱਚ, ਆਪਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਦੋਂ ਪ੍ਰੋਗਰਾਮ ਹੋਇਆ, ਜਿੱਥੇ ਬੜੇ ਬੜੇ ਗੋਰਿਆਂ ਦੇ ਆਰਟਿਸਟ ਆ ਕੇ ਪਰਫਾਰਮ ਕਰਕੇ ਜਾਂਦੇ ਆ, ਜਿਹਦੀ $200 $250 $250 ਜਿਹਦੀ ਬਕਾਇਦਾ ਟਿਕਟ ਹੁੰਦੀ ਆ, ਜਦੋਂ ਅੱਜ ਉੱਥੇ ਬੱਚੇ ਪਰਫਾਰਮ ਕਰਦੇ ਆ, ਉੱਥੇ ਕੰਪੀਟੀਸ਼ਨ ਲੜਦੇ ਆ, ਅਤੇ ਉਦੋਂ ਕਿਹੋ ਜਿਹਾ ਫੀਲ ਹੁੰਦਾ? ਦੇਖੋ ਜੀ, ਮੈਂ ਤਾਂ ਹੁਣ ਤੁਹਾਡੇ ਕਿੰਨੇ ਹੀ ਕੁਐਸਚਨ ਇੱਕੋ ਹੀ ਕੁਐਸਚਨ ਦੇ ਵਿੱਚ ਹੋ ਗਏ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਕਸਮ ਖਾ ਕੇ ਗੱਲ ਕਰ ਸਕਦਾ ਕਿ ਮੈਂ ਕੰਮ ਭੰਗੜੇ ਦਾ ਇਸ ਤਰੀਕੇ ਨਾਲ ਸਟਾਰਟ ਹੀ ਨਹੀਂ ਸੀ ਕੀਤਾ ਕਿ ਮੈਂ ਭੰਗੜੇ ਦਾ ਕੋਈ ਕੰਮ ਸਟਾਰਟ ਕਰਨਾ। ਮੈਂ ਖੁਦ ਇੱਕ ਡਿਪਰੈਸ਼ਨ ਦਾ ਮਰੀਜ਼ ਸੀਗਾ, ਹੈ ਨਾ। ਮੈਂ ਕੋਈ 10 ਸਾਲਾਂ ਤੋਂ ਨਹੀਂ ਇਹ ਕੰਮ ਸਟਾਰਟ ਕੀਤਾ, ਮੈਂ ਕੋਈ 5 ਸਾਲਾਂ ਤੋਂ ਨਹੀਂ ਕੀਤਾ, ਮੈਂ ਕੋਈ 2-3 ਸਾਲ ਦਾ ਆਪਾਂ ਪੀਰੀਅਡ ਰੱਖ ਲੈਂਦੇ ਹਾਂ ਅਤੇ ਹੈ ਨਾ, ਆਲ ਟੂਗੈਦਰ ਰਾਊਂਡ ਫਿਗਰ ਦੇ ਵਿੱਚ। ਅਤੇ ਉਦੋਂ ਕੀ ਸਟਾਰਟ ਕੀਤਾ, ਆਪਣੇ ਆਪ ਨੂੰ ਸੈੱਟ ਕਰਨ ਦੇ ਲਈ ਕੀਤਾ। ਮੈਂ ਇਹਨੂੰ ਚਲੋ ਸੈਲਫਿਸ਼ਨੈਸ ਰੱਖ ਲੈਂਦਾ ਕਿ ਮੈਨੂੰ ਲੱਗਿਆ ਕਿ ਉਸ ਟਾਈਮ ਮੇਰੀ 30-32 ਸਾਲ ਉਮਰ ਹੋਊਗੀ, ਹੈ ਨਾ, ਅਤੇ ਜਿਮ ਕਦੇ ਜ਼ਿੰਦਗੀ 'ਚ ਗਏ ਨਹੀਂ ਸੀਗੇ। 1 ਕੁਆਂਟਲ ਭਾਰ ਸੀ ਆਪ ਦਾ, ਵੱਧ ਗਿਆ ਸੀਗਾ, ਹੈ ਨਾ। ਡਿਪਰੈਸ਼ਨ ਸੀ, ਜ਼ਿੰਦਗੀ 'ਚ ਬਹੁਤ ਤੂਫਾਨ ਆਉਂਦੇ, ਹਰੇਕ ਦੇ ਆਉਂਦੇ, ਮੇਰੇ ਕਿਹੜਾ ਇਕੱਲੇ ਦੇ ਆਏ ਆ। ਮੈਨੂੰ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਕਿ ਮੈਂ ਕੋਈ ਸਟਰਗਲ ਕੀਤੀ ਆ, ਪਰਮਾਤਮਾ ਇਹੋ ਜਿਹੀਆਂ ਸਟਰਗਲਾਂ ਬਖਸ਼ਦਾ ਰਹੇ, ਨਾਲ ਹੌਸਲਾ ਬਖਸ਼ਦਾ ਰਹੇ, ਮੈਨੂੰ ਇੱਦਾਂ ਦਾ ਕੋਈ ਚੱਕਰ ਨਹੀਂ ਆ। ਸੋ ਉਹ ਤੂਫਾਨ 'ਚੋਂ ਨਿਕਲਿਆ ਅਤੇ ਉਹ ਕਰਦਿਆਂ ਕਰਾਉਂਦਿਆਂ ਸਬੱਬ ਹੀ ਬਣਿਆ ਜੀ, ਅਨਪਲੈਨਡ ਹੀ ਸਾਰਾ ਕੁਛ ਕੀਤਾ। ਮੈਂ ਇਹ ਕੰਮ ਸੋਚ ਕੇ ਕੀਤਾ ਹੀ ਨਹੀਂ, ਆਪਣੇ ਆਪ ਹੀ ਹੋ ਗਿਆ ਜੀ। ਜੋ ਵੀ ਹੋਇਆ ਆਪਣੇ ਆਪ ਹੀ ਹੁੰਦਾ ਗਿਆ, ਮੈਂ ਕੁਛ ਵੀ ਪਲਾਨ ਨਹੀਂ ਕੀਤਾ। ਜਿੱਦਾਂ ਹੁਣ ਤੁਸੀਂ ਇਹ ਵੀ ਗੱਲ ਕਰਦੇ ਵੀ ਕਿੱਦਾਂ ਭੰਗੜੇ ਦਾ ਸ਼ੁਰੂ ਕੀਤਾ, ਕਿਵੇਂ ਹੋਇਆ, ਭੰਗੜਾ ਵੀ ਆਪੇ ਹੀ ਸ਼ੁਰੂ ਹੋ ਗਿਆ ਜੀ, ਹੈ ਨਾ। ਅਤੇ ਰਹੀ ਗੱਲ ਆਹ ਜਿਹੜਾ ਤੁਸੀਂ ਕਿਹਾ ਪਰਥ ਕਨਵੈਨਸ਼ਨ ਸੈਂਟਰ ਜਾਂ ਕੁਛ ਵੀ, ਉਹ ਵੀ ਮੈਂ ਸੋਚ ਕੇ ਨਹੀਂ ਜੀ ਕਰਦਾ ਹੁਣ ਨਾ। ਉਹ ਮੈਨੂੰ ਐਂ ਲੱਗਦਾ ਕਿ ਚੱਲ ਹੁਣ ਆ ਵੀ ਕਰਕੇ ਵੇਖ ਲੈਂਦੇ ਹਾਂ ਕਿ ਹੁਣ ਪਰਿਵਾਰ ਵੱਡਾ ਹੋ ਗਿਆ, ਹੈ ਨਾ। ਜਦੋਂ ਪਰਿਵਾਰ ਵੱਡਾ ਹੋ ਜਾਂਦਾ ਤਾਂ ਸਾਨੂੰ ਫਿਰ ਉਹ ਬੈਠਣ ਲਈ ਜਗ੍ਹਾ ਵੀ ਵੱਧ ਚਾਹੀਦੀ ਹੁੰਦੀ ਆ, ਇਸ ਕਰਕੇ ਕੀਤਾ। ਹੋਰ ਮੇਰਾ ਕੋਈ ਮਕਸਦ ਨਹੀਂ ਹੁੰਦਾ। ਅਤੇ ਇੱਕ ਹੁੰਦਾ ਕਿ ਚਲੋ ਬੱਚੇ ਨੂੰ ਸੋਹਣਾ ਪਲੇਟਫਾਰਮ ਮਿਲ ਜਾਵੇ। ਇੱਕ ਵੈਸੇ ਵੀ ਮਨ ਵਿੱਚ ਸੀਗਾ ਕਿ ਯਾਰ ਕਿ ਇਹ ਜ਼ਰੂਰੀ ਨਹੀਂ ਹੁੰਦਾ। ਮੈਂ ਹੁਣ ਚਲੋ ਨਾਮ ਲੈਣ ਲੱਗਾ ਨਾ, ਹੈ ਨਾ, ਜਿੱਦਾਂ ਆਪਾਂ ਸ਼ਖਸੀਅਤਾਂ ਹੁੰਦੀਆਂ, ਜਿੱਦਾਂ ਗੁਰਦਾਸ ਮਾਨ ਹੋ ਗਿਆ, ਬੱਬੂ ਮਾਨ ਸਿੰਗਰ ਹੋ ਗਿਆ ਸਾਰੇ, ਜਿੱਦਾਂ ਰੀਸੈਂਟਲੀ ਸਤਿੰਦਰ ਸਰਤਾਜ ਆਇਆ, ਕਰਨ ਔਜਲਾ, ਉਹ ਵੀ ਕਿਸੇ ਦੇ ਧੀ ਪੁੱਤ ਨੇ, ਹੈ ਨਾ। ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ, ਪਰ ਜ਼ਰੂਰੀ ਨਹੀਂ ਕਿ ਅਸੀਂ ਉਹਨਾਂ ਲਈ ਤਾੜੀਆਂ ਮਾਰਨ ਜਾਈਏ। ਸਾਡੇ ਘਰਾਂ 'ਚ ਵੀ ਇਹ ਜਿਹੜੇ ਸਰਤਾਜ ਆ ਸਾਡੇ, ਅਸੀਂ ਇਹਨਾਂ ਨੂੰ ਵੀ ਲੈ ਕੇ ਜਾਈਏ ਉੱਥੇ, ਅਸੀਂ ਉਹਨਾਂ ਲਈ ਤਾੜੀਆਂ ਮਾਰਨ ਜਾਈਏ। ਮਤਲਬ ਮੇਰਾ ਮੇਨ ਮਕਸਦ ਇਹ ਹੀ ਹੁੰਦਾ, ਕੋਈ ਕੰਪੀਟੀਸ਼ਨ ਕਿਸੇ ਨਾਲ ਨਹੀਂ, ਕੋਈ ਕਿਸੇ ਇਹ ਨਹੀਂ ਹੈਗਾ ਕਿ ਬਈ ਜਿੱਦਾਂ ਤੁਸੀਂ ਕਿਹਾ ਕਿ ਗੋਰਿਆਂ ਦੇ ਹੀ ਉੱਥੇ ਆਉਂਦੇ, ਇੱਦਾਂ ਦਾ ਕੋਈ ਨਹੀਂ। ਬਸ ਮੇਰੇ ਦਿਮਾਗ 'ਚ ਇਹ ਆ ਕਿ ਜਦੋਂ ਸਾਡੇ ਬੱਚਿਆਂ 'ਚ ਹੁਨਰ ਭਾਵੇਂ ਹਜੇ ਘੱਟ ਆ, ਜਿਹੋ ਜਿਹਾ ਵੀ ਆ ਤਰਾਸ਼ ਰਹੇ ਆ, ਕਿਉਂ ਨਾ ਇਹਨਾਂ ਨੂੰ ਲੈ ਜਾਈਏ ਉੱਥੇ, ਇੱਦਾਂ। ਠੀਕ ਭਾਅ ਜੀ, ਇਹ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ ਵੀ। ਮੈਂ ਇਹਨੂੰ ਇੱਕ ਤਰੀਕੇ ਨਾਲ ਇੱਦਾਂ ਦੇਖਦਾ ਵੀ ਅੱਜ 10 ਸਾਲ ਦਾ 12 ਸਾਲ ਦਾ ਬੱਚਾ 1500 ਦੀ ਆਡੀਅנס ਦੇ ਅੱਗੇ
ਕਰ ਰਿਹਾ ਪਰਫਾਰਮ, ਜੀ। ਭੰਗੜਾ ਪਾ ਰਹੇ ਆ, ਉਹ ਜੀ। ਪਰਫਾਰਮ ਕਰ ਰਹੇ ਆ। ਜੀ ਜੀ ਇਹ ਚੀਜ਼ ਅਸੀਂ 25 ਸਾਲ 30 ਸਾਲ ਹੋ ਕੇ ਫੇਰ ਕਰੀ ਹੈ, ਹਾਂਜੀ ਉਹ 15 ਸਾਲ 10 ਸਾਲ ਦੀ ਏਜ 'ਚ ਕਰ ਰਹੇ ਆ। ਹਾਂਜੀ ਇੱਦਾਂ ਦੀ ਓਪਰਚੁਨਿਟੀ ਬਹੁਤ ਵਧੀਆ ਉਹਨਾਂ ਨੂੰ ਤੁਸੀਂ ਦੇ ਰਹੇ ਆ। ਬਿਲਕੁਲ ਜਦੋਂ 20 ਸਾਲ ਦੇ ਹੋ ਗਏ ਉਹਨਾਂ ਨੇ 10,000 ਦੀ ਆਡੀਅנס ਤੇ, ਜੀ 25 ਸਾਲ ਦੇ ਹੋ ਗਏ 40,000 ਲੱਖ ਦੀ ਆਡੀਅנס ਤੇ ਅੱਗੇ ਪਰਫਾਰਮ ਕਰਨਾ। ਤੁਸੀਂ ਆਉਣ ਵਾਲੇ ਇੱਕ ਤਰੀਕੇ ਨਾਲ ਸੁਪਰਸਟਾਰ ਪੈਦਾ ਕਰ ਰਹੇ ਹੋ ਜੀ। ਮੇਰੇ ਨਾਲ ਹੁਣ ਤੁਹਾਡੇ ਹਰੇਕ ਕੁਐਸਚਨ ਦੇ ਆਨਸਰ ਦੇ ਵਿੱਚ ਜੇ ਤੁਸੀਂ ਇਦਾਂ ਦੀ ਕੁਐਸਚਨ ਪੁੱਛੋਗੇ ਤਾਂ ਇੱਕ ਆਨਸਰ ਹਮੇਸ਼ਾ ਵਿੱਚ ਆਈ ਜਾਣਾ ਜੀ, ਡਿਪਰੈਸ਼ਨ ਵਾਲਾ। ਕਿਉਂਕਿ ਜਿੱਦਾਂ ਤੁਸੀਂ ਹੁਣ ਫਿਰ ਪੁੱਛਿਆ ਕਿ ਬੱਚਿਆਂ ਦਾ ਪਲੇਟਫਾਰਮ ਬਣਾ ਦਿੱਤਾ ਜਾਂ ਕਿਵੇਂ, ਉਹ ਯਾਰ ਮੈਂ ਨਹੀਂ ਬਣਾਇਆ। ਜੀ ਜੀ ਇਹਨਾਂ ਨੇ ਮੈਨੂੰ ਜਨਮ ਦਿੱਤਾ ਨਵਾਂ, ਓਨੈਸਟਲੀ। ਠੀਕ ਹੈ। ਜਦੋਂ ਕਿਸੇ ਚੀਜ਼ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੋਵੇ ਨਾ, ਹੂੰ ਤਾਂ ਤੁਸੀਂ ਉਹਨਾਂ ਲਈ ਚੀਜ਼ ਦਿਲੋਂ ਹੀ ਕਰਦੇ ਹੋ ਔਰ ਪਤਾ ਹੀ ਨਹੀਂ ਲੱਗਦਾ ਵੀ ਕਿਉਂ ਕਰ ਰਹੇ। ਮੈਨੂੰ ਖੁਦ ਨੂੰ ਨਹੀਂ ਪਤਾ। ਮੇਰੇ ਪੇਰੈਂਟਸ ਵੀ ਅੱਜ ਦੀ ਡੇਟ 'ਚ ਮੇਰੇ ਨਾਲ ਥੋੜ੍ਹੇ ਜਿਹੇ ਨਾਰਾਜ਼ ਰਹਿੰਦੇ ਕਿ ਕਾਕਾ ਥੋੜ੍ਹਾ ਜਿਹਾ ਟਾਈਮ ਆਪਣੇ ਆਪ ਨੂੰ ਵੀ ਦੇਈਦਾ ਹੁੰਦਾ। ਪਰ ਮੈਨੂੰ ਇਹ ਪਤਾ ਕਿ ਜਿੱਦਾਂ ਵੀ ਤੁਹਾਡਾ ਸਵਾਲ ਸਿਰਫ ਇਹ ਆ ਕਿ ਇਹਨਾਂ ਦਾ ਜੋ ਵੀ ਬਣ ਰਿਹਾ ਕਿ 1500 ਦੀ ਆਡੀਅנס ਮੂਹਰੇ ਜਾਂ ਕਿਵੇਂ ਵੀ ਆ, ਨੋ ਡਾਊਟ ਬਿਲਕੁਲ ਇਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਅਪ ਹੋ ਰਿਹਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਮੈਂ ਸਾਰਾ ਕੁਛ ਕਰ ਇਸੇ ਕਰਕੇ ਰਿਹਾ ਕਿ ਇਹ ਬੱਚਿਆਂ ਨੇ ਮੇਰੀ ਜ਼ਿੰਦਗੀ ਬਦਲੀ। ਜ਼ਿੰਦਗੀ ਕਿੱਦਾਂ ਬਦਲੀ? ਜਦੋਂ ਪਹਿਲੀ ਵਾਰ ਕੋਈ ਇੱਕ ਬੱਚਾ ਆਇਆ ਹੋਣਾ, ਫਿਰ 2 ਆਏ, 3 ਆਏ, ਇਹਨਾਂ ਬੱਚਿਆਂ ਦੇ ਵਿੱਚ ਮੈਂ ਆਪਣੇ ਉਸ ਜੋ ਵੀ ਮੇਰਾ ਸੀਗਾ ਹੈ ਨਾ, ਉਹਦੇ ਵਿੱਚੋਂ ਮੈਂ ਬਾਹਰ ਨਿਕਲਣਾ ਸਟਾਰਟ ਹੋਇਆ। ਮੈਨੂੰ ਬਸ ਖੁਸ਼ੀ ਮਿਲਦੀ ਗਈ, ਇਹਨਾਂ ਨੂੰ ਦੇਖ ਦੇਖ ਕੇ ਖੁਸ਼ੀ ਮਿਲਦੀ ਗਈ, ਅਤੇ ਉਸ ਖੁਸ਼ੀ ਦੇ ਨਾਲ ਹੀ ਆਪਣੇ ਆਪ ਹੀ ਬਣਦਾ ਗਿਆ ਸਾਰਾ ਕੁਛ। ਸਹੀ ਹੈ। ਸੋ ਜਿਹੜੇ ਵੀ ਤੁਸੀਂ ਇਹ ਰਿਲੇਟਡ ਇੱਦਾਂ ਦੇ ਕੁਐਸਚਨ ਪੁੱਛੋਗੇ ਉਹਨਾਂ ਦਾ ਆਨਸਰ ਨੀਅਰਲੀ ਉੱਥੇ ਕੀ ਜਾਈ ਜਾਣਾ। ਜੀ ਜੀ ਠੀਕ ਆ ਜੀ। ਕੋਈ ਨਹੀਂ, ਕੋਈ ਨਵੀਂ ਚੀਜ਼ ਕੱਢਾਂਗੇ ਜੀ। ਨਵੀਂ ਚੀਜ਼ ਕੱਢਾਂਗੇ ਕੁਛ। ਹਾਂਜੀ ਤੇ ਭਾਜੀ ਇੱਕ ਮੈਨੂੰ ਗੱਲ ਦੱਸੋ ਜੀ ਵੀ ਜਦੋਂ ਮੈਂ ਇੱਕ ਸੀਨ ਜਿਵੇਂ ਕਹਿੰਦੇ ਹੁੰਦੇ ਆ ਨਾ, ਇੱਕ ਇਮੈਜਿਨ ਕਰੋ ਇਸ ਚੀਜ਼ ਨੂੰ ਕਰਕੇ ਹਾਂਜੀ ਵੀ ਇੱਕ ਪੇਰੈਂਟਸ ਇੱਕ ਜੋੜੀ ਆਈ ਕਰਕੇ ਜਿਨ੍ਹਾਂ ਦਾ 5 6 7 ਸਾਲ ਦਾ ਜਵਾਕ ਸੀਗਾ। ਹਾਂਜੀ ਤੇ ਉਹ ਆਏ ਤੇ ਮਾਂ ਦੇ ਕੋਲ, ਮਤਲਬ ਮਦਰ ਦੇ ਕੋਲ ਜਵਾਕ ਖੜਾ ਸੀ ਜਿਹੜਾ ਬੋਲਦਾ ਨਹੀਂ ਸੀ, ਜੀ ਜੀ ਜਿਹੜਾ ਬੜਾ ਚੁੱਪ ਜਿਹਾ ਸੀਗਾ। ਹਾਂਜੀ ਹਾਂਜੀ ਤੇ ਪਹਿਲੇ ਦਿਨ ਆਇਆ, ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਇਹਨੂੰ ਬੱਚੇ ਨੂੰ ਭੰਗੜਾ ਸਿਖਾਉਣਾ। ਚਲੋ ਉਹ ਖੁੱਲ੍ਹ ਪਿਆ, ਚਲੋ ਭੰਗੜਾ ਕਰਨ ਲੱਗ ਗਿਆ। 2-4 ਹਫ਼ਤੇ ਬਾਅਦ 'ਚੋਂ ਬੜਾ ਇੰਜੋਏ ਕਰਨ ਲੱਗ ਗਿਆ। ਜਦੋਂ 1 ਮਹੀਨੇ ਜਾਂ 2 ਮਹੀਨੇ ਬਾਅਦ ਦੁਬਾਰਾ ਉਹਦੇ ਜਾਂ ਪੇਰੈਂਟਸ ਦੁਬਾਰਾ ਇਕੱਠੇ ਹੋਏ, ਜਦੋਂ ਉਹਨਾਂ ਨੇ ਆਪਣੇ ਬੱਚੇ ਦੇ ਵਿੱਚ ਚੇਂਜ ਨੋਟ ਕਰਿਆ, ਜਦੋਂ ਉਹਨੂੰ ਦੇਖਿਆ ਯਾਰ ਵੀ ਸਾਡਾ ਬੱਚਾ ਤਾਂ ਗੁੰਮਸੁੰਮ ਜਿਹਾ ਹੀ ਰਹਿੰਦਾ ਸੀ, ਤੇ ਅੱਜ ਮਤਲਬ ਬੱਚਾ ਸਾਡਾ ਇੰਜੋਏ ਵੀ ਕਰ ਰਿਹਾ, ਬੱਚਾ ਚੀਜ਼ਾਂ ਵੀ ਦੇਖ ਰਿਹਾ, ਬੱਚਾ ਬੋਲ ਵੀ ਰਿਹਾ। ਤੇ ਉਹੋ ਜਿਹਾ ਕੋਈ ਕਿੱਸਾ ਸੁਣਾਓ ਜਾਂ ਉਹੋ ਜਿਹਾ ਕੋਈ ਐਕਸਪੀਰੀਅੰਸ ਤੁਹਾਡੇ ਨਾਲ, ਮਤਲਬ ਕਿੰਨੀ ਮੈਨੂੰ ਬਹੁਤ ਵਾਰ ਹੋਇਆ ਹੋਣਾ, ਤੇ ਉਹੋ ਜਿਹਾ ਕੋਈ ਕਿੱਸਾ? ਹਾਂਜੀ, ਕੁਛ ਮੈਂ ਇਸ ਚੀਜ਼ ਨੂੰ ਇੱਦਾਂ ਆ ਕਿ ਦੇਖੋ ਸਾਰੇ ਬੱਚਿਆਂ ਦਾ ਅਲੱਗ-ਅਲੱਗ ਹੁੰਦਾ ਹੈ ਨਾ। ਜੀ ਜੀ। ਪਰ ਮੋਸਟਲੀ ਦੇਖੋ, ਪਹਿਲੀ ਗੱਲ ਤਾਂ ਇੰਗਲਿਸ਼ ਐਂਡ ਪੰਜਾਬੀ, ਸਾਰੇ ਬੱਚੇ ਬੋਰਨ ਇੱਥੋਂ ਦੇ ਆ ਹੈ ਨਾ। ਪੰਜਾਬੀ ਐਨੀ ਵੇ ਉਹਨਾਂ ਲਈ ਨਵੀਂ ਚੀਜ਼ ਹੈ, ਪੰਜਾਬੀ ਸੌਂਗ ਐਨੀ ਵੇ ਉਹਨਾਂ ਲਈ ਨਵੀਂ, ਸਾਰਿਆਂ ਲਈ। ਡਜ਼ਨਟ ਮੈਟਰ ਬੱਚਾ ਕੋਈ ਚੁੱਪ ਰਹਿੰਦਾ ਘਰ ਦੇ ਵਿੱਚ, ਡਜ਼ਨਟ ਮੈਟਰ ਉਹ ਕਿੰਨਾ ਸ਼ੈਤਾਨ ਆ ਹੈ ਨਾ। ਤੋ ਪਹਿਲੀ ਗੱਲ ਤਾਂ ਇਹ ਆ ਕਿ ਉਹ ਇਸ ਚੀਜ਼ ਦੇ ਨਾਲ ਅਟੈਚ ਹੋਣੇ ਸਟਾਰਟ ਹੋ ਜਾਂਦੇ ਜਦੋਂ ਕਲਾਸ ਦੇ ਵਿੱਚ ਆਉਣਾ ਸਟਾਰਟ ਹੋ ਜਾਂਦੇ। ਇੱਕ ਦੂਜੇ ਨੂੰ ਦੇਖੋ ਦੇਖੀ ਬੱਚਿਆਂ ਗੱਲਾਂ ਬਾਤਾਂ ਮਾਰਦੇ ਕਰਦੇ ਹੀ ਹੈ ਨਾ। ਹਾਂ, ਜਿਹੜੀ ਗੱਲ ਦਾ ਤੁਹਾਡਾ ਕੁਐਸਚਨ ਇਹ ਆ ਕਿ ਕਈ ਵੇਲੇ ਇੱਦਾਂ ਦਾ ਹੁੰਦਾ ਹੋਊਗਾ ਕਿ ਕੁਛ ਬੱਚੇ ਜ਼ਿਆਦਾ ਚੁੱਪ ਰਹਿੰਦੇ ਆ ਜਾਂ ਕੁਛ ਹੈ ਨਾ। ਤਾਂ ਹਾਂ, ਇੱਦਾਂ ਬਹੁਤ ਵਾਰੀ ਹੁੰਦਾ ਕਿ ਮੈਨੂੰ ਪੇਰੈਂਟਸ ਕਹਿ ਦਿੰਦੇ ਆ ਕਿ ਭਾਅ ਜੀ ਇਹਦੀ ਕੋਈ ਆਹ ਪ੍ਰੋਬਲਮ ਆ, ਅਤੇ ਥੋੜ੍ਹਾ ਚੁੱਪ ਰਹਿੰਦਾ ਜਾਂ ਇਕੱਲੀ ਇੰਗਲਿਸ਼ ਹੀ ਸਮਝਦਾ, ਇਹਨੂੰ ਪੰਜਾਬੀ ਬਿਲਕੁਲ ਵੀ ਅੰਡਰਸਟੈਂਡ ਨਹੀਂ ਹੁੰਦੀ। ਅਤੇ ਨੋ ਡਾਊਟ ਮੈਂ ਵੀ ਫਿਰ ਮਾੜਾ ਮੋਟਾ ਧੱਕਾ ਮਾਰਦਾ, ਫਿਰ ਅੰਗਰੇਜ਼ੀ ਦੇ ਸੈਂਟੈਂਸ ਜੋੜ ਕੇ ਫਿਰ ਕਰੀ ਦੀ ਆ ਗੱਲ ਹੈ ਨਾ। ਚਲੋ ਆਉਂਦੀ ਆ ਹੈ ਨਾ ਗੁਜ਼ਾਰੇ ਜੋਗੀ, ਤਾਂ ਕੰਮ ਚਲਾਉਣ ਜੋਗੀ। ਪਰ ਹਾਂ, ਥੋੜ੍ਹੇ ਚਿਰ ਬਾਅਦ ਉਹੀ ਬੱਚੇ ਫਿਰ ਆਪੇ ਹੀ ਰਿਸਪੋਂਸ ਪੰਜਾਬੀ 'ਚ ਦੇਣ ਲੱਗ ਪੈਂਦੇ ਆ ਜਦੋਂ ਮਾੜਾ ਮੋਟਾ, ਕਿਉਂਕਿ ਮੈਂ ਕਲਾਸ ਦੇ ਵਿੱਚ ਚਲੋ ਪੇਰੈਂਟਸ ਨੂੰ ਜ਼ਿਆਦਾ ਪਤਾ ਮੈਂ ਕਿਹੜੇ ਤਰੀਕੇ ਨਾਲ ਕਲਾਸਾਂ ਰਨ ਕਰਦਾ ਹੈ ਨਾ। ਜਿਹੜੇ ਬੱਚੇ ਆਉਂਦੇ ਆ ਮੇਰੇ ਕੋਲ ਉਹਨਾਂ ਨੂੰ ਪਤਾ ਮੈਂ ਕਿਹੜੇ ਤਰੀਕੇ ਨਾਲ ਕਰਦਾ। ਉਹਨਾਂ ਦੀ ਬ੍ਰੇਕ ਦੇ ਵਿੱਚ ਮੈਂ ਕੁਛ ਨਾ ਕੁਛ ਪੰਜਾਬੀ ਦੀਆਂ ਗੱਲਾਂ ਕਰੀ ਦੀਆਂ, ਅਤੇ ਉਹ ਹੌਲੀ ਹੌਲੀ ਉਸ ਚੀਜ਼ ਨਾਲ ਆਪੇ ਅਟੈਚ ਹੋ ਜਾਂਦੇ ਆ, ਅਤੇ ਬਹੁਤ ਜ਼ਿਆਦਾ ਫਰਕ ਪੈਂਦਾ। ਔਰ ਮੈਨੂੰ ਸ਼ੁਕਰ ਆ ਪਰਮਾਤਮਾ ਦਾ ਕਿ ਥੈਂਕਸ ਨੋਟ ਵੀ ਆਉਂਦੇ ਆ ਮੈਨੂੰ। ਇਹਦੇ ਵਿੱਚ ਵੀ ਜਿਵੇਂ ਹੁਣ ਤੁਸੀਂ ਇਹ ਗੱਲ ਦੱਸ ਰਹੇ ਸੀਗੇ ਵੀ ਮਾਪੇ ਜਿਵੇਂ ਥੈਂਕ ਯੂ ਨੋਟ ਭੇਜਦੇ ਆ ਜੀ, ਜਾਂ ਜਿਵੇਂ ਗਿਫਟ ਵਗੈਰਾ ਦੀ ਵੀ ਗੱਲ ਕਰਦੇ ਆ, ਪਰ ਮੈਨੂੰ ਇਹ ਚੀਜ਼ ਮੈਨੂੰ ਇਹ ਲੱਗਦਾ ਵੀ ਆਪਣੇ ਬੱਚੇ ਨੂੰ ਟਰਾਂਸਫਾਰਮ ਹੁੰਦਾ ਦੇਖਦੇ ਹੁੰਦੇ ਆ। ਜੀ, ਜਿਵੇਂ ਹੁਣ ਆਪਾਂ ਮਦਰ ਦੀ ਗੱਲ ਕਰਦੇ ਆ, ਫਾਦਰ ਦੀ ਗੱਲ ਕਰਦੇ ਆ, ਆਪਣੇ ਬੱਚੇ ਨੂੰ ਟਰਾਂਸਫਾਰਮ ਹੁੰਦਾ ਦੇਖਦੇ ਆ ਵੀ ਜਿਹੜੀ ਚੀਜ਼ ਜਿਹੜੇ ਬੰਦੇ ਦਾ ਉਸ ਚੀਜ਼ ਦੇ ਪਿੱਛੇ ਸਭ ਤੋਂ ਵੱਡਾ ਹੱਥ ਸੀਗਾ, ਜੀ,
ਉਹਨਾਂ ਦੇ ਬੱਚੇ ਨੂੰ ਜਿਵੇਂ ਲਾਈਫ ਚੇਂਜ ਹੋ ਸਕਦੀ ਹੈ। ਜਿਵੇਂ 7-8 ਸਾਲ ਦਾ ਬੱਚਾ ਹੁੰਦਾ, ਜਦੋਂ ਖੁੱਲ੍ਹ ਕੇ ਹੱਸਣ ਲੱਗ ਗਿਆ, ਖੁੱਲ੍ਹ ਕੇ ਆਪਣੀਆਂ ਫੀਲਿੰਗ ਐਕਸਪ੍ਰੈਸ ਕਰਨ ਲੱਗ ਗਿਆ, ਇੱਕ ਮਾਂ ਵਾਸਤੇ ਇੱਕ ਬਾਪ ਵਾਸਤੇ, ਇਹ ਤੋਂ ਵਧੀਆ ਚੀਜ਼ ਕੀ ਹੋ ਸਕਦੀ ਆ? ਬਿਲਕੁਲ। ਦੇਖੋ ਜੀ, ਇੱਕ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਇੱਥੇ ਕਿ ਕੁਛ ਬੱਚੇ, ਸਾਰੇ ਬੱਚਿਆਂ ਦਾ ਮਾਹੌਲ ਕੀ ਆ, ਜੇ ਇੰਡੀਆ ਦੇ ਨਾਲ ਕੰਪੈਰੀਜ਼ਨ ਕੀਤਾ ਜਾਵੇ, ਆਪਾਂ ਹੋਰ ਗੱਲਾਂ ਹੀ ਛੱਡ ਦਿੰਦੇ ਹਾਂ। ਇੰਡੀਆ ਦੇ ਵਿੱਚ ਤਾਏ, ਚਾਚੇ, ਮਾਸੀਆਂ, ਗਵਾਂਢੀ, ਆਂਟੀ, ਅੰਕਲ, ਕਿਤੇ ਨਾ ਕਿਤੇ ਬੱਚੇ ਟੱਚ 'ਚ ਰਹਿੰਦੇ ਆ। ਸਕੂਲੋਂ ਆਏ, ਚੱਲ ਗਵਾਂਢੀਆਂ ਦੇ, ਚੱਲ ਕਿਤੇ, ਹੈ ਨਾ ਜੀ। ਡਜ਼ਨਟ ਮੈਟਰ ਇੰਡੀਆ ਜਿੰਨਾ ਵੀ ਮਰਜ਼ੀ ਐਡਵਾਂਸ ਹੋ ਗਿਆ, ਪਰ ਸਟਿਲ ਉੱਥੇ ਬਹੁਤ ਲੋਕ ਅਰਾਊਂਡ ਰਹਿੰਦੇ ਆ। ਇੱਥੇ ਸਿਰਫ ਮਾਂ ਬਾਪ ਹੀ ਆ, ਹੈ ਨਾ, ਅਤੇ ਬੱਚੇ ਘਰਾਂ 'ਚ ਗੁੰਮਸੁੰਮ ਮੋਸਟਲੀ, ਹੈ ਨਾ। ਮੰਨ ਲਓ ਜਿੰਨਾ ਕੁ ਵੀ ਆਪਣਾ ਟੈਬਲੇਟ 'ਤੇ ਟਾਈਮ ਟਪਾਤਾ, ਫੋਨ 'ਤੇ ਟਪਾਤਾ, ਆਲ ਗੁੱਡ, ਹੈ ਨਾ, ਇੱਦਾਂ ਹੀ ਆ, ਹੈ ਨਾ। ਮੋਸਟਲੀ ਪੇਰੈਂਟਸ ਨੂੰ ਇੰਨਾ ਹੀ ਬਹੁਤ ਆ ਵੀ ਸ਼ੁਕਰ ਆ ਘੰਟਾ ਕਿਸੇ ਇੱਥੇ ਜਾਏ, ਇੰਨੇ ਜੀ ਬਹੁਤ ਸ਼ੁਕਰਗੁਜ਼ਾਰ ਆ ਮੈਂ ਤਾਂ ਜੋ ਫੀਲ ਕਰਦਾ, ਹੈ ਨਾ। ਅਤੇ ਉਹਨਾਂ ਨੂੰ ਇੰਨਾ ਹੀ ਬਹੁਤ ਹੈ ਕਿ ਸ਼ੁਕਰ ਆ 1 ਘੰਟਾ ਇਹ ਮੋਬਾਇਲ ਤੋਂ ਤੇ ਹਟੇ। ਮੈਂ ਨਹੀਂ ਕਹਿੰਦਾ ਕਿ ਮੇਰੇ 1 ਘੰਟੇ ਦੇ ਭੰਗੜੇ ਦੇ ਨਾਲ ਉਹਨਾਂ ਦਾ ਮੋਬਾਇਲ ਛੁੱਟ ਗਿਆ, ਬਿਲਕੁਲ ਨਹੀਂ ਛੁੱਟਿਆ, ਉਹ ਸਟਿਲ ਔਨ ਆ। ਪਰ ਪੇਰੈਂਟਸ ਨੂੰ ਐਂ ਲੱਗਦਾ ਵੀ ਸ਼ੁਕਰ ਆ ਬ੍ਰੇਕ ਮਿਲ ਗਈ ਘੰਟੇ ਕੁ ਦੀ, ਅਤੇ ਕੁਛ ਤਾਂ ਚਲੋ ਮਾੜਾ ਮੋਟਾ ਸਿੱਖਿਆ, ਹੈ ਨਾ। ਸੋ ਆਲ ਟੂਗੈਦਰ ਸਾਰੇ ਬੱਚਿਆਂ ਦਾ ਜੇ ਆਪਾਂ ਮੈਂ ਹੈ ਨਾ ਇੱਕ ਐਵਰੇਜ ਆਨਸਰ ਦੇਵਾਂ, ਤਾਂ ਐਵਰੇਜ ਆਨਸਰ ਇਹ ਬਣੂਗਾ ਕਿ ਉਹਨਾਂ ਨੂੰ ਇੱਕ ਕਮਿਊਨਿਟੀ ਮਿਲ ਰਹੀ ਆ। ਤਾਏ ਚਾਚੇ, ਜਿੱਦਾਂ ਮੈਂ ਕਿਹਾ, ਮਾਸੀਆਂ, ਭੂਆ, ਫੁੱਫੜ, ਸਾਰੇ ਉੱਥੇ ਛੱਡਿਆਂ ਦੇ। ਹੁਣ ਕਲਾਸ ਦੇ ਵਿੱਚ 12 ਬੱਚੇ ਆ ਜਾਂ 14 ਜਾਂ 16, ਜਿਹੜੇ ਵੀ ਉਹਨਾਂ ਦੇ ਪੇਰੈਂਟਸ ਆਪਸ 'ਚ ਆਉਂਦੇ ਆ। ਜਿੱਦਾਂ ਹੁਣ ਅੱਜ ਦੀ ਕਲਾਸ ਆ, ਮੈਂ ਅੱਜ ਹੈ ਨਾ, ਜਿੱਦਾਂ ਕੇਕ ਕੱਟ ਲਏ, ਬਰਥਡੇ ਹੋ ਗਿਆ ਇੱਕ ਦੂਜੇ ਬੱਚਿਆਂ ਦੇ, ਹੈ ਨਾ, ਉਹ ਕਿੰਨੀਆਂ ਫੈਮਲੀਆਂ ਅਟੈਚ ਹੋ ਜਾਂਦੀਆਂ, ਹੈ ਨਾ। ਹੁਣ ਈਵੈਂਟ ਸਾਡਾ ਸੀਗਾ ਜਿਹੜਾ, ਉਹ 4 ਹਫ਼ਤੇ ਪਹਿਲਾਂ ਮੈਨੂੰ ਲੱਗਦਾ ਹੋ ਕੇ ਹਟਿਆ, ਰਾਈਟ। ਅਤੇ ਉਹ ਹਜੇ ਤੱਕ ਅੱਜ ਵੀ ਅਸੀਂ ਮਤਲਬ ਹਜੇ ਕੇਕ, ਮੈਂ ਇੱਕ ਕਲਾਸ ਸੀਗੀ ਹੁਣੇ ਲਾਸਟ ਕੱਟ ਕੇ ਆਏ ਹਾਂ। ਇਟਸ ਨੋਟ ਅਬਾਊਟ ਕੇਕ, ਇਟਸ ਨਥਿੰਗ ਅਬਾਊਟ ਦੈਟ, ਹੈ ਨਾ। ਮੇਰੀ ਗੱਲ ਨੂੰ ਪਲੀਜ਼ ਉੱਦਾਂ ਗਲਤ ਨਾ ਲਿਓ ਵੀ ਮੈਂ ਇੱਦਾਂ ਗੱਲ ਕਰ ਰਿਹਾ ਆਪਣੀ ਕਲਾਸ ਦੇ ਵਿੱਚ ਕਿ ਪਤਾ ਨਹੀਂ ਅਸੀਂ ਕੇਕ ਹੀ ਕੱਟੀ ਜਾਂਦੇ ਹਾਂ, ਇੱਦਾਂ ਨਹੀਂ। ਮੇਰਾ ਮਤਲਬ ਇਹ ਹੈ ਕਿ ਜਦੋਂ ਕੋਈ ਸੈਲੀਬ੍ਰੇਸ਼ਨ ਕਰਦੇ ਹਾਂ ਤਾਂ ਇੱਦਾਂ ਲੱਗਦਾ ਇੱਕ ਫੈਮਿਲੀ ਫੀਲ ਆਉਂਦੀ ਆ, ਹੈ ਨਾ। ਅਤੇ ਬੱਚੇ ਆਪਸ 'ਚ ਫਰੈਂਡ ਬਣ ਜਾਂਦੇ ਆ, ਉਹਨਾਂ ਦੇ ਪੇਰੈਂਟਸ ਆਪਸ 'ਚ ਫਰੈਂਡ ਬਣ ਜਾਂਦੇ ਆ, ਉਹਨਾਂ ਦੇ ਹੋਰ ਤਾਲਮੇਲ ਦੁਬਾਰਾ ਵੱਧ ਜਾਂਦੇ ਆ, ਆਊਟ ਆਫ ਦਾ ਕਲਾਸ ਵੀ ਵੱਧ ਜਾਂਦੇ ਆ ਉਹਨਾਂ ਦੇ ਤਾਲਮੇਲ, ਹੈ ਨਾ, ਉਹ ਜ਼ਿਆਦਾ ਵੱਧ ਜਾਂਦੇ ਆ। ਮੈਂ ਨਹੀਂ ਕਹਿੰਦਾ ਕਿ ਕਲਾਸਾਂ 'ਚ ਹੀ ਵੱਧਦੇ ਆ, ਨੋ ਡਾਊਟ। ਤੁਸੀਂ ਉੱਦਾਂ ਵੀ ਤੁਹਾਡੀ ਫੈਮਿਲੀ ਗੈਟ ਟੂਗੈਦਰਸ ਹੁੰਦੀਆਂ ਨੇ, ਤੁਹਾਡੇ ਆਪ ਦੇ ਪਰਸਨਲ ਫੈਮਿਲੀ ਫਰੈਂਡਸ ਹੁੰਦੇ ਆ, ਪਰ ਕਲਾਸਾਂ ਦੇ ਵਿੱਚ ਪੇਰੈਂਟਸ ਨੂੰ ਵੀ ਫਰੈਂਡ ਮਿਲਦੇ ਨੇ, ਬੱਚਿਆਂ ਨੂੰ ਵੀ ਫਰੈਂਡ ਮਿਲ ਰਹੇ ਨੇ ਆਪਦੇ ਪੰਜਾਬੀ ਕਮਿਊਨਿਟੀ ਦੇ। ਤਾਂ ਮੈਂ ਕਹਿੰਦਾ ਅਤੇ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਵਧੀਆ ਚੀਜ਼ ਬਣ ਜਾਂਦੀ ਹੈ, ਹੈ ਨਾ। ਸਹੀ ਹੈ, ਇੱਕ ਪੰਜਾਬ ਜਿਹਾ ਬਣ ਜਾਂਦਾ, ਮਿਨੀ ਪੰਜਾਬ। ਭਾਅ ਜੀ, ਬੱਚੇ ਵੀ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਆ। ਕਈ ਵਾਰ ਇੱਦਾਂ ਹੁੰਦਾ ਹੈ ਵੀ ਆਫਟਰ ਅ ਵਾਈਲ ਨਾ, ਤੁਸੀਂ ਹੁਣ ਇੰਸਟਰਕਟ ਕਰਦੇ ਹੋ ਉਹਨਾਂ ਨੂੰ, ਤੁਹਾਡਾ ਇੱਕ ਅਲੱਗ ਬੌਂਡ ਬਣ ਜਾਂਦਾ ਬੱਚਿਆਂ ਦੇ ਨਾਲ। ਜੀ। ਕਈ ਗੱਲਾਂ ਉਹ ਸ਼ੇਅਰ ਨਹੀਂ ਕਰਦੇ ਆਪਣੇ ਪੇਰੈਂਟਸ ਨਾਲ, ਕੁਛ ਇੱਦਾਂ ਦੀ ਇੰਟਰਸਟਿੰਗ ਚੀਜ਼ਾਂ ਵੀ ਜਿਹੜੀਆਂ ਤੁਸੀਂ ਸੋਚਦੇ ਆ, ਸਿੱਖਦੇ ਆ ਉਹਨਾਂ ਤੋਂ। ਬਿਲਕੁਲ, ਮੈਂ ਸਿੱਖਦਾ ਤਾਂ ਰੋਜ਼ ਹੀ ਸਿੱਖੀਦਾ, ਬੱਚਿਆਂ ਤੋਂ ਜ਼ਿਆਦਾ ਸਿੱਖਦਾ ਮੈਂ। ਕਿੱਸਾ ਇੱਦਾਂ ਕਿ ਛੋਟੇ ਬੱਚੇ ਆ ਜਿਹੜੇ, ਖਾਸ ਕਰਕੇ ਛੋਟੇ ਬੱਚੇ ਆ ਜਿਹੜੇ 7 ਸਾਲ ਤੋਂ ਥੱਲੇ ਵਾਲੇ ਆ, ਹੈ ਨਾ, ਉਹਨਾਂ ਨੇ ਆ ਕੇ ਮੈਨੂੰ ਦੱਸਣਾ ਹੁੰਦਾ ਕਿ ਅੱਜ ਅਸੀਂ ਸ਼ੋਪਿੰਗ 'ਤੇ ਗਏ। ਉਹਨਾਂ ਲਈ ਉਹੀ ਚੀਜ਼ ਵੱਡੀ ਬਹੁਤ ਹੁੰਦੀ ਹੈ ਨਾ। ਅੱਜ ਅਸੀਂ ਯਾਰ ਇਹਨਾਂ ਦੀਆਂ ਇੱਕ ਤਾਂ ਚੀਜ਼ਾਂ ਦੇ ਮੈਨੂੰ ਨਾਮ ਘੱਟ ਪਤਾ, ਜਿਹੜੀਆਂ ਵੀ ਗੇਮਾਂ ਗੂਮਾਂ ਖੇਡਦੇ ਆ ਇਹ, ਹੈ ਨਾ। ਅੱਜ ਕੋਈ ਕਹਿ ਦਿੰਦਾ ਕਿ ਮੈਂ ਲੈਗੋ ਪਤਾ ਨਹੀਂ ਕੀ, ਜੋ ਵੀ, ਓਨੈਸਟਲੀ ਯਾਰ ਮੈਨੂੰ ਬਹੁਤ ਘੱਟ ਪਤਾ ਇਹਨਾਂ ਦੀ ਗੇਮਾਂ ਦਾ। ਮੈਂ ਹਾਮੀ ਭਰ ਦਿੰਦਾ, ਅੱਛਾ ਪੁੱਤ ਤੁਸੀਂ ਇੱਦਾਂ ਕੀਤਾ, ਫਿਰ ਪਤਾ ਮੈਨੂੰ ਵੀ ਹਿਸਾਬ ਦਾ ਇਹ ਹੁੰਦਾ, ਕਿਉਂਕਿ ਉਹ ਕੁਛ ਹੋਰ ਹੀ ਦੱਸਦੇ ਹੁੰਦੇ ਆ ਕਿ ਅਸੀਂ ਫਲਾਨੀ ਜਗ੍ਹਾ ਗਏ। ਯਾਰ ਕੋਈ ਵੀ ਬੱਚਿਆਂ ਦੀ ਪਲੇ ਵਾਲੀਆਂ ਚੀਜ਼ਾਂ ਓਨੈਸਟਲੀ ਮੈਂ ਕਦੇ ਗਿਆ ਨਹੀਂ ਗਾ, ਅਲੱਗ-ਅਲੱਗ ਚੀਜ਼ਾਂ 'ਤੇ ਜਾਂਦੇ ਬੱਚੇ। ਮੈਂ ਹੁਣ ਉਸ ਟਾਈਮ 'ਤੇ ਹਾਮੀ ਤਾਂ ਭਰਨੀ ਹੁੰਦੀ ਆ, ਹੈ ਨਾ। ਅੱਛਾ ਉੱਥੇ ਗਿਆ ਸੀ, ਕਿਵੇਂ ਫਨ ਕੀਤਾ, ਮੈਨੂੰ ਇੱਕੋ ਹੀ ਆਹ ਚੀਜ਼ ਮੈਨੂੰ ਕਹਿਣੀ ਆਉਂਦੀ, ਮੈਂ ਵੀ ਆਹ ਚੀਜ਼ ਕਹਿ ਦੇਣਾ ਜਦੋਂ ਮੈਨੂੰ ਚੀਜ਼ ਸਮਝ ਨਹੀਂ ਲੱਗਦੀ। ਪਰ ਬੱਚੇ ਆਪਣੇ ਜਦੋਂ ਮੈਨੂੰ ਜਿਹੜੇ ਤਾਂ ਇਹ ਗੱਲਾਂ ਹੋ ਗਈਆਂ ਜਿਹੜੀਆਂ ਉਹ ਆ ਕੇ ਮੈਨੂੰ ਦੱਸਦੇ ਆ, ਜਾਂ ਕਹਿ ਦਿੰਦੇ ਕਿ ਅਸੀਂ ਫਲਾਨੀ ਜਗ੍ਹਾ ਬਰਥਡੇ ਪਾਰਟੀ 'ਤੇ ਗਏ, ਜਾਂ ਐਵੇਂ ਅੱਜ ਅਸੀਂ ਆਹ ਕੀਤਾ। ਕਈ ਵੇਲੇ ਛੋਟੇ ਬੱਚੇ, ਗੁੜੀਆਂ ਜਿੱਦਾਂ ਹੁੰਦੀਆਂ ਨੇ, ਉਹ ਨੇਲਸ ਨਹੀਂ ਹੁੰਦੇ ਜਿਹੜੇ ਪਲਾਸਟਿਕ ਦੇ ਲਾਉਂਦੇ ਆਪਾਂ, ਹੈ ਨਾ, ਉਹੀ ਕਹਿੰਦਾ ਮੈਂ ਨੇਲਸ ਲਾਈ ਚੈੱਕ ਕਰ, ਵਾਹ ਜੀ ਵਾਹ ਪੁੱਤ ਬਹੁਤ ਸੋਹਣੇ ਆ, ਹੈ ਨਾ। ਅਤੇ ਜੇ ਕਿਸੇ ਨੇ ਕਹਿ ਦਿੱਤਾ ਕਿ ਕੋਈ ਇੱਥੇ ਪਿੱਛੇ ਕੁਛ ਜਿੱਦਾਂ ਕੁੜੀਆਂ ਦਾ ਖਾਸ ਕਰਕੇ ਕੋਈ ਤਿਤਲੀ ਜਿਹੀ ਲਾ ਲੈਂਦੀਆਂ ਨੇ ਇੱਦਾਂ ਦਾ ਛੋਟ, ਹੈ ਨਾ, ਫਿਰ ਮੈਨੂੰ ਦਿਖਾਉਣੀਆਂ ਆ ਗਈ ਕਿ ਮੈਂ ਲਾਈ ਹੋਈ ਆ, ਹੈ ਨਾ। ਅਤੇ ਫਿਰ ਮੈਂ ਉਹ ਦੇਖਣਾ, ਹੈ ਨਾ। ਅਤੇ ਜਿੱਦਾਂ ਕਈ ਕਲਾਸਾਂ ਦੇ ਵਿੱਚ ਕਈ ਵੇਲੇ ਹੁੰਦਾ ਕਿ ਸੂਟ ਪਾ ਕੇ ਆ ਜਾਂਦੇ ਆ ਬੱਚੇ, ਹੈ ਨਾ। ਫਿਰ ਉਹਨਾਂ ਨੂੰ ਲੱਗਦਾ ਕਿ ਅੱਜ ਅਸੀਂ ਸੂਟ ਪਾਏ ਨੇ, ਸਾਨੂੰ ਕੁਛ ਕਿਹਾ ਨਹੀਂ। ਛੋਟੇ ਬੱਚਿਆਂ ਦੀ ਗੱਲ ਕਰਦਾ ਮੈਂ, ਹੈ ਨਾ। ਅਤੇ ਮੈਂ ਕਹਿੰਦਾ ਉਹਨਾਂ ਵਾਹ ਵੀ ਪੁੱਤ ਬੜੇ ਸੋਹਣੇ ਲੱਗਦੇ ਆ, ਇਹ ਫਿਰ ਖੁਸ਼ ਹੋ ਜਾਂਦੇ ਇਹਨਾਂ ਨਾਲ ਹੀ। ਸੋ ਇੱਦਾਂ ਨਿੱਕੀਆਂ ਜਿਹੀਆਂ ਗੱਲਾਂ ਨੇ ਭਰਾਵਾ ਬੱਚਿਆਂ ਦੀਆਂ। ਰਹੀ ਗੱਲ ਤੁਸੀਂ ਕਹਿੰਦੇ ਬੱਚਿਆਂ ਤੋਂ ਸਿੱਖਦੇ ਕੀ ਆ, ਬੱਚਿਆਂ ਤੋਂ ਮੈਂ ਇਹ ਸਿੱਖਦਾ ਕਿ
ਇਸੇ ਗੱਲ ਨੂੰ ਮੈਂ ਫਿਰ ਉੱਥੇ ਹੀ ਲੈ ਕੇ ਜਾਂਦਾ ਕਿ ਇਹਨਾਂ ਨੇ ਜ਼ਿੰਦਗੀ 'ਚ ਇੰਨੀ ਕੁ ਸਿੱਖਿਆ ਇਹ ਦੇ ਦਿੱਤੀ ਹੈ ਕਿ ਕਦੇ ਵੀ ਕੋਈ ਈਗੋ ਨਾ ਰੱਖੋ, ਕੋਈ ਐਟੀਟਿਊਡ ਨਾ ਰੱਖੋ, ਪਿਆਰ ਨਾਲ ਰਹੋ ਹਮੇਸ਼ਾ। ਇੱਕ ਦੂਜੇ ਦੇ ਨਾਲ ਪਿਆਰ ਕਿੱਦਾਂ ਰਹਿੰਦੇ ਹਾਂ ਆਪਾਂ ਪਿਆਰ ਨਾਲ। ਇਹਨਾਂ ਬੱਚਿਆਂ ਨੂੰ ਮੈਂ ਕਈ ਵੇਲੇ ਜਿੱਦਾਂ ਕਲਾਸ 'ਚ ਆਪਾਂ ਝਿੜਕ ਮਾਰ ਹੀ ਦਿੰਦੇ ਹਾਂ ਕਿ ਪੁੱਤ ਤੈਨੂੰ ਆ ਸਮਝ ਨਹੀਂ ਲੱਗਦੀ ਜਾਂ ਕਿਵੇਂ ਵੀ, ਹਜੇ ਮੈਂ ਝਿੜਕ ਮਾਰ ਕੇ ਹਟਿਆ ਹੁੰਦਾ 5 ਮਿੰਟਾਂ ਬਾਅਦ ਮੰਨ ਕੇ ਚਲੋ ਕਲਾਸ ਦਾ ਟਾਈਮ ਹੋ ਗਿਆ ਹੈ ਨਾ ਫਿਨਿਸ਼, ਅਤੇ ਉਹੀ ਬੱਚਾ ਮੈਨੂੰ ਜੱਫੀ ਪਾ ਕੇ ਚਲੇ ਜਾਂਦਾ ਸੀ ਯੂ ਹੈ ਨਾ ਨੈਕਸਟ ਵੀਕ। ਮੈਨੂੰ ਐਂ ਲੱਗਦਾ ਕਿ ਯਾਰ ਮੈਂ ਤਾਂ ਹਜੇ ਇਹ ਫੀਲ ਕਰ ਰਿਹਾ ਸੀਗਾ ਕਿ ਮੈਂ ਇਹਨੂੰ ਵਿਚਾਰੇ ਨੂੰ ਐਵੇਂ ਝਿੜਕ ਦਿੱਤਾ ਅਤੇ ਇਹ ਮੈਨੂੰ ਜੱਫੀ ਪਾ ਕੇ ਚੱਲਾ ਹੈ ਨਾ। ਅਤੇ ਉੱਥੋਂ ਸਿੱਖਣ ਨੂੰ ਇਹ ਮੈਨੂੰ ਮਿਲਦਾ ਆਲਵੇਜ਼ ਕਿ ਯਾਰ ਕਿ ਅਸੀਂ ਕਿਹੜੇ ਚੱਕਰਾਂ 'ਚ ਪਏ ਹੋਏ ਹਾਂ, ਕਿ ਕਾਸ਼ ਕਿਤੇ ਅਸੀਂ ਉੱਦਾਂ ਅਸੀਂ ਜ਼ਰੂਰ ਸਾਨੂੰ ਮੈਚਿਓਰ ਹੋਣਾ ਚਾਹੀਦਾ, ਜੋ ਵੀ ਆਪਣੀ ਥਿੰਕਿੰਗ ਆ, ਜੋ ਵੀ ਆਪਣਾ ਹੈ ਨਾ ਇੱਕ ਏਜ ਦਾ ਲੈਵਲ ਆ, ਪਰ ਇੱਕ ਜਿਹੜਾ ਆਹ ਗੁਣ ਸਾਡੇ 'ਚ ਹਮੇਸ਼ਾ ਹੋਣਾ ਚਾਹੀਦਾ। ਮੈਂ ਆਪਣੀ ਗੱਲ ਕਰ ਰਿਹਾ, ਬਾਕੀਆਂ ਦਾ ਮੈਨੂੰ ਨਹੀਂ ਪਤਾ ਕਿੱਦਾਂ ਵੀ ਤੁਹਾਡੀ ਜ਼ਿੰਦਗੀ ਤੁਸੀਂ ਹੈ ਨਾ ਆਪਣੀ ਬਤੀਤ ਕਰ ਰਹੇ ਹੋ। ਮੈਂ ਆਪਣੀ ਬੈਸਟ ਕਰਦਾ ਹੁੰਦਾ ਉਹ ਵਾਲਾ ਗੁਣ ਲੈਣ ਦੇ ਲਈ ਕਿ ਯਾਰ ਕਿ ਭੁੱਲਣਾ ਸਿੱਖੋ। ਜੇ ਕਿਸੇ ਨੇ ਸਾਡੇ ਨਾਲ ਕੋਈ ਵੱਧ ਘੱਟ ਕਰ ਦਿੱਤਾ, ਕੋਈ ਨਹੀਂ, ਸਟਰੈਸ ਹੁੰਦੀ ਹੈ ਕਈ ਵੇਲੇ ਕਿ ਯਾਰ ਮੈਂ ਐਕਸਪੈਕਟ ਨਹੀਂ ਸੀ ਕੀਤਾ ਫਲਾਣੇ ਬੰਦੇ ਤੋਂ, ਉਹਨੇ ਮੈਨੂੰ ਇੱਦਾਂ ਕੀਤਾ, ਪਰ ਮੈਂ ਫਿਰ ਉੱਥੋਂ ਬੱਚਿਆਂ ਤੋਂ ਚੀਜ਼ ਸਿੱਖ ਲੈਣਾ ਵੀ ਤਾਂ ਕੀ ਹੋਇਆ, ਭੁਲਾ ਦਿਓ ਯਾਰ, ਕਿਹੜੀ ਗੱਲ ਹੈ, ਮੇਰਾ ਕੀ ਨੁਕਸਾਨ ਹੋ ਗਿਆ, ਤੰਦਰੁਸਤੀ ਪਰਮਾਤਮਾ ਨੇ ਹਲੇ ਬਖਸ਼ੀ ਆ। ਜੇ ਕਿਸੇ ਕੋਈ $10 ਅੱਗੇ ਪਿੱਛੇ ਵੀ ਹੋ ਗਿਆ, ਕੋਈ ਪੈਸਿਆਂ ਦੀ ਵੀ ਗੱਲ, ਮੈਂ ਵੈਸੇ ਗੱਲ ਕਰਦਾ ਕਈ ਵੇਲੇ ਜਾਂ ਆਪਾਂ ਸਾਨੂੰ ਕੋਈ ਦਿਲੋਂ ਕੋਈ ਠੇਸ ਮਾਰਦਾ ਕਿਸੇ ਵੀ ਤਰੀਕੇ ਦੀ, ਤਾਂ ਮੈਂ ਉੱਥੋਂ ਵੀ ਚੀਜ਼ ਨੂੰ ਇੱਥੋਂ ਸਿੱਖ ਲੈਂਦਾ ਕਿ ਯਾਰ ਆਪਾਂ ਭੁਲਾ ਦਿੰਦੇ ਹਾਂ, ਭੁਲਾਉਣੀ ਚਾਹੀਦੀ ਆ ਸਾਨੂੰ। ਇੱਥੋਂ ਇਹ ਸਿੱਖਦੇ ਹਾਂ ਆਪਾਂ ਕਿ ਬੱਚੇ ਜਿੱਦਾਂ ਮਿੰਟੋ ਮਿੰਟ ਹੀ ਭੁੱਲ ਜਾਂਦੇ ਆ ਕਿ ਯਾਰ ਉਹਨਾਂ ਨੂੰ ਪਹਿਲਾਂ ਹਜੇ ਅਸੀਂ ਝਿੜਕ ਮਾਰ ਕੇ ਹਟੇ ਹਾਂ, ਨਹੀਂ ਤਾਂ ਆਪਾਂ ਜੇ ਮੈਚਿਓਰ ਆ ਆਪਣੀ ਗੱਲ ਕਰ ਲੈਂਦੇ ਹਾਂ ਆਪਾਂ। ਮੰਨ ਕੇ ਚੱਲ ਤੂੰ ਮੈਨੂੰ ਕਿਸੇ ਰੋਹ ਵਜ੍ਹਾ ਨਾਲ ਕੋਈ ਗੱਲ ਕਰਤੀ ਜਾਂ ਉਵੇਂ ਹੀ ਕਹਿ ਤਾ ਹੈ ਨਾ, ਮੈਂ ਦਿਲ 'ਚ ਰੱਖਦਾ ਕਈ ਵੇਲੇ ਬੰਦਾ ਹੁਣ ਵੀ ਯਾਰ ਇਹ ਬੰਦਾ ਮੇਰੇ ਤੋਂ ਫਲਾਣੇ ਟਾਈਮ ਇੱਦਾਂ ਚੌੜਾ ਜਿਹਾ ਹੋ ਕੇ ਲੰਘਿਆ ਤਾਂ ਇਹਨੂੰ ਮੈਂ ਵੇਖ ਲੈਂਦਾ ਫੇਰ ਕਦੇ। ਇਹ ਮੈਂ ਗੁਣ ਇਹ ਸਿੱਖਿਆ ਕਿ ਨਹੀਂ ਆਪਣਾ ਠੀਕ ਹੀ ਰਹੋ ਭਰਾਵੋ ਹੈ ਨਾ, ਐਵੇਂ ਬਿਨਾਂ ਗੱਲੋਂ ਆਕੜ ਕੇ ਤਾਂ ਕੋਈ ਫਾਇਦਾ ਨਹੀਂ ਆ। ਇਹ ਮੈਂ ਇਹ ਗੁਣ ਮੈਂ ਚਾਹੁੰਦਾ ਕਿ ਪਰਮਾਤਮਾ ਜੇ ਮੇਰੇ ਕੋਲ ਹਜੇ ਨਹੀਂ ਵੀ ਹੈਗਾ ਤਾਂ ਮੈਨੂੰ ਜ਼ਰੂਰ ਬਖਸ਼ ਦੇਈਂ, ਪਰ ਮੈਨੂੰ ਲੱਗਦਾ ਕਿ ਮੈਂ ਲੈ ਲਿਆ ਸ਼ਾਇਦ, ਪਰ ਹੈ ਨਾ ਪਰਫੈਕਟ ਨਹੀਂ ਹੁੰਦੇ, ਪਰ ਜੇ ਨਹੀਂ ਵੀ ਹਜੇ ਆਇਆ ਤਾਂ ਮੈਂ ਇਹ ਗੁਣ ਮੈਨੂੰ ਲੱਗਦਾ ਕਿ ਇਹ ਲੈਣਾ ਚਾਹੁੰਦਾ ਮੈਂ ਕਿ ਬੱਚੇ ਜਿੱਦਾਂ ਭੁੱਲ ਜਾਂਦੇ ਆ ਕਿ ਜੇ ਲੜੇ ਆ ਤਾਂ ਜੇ ਸਾਡੇ ਨਾਲ ਨਾਰਾਜ਼ ਹੋਏ ਆ ਤਾਂ ਉਹ 5 ਮਿੰਟਾਂ ਬਾਅਦ ਭੁੱਲ ਜਾਂਦੇ ਕਿ ਕੀ ਹੋਇਆ। ਇੱਦਾਂ ਸਾਨੂੰ ਭੁੱਲ ਜਾਣਾ ਚਾਹੀਦਾ, ਜ਼ਿੰਦਗੀ ਈਜ਼ੀ ਹੋ ਜਾਂਦੀ ਆ। ਜੀ ਭਾਅ ਜੀ, ਕਲਾਸ ਦਾ ਸਟਰਕਚਰ ਕੀ ਰੱਖਦੇ ਹੋ ਤੁਸੀਂ ਨੋਰਮਲੀ? ਮੀਨਸ ਜਦੋਂ ਬੱਚੇ ਆਉਂਦੇ ਆ ਹਾਂਜੀ ਤਾਂ ਕੁਛ ਪ੍ਰੈਕਟਿਸ ਹੈ ਉਹਦੇ 'ਚ, ਕੁਛ ਬੈਠ ਕੇ ਗੱਲਾਂ ਬਾਤਾਂ ਕਰਦੇ ਆ, ਕਿੱਦਾਂ ਤੁਸੀਂ ਆਰਗੇਨਾਈਜ਼ ਇਹਨੂੰ ਕਿੱਦਾਂ ਕਰਦੇ ਆ ਸਟਰਕਚਰ ਵੀ ਜਿਹੜਾ ਤੁਹਾਡੇ ਹਿਸਾਬ ਨਾਲ ਵੀ ਸਿਰਫ ਇੱਕ ਭੰਗੜਾ ਇੱਕ ਪਾਰਟ ਹੈ, ਕਮਿਊਨਿਟੀ ਇੱਕ ਪਾਰਟ, ਉਹਨੂੰ ਤੁਸੀਂ ਆਰਗੇਨਾਈਜ਼ ਕਿੱਦਾਂ ਕਰਦੇ ਆ? ਜੀ ਹੈ ਨਾ, ਭੰਗੜਾ ਤਾਂ ਚਲੋ ਇੱਕ ਨਾਮ ਬਣ ਗਿਆ ਮੇਰੇ ਲਈ ਕਿ ਹਾਂ ਕਿ ਮੇਰੀ ਭੰਗੜੇ ਦੀ ਕਲਾਸ ਹੁੰਦੀ ਆ, ਪਰ ਜਦੋਂ ਬੱਚਾ ਮੇਰੇ ਕੋਲ ਆਉਣ ਲੱਗ ਪੈਂਦਾ ਮੇਰਾ ਕੋਈ ਮੇਨ ਮੋਟਿਵ ਇਹ ਹੀ ਨਹੀਂ ਹੁੰਦਾ ਕਿ ਆਪਾਂ ਇਕੱਲਾ ਭੰਗੜਾ ਹੀ ਕਰੀ ਜਾਣਾ। ਭੰਗੜੇ ਨੋ ਡਾਊਟ ਜਾਂ ਟਾਇਰਡ ਹੋ ਜਾਣਾ, 1 ਘੰਟਾ ਤੁਸੀਂ ਭੰਗੜਾ ਨਹੀਂ ਪਾ ਹੀ ਨਹੀਂ ਸਕਦੇ, ਕੋਈ ਵੀ ਨਹੀਂ ਪਾ ਸਕਦਾ ਹੈ ਨਾ, ਮੈਂ ਖੁਦ ਨਹੀਂ ਪਾ ਸਕਦਾ। ਨੈਚੁਰਲੀ ਗੱਲ ਸਾਨੂੰ ਬ੍ਰੇਕ ਦੀ ਲੋੜ ਹੁੰਦੀ ਆ ਹੈ ਨਾ, ਖਾਸ ਕਰਕੇ ਛੋਟੇ ਬੱਚਿਆਂ ਦੀਆਂ ਕਲਾਸਾਂ ਦੇ ਵਿੱਚ। ਚਲੋ 10-15 ਮਿੰਟ ਲੈਟ ਸੇ ਕਿ ਸਾਡਾ ਗਿਆ ਜਿਹੜਾ ਵੀ ਅਸੀਂ ਟਰੈਕ 'ਤੇ ਵਰਕ ਕਰ ਰਹੇ ਹਾਂ, ਉਸ ਤੋਂ ਬਾਅਦ 2-4 ਮਿੰਟ ਦੀ ਪਾਣੀ ਦੀ ਬ੍ਰੇਕ ਰੱਖ ਲੈਂਦੇ ਹਾਂ, ਅਤੇ ਉਹ ਵੀ ਬੱਚੇ ਨੂੰ ਪੁੱਛ ਲਈਦਾ ਵੀ ਪੁੱਤ ਪਾਣੀ ਪੀਣਾ ਕਿ ਪ੍ਰੈਕਟਿਸ ਕਰਨੀ ਆ। ਜੇ ਤਾਂ ਸਾਰੇ ਕਹਿ ਦੇਣ ਪ੍ਰੈਕਟਿਸ ਕਰਨੀ ਆ ਤਾਂ ਫਿਰ ਖੜੇ ਕਰ ਦਈਦਾ, ਜੇ ਕਹਿਣ ਕਿ ਪਾਣੀ ਪੀਣਾ ਅਤੇ ਬੈਠਣਾ 1 ਮਿੰਟ ਜਾਂ 2 ਮਿੰਟ, ਫਿਰ ਬੈਠ ਜਾਈਦਾ, ਫਿਰ ਗੱਲਾਂ ਮਾਰ ਲਈਦੀਆਂ। ਗੱਲਾਂ ਫਿਰ ਮਤਲਬ ਮੈਂ ਨਹੀਂ, ਮਤਲਬ ਬੱਚਿਆਂ ਨੂੰ ਜ਼ਰੂਰ ਮੈਂ ਬ੍ਰੇਕ ਦਿੰਦਾ ਹੁੰਦਾ। ਬ੍ਰੇਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਆਪਣਾ ਫੋਨ ਫੜਿਆ ਜਾਂ ਮੈਂ ਕਿਤੇ ਪਾਣੀ ਪੀਣ ਵੀ ਚਲਾ ਗਿਆ, ਨਹੀਂ, ਮੈਂ ਉੱਥੇ ਜਦੋਂ ਬੈਠ ਕੇ ਉਹਨਾਂ ਦੇ ਨਾਲ ਹੀ ਬੈਠ ਜਾਈਦਾ, ਕੋਈ ਨਾ ਕੋਈ ਗੱਲ ਛੇੜ ਲਈਦੀ ਆ, ਕੋਈ ਵੀ। ਕੁਛ ਪਲੈਨਡ ਨਹੀਂ ਹੁੰਦਾ ਕਿ ਮੈਂ ਅੱਜ ਬੱਚੇ ਤੋਂ ਇਹ ਪੁੱਛੂੰਗਾ ਜਾਂ ਕੁਛ ਵੀ ਪੁੱਛ ਲੈਣਾ, ਜੋ ਵੀ ਉਸ ਟਾਈਮ ਦਿਮਾਗ 'ਚ ਆਇਆ, ਤਾਂ ਕਿ ਉਹ ਇੱਕ ਸਾਡੀ ਉਹਨਾਂ ਨੂੰ ਲੱਗੇ ਕਿ ਬ੍ਰੇਕ ਆ, ਮੈਨੂੰ ਲੱਗੇ ਕਿ ਨਹੀਂ, ਕਿ ਮੈਂ ਇਹਨਾਂ ਨੂੰ 1 ਸੈਕਿੰਡ ਵੀ ਬ੍ਰੇਕ ਨਹੀਂ ਦਿੱਤੀ। ਬ੍ਰੇਕ ਭੰਗੜੇ ਤੋਂ ਦਿੱਤੀ ਆ, ਪੰਜਾਬੀ ਤੋਂ ਨਹੀਂ ਦਿੱਤੀ। ਬਾਕੀ ਇਹ ਮੈਂ ਨਹੀਂ ਕਹਿਣਾ ਚਾਹੁੰਦਾ, ਇਹ ਪੇਰੈਂਟਸ ਨੂੰ ਪਤਾ ਹੀ ਆ ਕਿ ਮੈਂ ਕਿਹੜੇ ਤਰੀਕੇ ਨਾਲ ਚਲਾਉਣਾ ਕੰਮ ਹੈ ਨਾ, ਉਹਨਾਂ ਨੂੰ ਪਤਾ ਕਿ ਹਾਂ ਕਿ ਬਾਈ ਬ੍ਰੇਕ ਨਹੀਂ ਦਿੰਦਾ, ਭੰਗੜੇ ਤੋਂ ਬ੍ਰੇਕ ਦੇ ਦਿੰਦਾ, ਪਰ ਜੇ 2 ਮਿੰਟ ਬੈਠੇ ਆ ਤਾਂ ਉਹਨਾਂ ਦਾ ਕੁਛ ਨਵਾਂ ਕੰਮ ਨਾਲ ਹੀ ਚੱਲ ਰਿਹਾ ਬੈਠਿਆਂ ਦਾ। ਅਤੇ ਭਾਅ ਜੀ ਇਹਦੇ ਵਿੱਚ ਨਾ ਮੈਂ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ। ਮੈਂ ਚਾਹੁੰਦਾ ਬਾਈ ਅਫਸਰ ਹੋਣੀ, ਬਾਈ ਅਮਨ ਹੋਣੀ ਵੀ ਆਪਣੇ ਇਸ ਸਵਾਲ ਦਾ ਜਵਾਬ ਮੈਨੂੰ ਆਪਣੇ ਹਿਸਾਬ ਨਾਲ ਜਵਾਬ ਦੇਣ, ਕੀ ਜਵਾਬ ਹੋ ਸਕਦਾ। ਸਾਡੇ ਪੋਡਕਾਸਟ ਦਾ ਮਤਲਬ ਇਹੀ ਹੈ ਵੀ ਬੰਦਾ ਖੁੱਲ੍ਹ ਕੇ ਬੋਲੋ ਜੋ ਵੀ ਗੱਲਾਂ ਬਾਤਾਂ ਹੈਗੀਆਂ। ਇੱਕ ਚੀਜ਼ ਮੈਂ ਹਮੇਸ਼ਾ ਮੈਂ ਨੋਟ ਕੀਤੀ ਹੈ, ਇੱਥੇ ਵੀ ਦੇਖੀਏ, ਜਦੋਂ ਬੱਚੇ ਨਾ 5ਵੀਂ 7ਵੀਂ 'ਚ ਹੁੰਦੇ ਆ ਜਵਾਕ ਕਰਕੇ, ਆਪਣੇ ਇੰਡੀਆ 'ਚ ਇਹ ਹੁੰਦਾ ਵੀ ਜੇ ਸਪੋਜ਼ ਵੀ
20 ਕਿਲੋ ਦਾ ਜਵਾਕ ਹੈਗਾ ਫੋਰ ਐਗਜ਼ਾਮਪਲ, ਉਹਨੇ 10 ਕਿਲੋ ਦਾ ਬੈਗ ਪਾਇਆ ਹੁੰਦਾ ਮੋਢੇ ਤੇ ਜੀ ਇੰਡੀਆ ਦੇ ਵਿੱਚ, ਹਾਂਜੀ ਤੇ ਉਹਨੇ ਸਕੂਲ ਤੋਂ ਮੁੜ ਕੇ ਆਉਣਾ, ਉਹਨੇ ਕਹਿਣਾ ਜੀ ਮੈਂ ਹੋਮਵਰਕ ਕਰਨਾ, ਮੈਂ ਫਲਾਣਾ ਕਰਨਾ, ਉਹਨੇ 3-4 ਘੰਟੇ ਟਿਊਸ਼ਨ ਤੇ ਚਲੇ ਜਾਣਾ, ਜਿਹੜਾ ਇੰਡੀਆ 'ਚ ਸਿਸਟਮ ਹੁੰਦਾ। ਤੇ ਇੱਥੇ ਵਾਲੀ ਚੀਜ਼ ਹੁਣ ਜਦੋਂ ਦੇਖਦੇ ਹਾਂ, ਜਦੋਂ ਕਿਉਂਕਿ ਮੈਨੂੰ ਲੱਗਦਾ 4 ਹਫ਼ਤੇ 4-5 ਦਿਨ ਤੱਕ ਕਲਾਸਾਂ ਹੋਣਗੀਆਂ, ਜੀ ਜੀ, ਤੇ ਇਹ ਚੀਜ਼ ਮਤਲਬ ਕਿੰਨੀ ਵਧੀਆ ਗੱਲ ਹੈ ਵੀ ਜੇ ਬੱਚੇ ਸਕੂਲ ਜਾ ਰਹੇ ਨੇ ਤਾਂ ਸ਼ਾਮ ਨੂੰ ਉਹਨਾਂ ਕੋਲ ਉਹ ਕਾਪੀਆਂ ਭਰਨੇ ਵਾਲਾ ਕੰਮ ਕੋਈ ਹੈ ਨਹੀਂ ਗਾ, ਅਤੇ ਆਪਣੀ ਇੰਜੋਏਮੈਂਟ ਜਾਂ ਆਪਣੀ ਹੋਬੀ ਵਾਸਤੇ ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਸ਼ੌਂਕ ਦੇ ਵਿੱਚ ਪੇਰੈਂਟਸ ਨੇ ਪਾਇਆ ਹੋਇਆ, ਚਾਹੇ ਉਹ ਭੰਗੜਾ ਹੋਵੇ ਚਾਹੇ ਕੋਈ ਹੋਰ ਹੋਵੇ। ਇਹ ਕਿੰਨੀ ਵਧੀਆ ਜਿਹੜੀ ਚੀਜ਼ ਆ ਜਿਹੜੀ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਬਾਰੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਜਾਂ ਇਹ ਕਿਵੇਂ ਜੇ ਹੈਗਾ ਕੰਮ ਜਾ ਕਰਕੇ ਥੋੜਾ ਜਿਹਾ ਇਹਦੇ ਬਾਰੇ ਵੀ? ਇਹ ਤਾਂ ਤੁਸੀਂ ਰਲ ਮਿਲ ਕੇ ਦੇਖ ਲਓ ਕਿ ਜੇ ਤੁਹਾਡਾ ਕੀ ਸੁਝਾਅ ਆ, ਹੈ ਨਾ। ਮੇਰਾ ਭਾਜੀ ਮੇਰਾ ਪਰਸਨਲ ਮੇਰਾ ਕਾਲਜ ਲੈਵਲ 'ਤੇ ਐਕਸਪੀਰੀਅੰਸ ਹੈ ਇਹਦੇ 'ਚ ਟੀਚਿੰਗ 'ਚ, ਅਤੇ ਮੈਂ ਜੀ ਜੋ ਕਾਲਜ ਲੈਵਲ 'ਤੇ ਵੋਕੇਸ਼ਨਲ ਲੈਵਲ 'ਤੇ ਨੋਟ ਕਰਿਆ, ਰਾਦਰ ਦੈਨ ਇੱਥੇ ਸਿਰਫ ਤੁਹਾਨੂੰ ਯਾਦ ਕਰਾਇਆ ਜਾਂਦਾ ਹੈ ਕੁਛ ਚੀਜ਼ਾਂ, ਜਿੱਦਾਂ ਬੇਸਿਕ ਚੀਜ਼ਾਂ ਹੈ ਵੀ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ, ਉਹ ਯਾਦ ਕਰਾਈਆਂ ਜਾਂਦੀਆਂ। ਬਾਕੀ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਵੀ ਜੋ ਤੁਹਾਨੂੰ ਸਿਖਾਤਾ ਹੁਣ ਉਹਨੂੰ ਅਪਲਾਈ ਕਰਕੇ ਦਿਖਾਓ। ਮੰਨ ਲਓ ਜਿੱਦਾਂ ਆਹ ਬਹੁਤ ਖਾਸ ਚੀਜ਼ ਹੈ, ਬਹੁਤ ਖਾਸ ਚੀਜ਼ ਹੈ ਜੀ, ਵੀ ਬੱਚੇ ਨੂੰ ਇੱਕ ਟੌਪਿਕ ਦੇ ਦੇਣਾ, ਤੁਸੀਂ ਕਲਾਸ 'ਚ ਟਾਈਮ ਲੈਣਾ, ਤੁਸੀਂ ਲਾਇਬ੍ਰੇਰੀ 'ਚ ਜਾਣਾ, ਜਾਂ ਤੁਸੀਂ ਆਪਣਾ ਇੰਟਰਨੈਟ ਸਰਚ ਕਰਨੀ ਹੈ, ਇੱਕ ਟੌਪਿਕ ਹੈ ਇਹਦੇ ਬਾਰੇ ਤੁਸੀਂ ਪ੍ਰੈਜ਼ੈਂਟ ਕਰਨਾ, ਜੋ ਵੀ ਤੁਸੀਂ ਪ੍ਰੈਜ਼ੈਂਟੇਸ਼ਨ ਦੇਣੀ ਹੈ, ਅਤੇ ਉਹਦੇ ਬਾਰੇ ਰਿਸਰਚ ਕਰਕੇ ਆਓ। ਔਰ ਆਪਣੀ ਲੈਂਗੁਏਜ 'ਚ ਲਿਖੋ, ਜੋ ਤੁਸੀਂ ਆਪ, ਕੁਛ ਵੀ ਹੋ ਸਕਦਾ, ਕੋਈ ਐਨੀਮਲ ਹੋ ਸਕਦਾ, ਕੋਈ ਪਰਸਨੈਲਿਟੀ ਹੋ ਸਕਦੀ ਹੈ। ਉਹਦਾ ਮੇਨ ਪਰਪਸ ਜੋ ਮੈਨੂੰ ਲੱਗਿਆ ਵੀ ਬੈਸਟ ਚੀਜ਼ ਉਹਦੀ ਇਹ ਹੈ, ਬੰਦੇ ਨੂੰ ਆਦਤ ਪੈਂਦੀ ਹੈ ਬੱਚੇ ਨੂੰ ਰਿਸਰਚ ਕਰਨ ਦੀ ਰਾਦਰ ਦੈਨ ਰੱਟਾ। ਪੰਜਾਬੀ 'ਚ ਤਾਂ ਰੱਟਾ ਕਹਿੰਦੇ ਆਪਾਂ ਉਸ ਚੀਜ਼ ਨੂੰ, ਕਿ ਜੇ ਕੰਪੈਰੀਜ਼ਨ ਕੀਤਾ ਜਾਵੇ ਉੱਥੇ ਆਪਾਂ ਨੂੰ ਰੱਟਾ ਜ਼ਿਆਦਾ ਲਗਵਾਇਆ ਜਾਂਦਾ, ਕਿਸੇ ਵੀ ਚੀਜ਼ ਦਾ ਰਟਾਈ ਜਾਂਦੇ ਆ ਬੈਕ ਟੂ ਬੈਕ। ਜੇ ਮੈਨੂੰ ਨਹੀਂ ਪਤਾ ਤਾਂ ਉਹ ਕੌਣ ਬੰਦੇ ਆ ਜਿਹੜੇ ਮੈਨੂੰ ਦੱਸ ਸਕਦੇ ਆ ਇਹ ਟੌਪਿਕ ਬਾਰੇ। ਜਦੋਂ ਉਹ ਚੀਜ਼ ਆ ਗਈ, ਉਹੀ ਆਈ ਥਿੰਕ ਜਾ ਕੇ ਕੋਈ ਵੀ ਜ਼ਿੰਦਗੀ 'ਚ ਫੀਲਡ ਹੈ, ਜਦੋਂ ਰਿਸਰਚ ਦੀ ਹੈਬਿਟ ਬਣ ਗਈ, ਕਿਸੇ ਵੀ ਫੀਲਡ 'ਚ ਚਲੇ ਜਾਓ, ਹਰ ਫੀਲਡ 'ਚ ਰਿਸਰਚ ਹੈ। ਬਿਲਕੁਲ ਮੇਰੇ ਹਿਸਾਬ ਨਾਲ ਉਹ ਇੱਕ ਬਹੁਤ ਵਧੀਆ ਚੀਜ਼ ਆ। ਅਤੇ ਜਿੱਦਾਂ ਇਹਨੇ ਕਿਹਾ ਕਿ ਪੇਰੈਂਟਸ ਨੂੰ ਪਤਾ ਕਿ ਉਹਨਾਂ ਦੇ ਬੱਚਿਆਂ ਕੋਲ ਹੋਮਵਰਕ ਘੱਟ ਆ, ਕਿ ਸਕੂਲ ਸਟਰੈਸ ਘੱਟ ਦੇ ਰਿਹਾ, ਪਰ ਪੇਰੈਂਟਸ ਚਾਹੁੰਦੇ ਆ ਕਿ ਬੱਚੇ ਨੂੰ ਬਿਜ਼ੀ ਰੱਖੀਏ ਕਿਸੇ ਨਾ ਕਿਸੇ ਤਰੀਕੇ। ਸੋ ਉਹਦੇ ਲਈ ਉਹ ਮੈਨੂੰ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਆ, ਉਹਦੇ ਲਈ ਐਕਟੀਵਿਟੀਜ਼ ਫਾਈਂਡ ਆਊਟ ਕਰਦੇ ਆ। ਉਹ ਥੋੜ੍ਹਾ ਚਿਰ ਭੰਗੜਾ ਕਰਾਤਾ, ਥੋੜ੍ਹਾ ਚਿਰ ਪੰਜਾਬੀ ਕਲਾਸਾਂ 'ਚ ਭੇਜਤਾ, ਸਵਿਮਿੰਗ 'ਚ ਭੇਜ ਦਿੱਤਾ, ਮਿਊਜ਼ਿਕ 'ਚ ਭੇਜਤਾ ਬੱਚੇ ਨੂੰ, ਨੈੱਟਬਾਲ, ਵਾਲੀਬਾਲ, ਹੈ ਨਾ, ਅਤੇ ਹੋਰ ਰੱਬ ਤੇਰਾ ਭਲਾ ਕਰੇ ਜਿੰਨੀਆਂ ਵੀ ਹੋਰ ਐਕਟੀਵਿਟੀਜ਼ ਹੋ ਸਕਦੀਆਂ ਨੇ। ਈਵਨ ਟਿਊਸ਼ਨ ਵੀ ਰਖਵਾ ਲੈਂਦੇ ਆ, ਹੈਗੀਆਂ ਨੇ ਟਿਊਸ਼ਨ ਦੀ ਵੀ ਇੱਥੇ, ਹੈ ਨਾ। ਮੈਨੂੰ ਬਹੁਤਾ ਜ਼ਿਆਦਾ ਤਾਂ ਪਤਾ ਨਹੀਂ ਗਾ, ਕਿਉਂਕਿ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਤਾਂ ਇਹਦਾ ਵਿੱਚ ਹੈ ਨਹੀਂ ਗਾ, ਹੈ ਨਾ। ਪਰ ਹਾਂ, ਐਕਟੀਵਿਟੀਜ਼ ਦੇ ਵਿੱਚ ਬੱਚੇ ਨੂੰ ਪਾ ਰਹੇ ਆ, ਅਤੇ ਨਾਲ ਜੇ ਬੱਚੇ ਦਾ ਜਿਹਦੇ ਵਿੱਚ ਦਿਲ ਆ ਉਹ ਜ਼ਿਆਦਾ ਖੁੱਲ੍ਹ ਜਾਂਦਾ। ਫੁੱਟਬਾਲ ਖੇਡਦੇ ਆ ਬੱਚੇ, ਕ੍ਰਿਕਟ ਖੇਡਦੇ ਆ। ਸੋ ਸਾਡੇ ਕੀ, ਆਪਾਂ ਹੋਮਵਰਕ 'ਚ ਹੀ ਰੁੱਝੇ ਰਹਿੰਦੇ ਹਾਂ। ਉਹੀ ਚੀਜ਼ ਮੈਂ ਇੰਡੀਆ ਦੇ ਹਿਸਾਬ ਨਾਲ ਗੱਲ ਕਰਦਾ, ਪਹਿਲਾਂ ਤਾਂ 7-8 ਘੰਟੇ ਲਾ ਜਾਂਦੇ ਸਕੂਲੇ, ਪਿਛਲੇ 3-4 ਘੰਟੇ ਟਿਊਸ਼ਨ 'ਚ ਲੱਗ ਗਏ, ਭਾਵੇਂ 2 ਘੰਟੇ ਹੀ ਲੱਗੇ, ਅਤੇ ਛੱਡਣ 'ਚ ਲੈ ਕੇ ਆਉਣ ਦੇ ਵਿੱਚ ਉਹ ਸਾਰਾ ਉਹਦੇ ਨਾਲ ਹੀ ਰਿਲੇਟਡ ਰਹਿ ਗਿਆ। ਇੱਥੇ ਵਾਲਾ ਜਿਹੜਾ ਮੈਨੂੰ ਲੱਗਦਾ ਕਿ ਵਧੀਆ ਕੰਮ ਆ, ਸਕੂਲ ਵੀ ਜਾਏ ਬੱਚੇ, ਅਤੇ ਮਾੜਾ ਮੋਟਾ ਐਕਟੀਵਿਟੀ 'ਚ ਵੀ ਚਲੇ ਗਏ। ਬਾਕੀ ਭਰਾਵੋ ਪੇਰੈਂਟਸ ਜ਼ਿਆਦਾ ਜਾਣਦੇ ਆ, ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿ ਉਹ ਪਤਾ ਨਹੀਂ ਤੰਗ ਹੋ ਕੇ, ਪਤਾ ਨਹੀਂ ਉਹ ਵੀ ਤੰਗ ਹੀ ਹੋਣਗੇ ਸਕੂਲਾਂ ਤੋਂ, ਵੀ ਯਾਰ ਇਹ ਤਾਂ ਦਿੰਦੇ ਹੀ ਕੱਖ ਨਹੀਂ। ਇਹ ਪੇਰੈਂਟਸ ਜ਼ਿਆਦਾ ਦੱਸ ਸਕਦੇ, ਜਿਨ੍ਹਾਂ ਦੇ ਬੱਚੇ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਹੋ ਸਕਦਾ, ਉਹ ਦੱਸਣਗੇ ਆਪਾਂ ਨੂੰ ਕਿ ਬਈ ਇਸ ਗੱਲੋਂ ਅਸੀਂ ਤੰਗ ਹਾਂ ਜਾਂ ਅਸੀਂ ਇਸ ਗੱਲੋਂ ਖੁਸ਼ ਹਾਂ। ਇਹ ਪੇਰੈਂਟਸ ਜ਼ਿਆਦਾ ਦੱਸਣਗੇ। ਆਪਣੀ ਐਕਸਪੈਕਟੇਸ਼ਨ ਹੋਰ ਹੈ ਨਾ ਭਾਜੀ, ਆਪਣੀ ਐਕਸਪੈਕਟੇਸ਼ਨ ਹੈ ਭਰਿਆ ਹੋਇਆ ਬੈਗ ਕਿਤਾਬਾਂ ਦਾ, ਸਾਰੀਆਂ ਕਾਲੀਆਂ ਇੱਕ ਵਾਰ ਹੋ ਲਈਆਂ। ਤੁਸੀਂ ਤਾਂ ਆਪਾਂ ਮਾੜਾ ਮੋਟਾ ਆਪਣੀ ਵਿਚਾਰਧਾਰਾ ਦੇ ਸਕਦੇ ਹਾਂ। ਮੇਰੀ ਵਿਚਾਰਧਾਰਾ ਦੇ ਹਿਸਾਬ ਨਾਲ ਤਾਂ ਇੰਨਾ ਕੁ ਲੱਗਦਾ ਕਿ ਚਲੋ ਇੱਕ ਗੱਲ ਚੰਗੀ ਵੀ ਆ ਕਿ ਹੋਮਵਰਕ ਦਾ ਹੱਦੋਂ ਜ਼ਿਆਦਾ ਸਟਰੈਸ ਨਹੀਂ ਹੈਗਾ ਸ਼ਾਇਦ ਸਕੂਲਾਂ ਦੇ ਵਿੱਚ, ਇਸ ਕਰਕੇ ਉਹ ਐਕਟੀਵਿਟੀਜ਼ 'ਚ ਬੱਚੇ ਨੂੰ ਪਾ ਦਿੰਦੇ ਆ, ਅਤੇ ਸਾਡੇ ਵਰਗੇ ਦੀ ਵੀ ਰੋਟੀ ਭਰਾਵੋ ਚੱਲ ਪੈਂਦੀ ਆ ਉਹਦੇ ਨਾਲ। ਸਿੱਧੀ ਗੱਲ ਆ, ਹੈ ਨਾ, ਠੀਕ ਹੈ ਨਾ, ਹੈ ਨਾ। ਭਾਵੇਂ ਸਵੀਮਿੰਗ ਦੀਆਂ ਕਲਾਸਾਂ ਜਾਂਦੇ ਆ, ਫੁੱਟਬਾਲ, ਕ੍ਰਿਕਟ, ਪੰਜਾਬੀ ਕਲਾਸਿਸ, ਹੋਰ ਕਿੰਨਾ ਕੁਛ ਆ ਯਾਰ, ਯੂ ਜਸਟ ਨੇਮ ਇਟ, ਹੈ ਨਾ। ਸਹੀ ਗੱਲ। ਇਹ ਤਾਂ ਹੋ ਗਈ ਭਾਈ ਬੱਚਿਆਂ ਦੀ ਗੱਲ ਜੀ। ਅਤੇ ਜੇ ਹੁਣ ਆਪਾਂ ਇੱਕ ਕੁਐਸਚਨ ਤੁਹਾਡੇ ਰਿਲੇਟਡ, ਤੁਹਾਡੀ ਪਰਸਨਲ ਲਾਈਫ ਦੇ ਰਿਲੇਟਡ ਕਰੀਏ, ਤੁਸੀਂ ਭੰਗੜਾ ਕਦੋਂ, ਕਿੱਥੇ ਅਤੇ ਕਿਵੇਂ ਸਟਾਰਟ ਕੀਤਾ, ਅਤੇ ਕਿੱਥੇ ਤੱਕ ਭੰਗੜੇ ਦੇ ਵਿੱਚ ਤੁਸੀਂ ਪਹੁੰਚੇ? ਅੱਛਾ, ਮੈਂ ਤਾਂ ਭੰਗੜੇ ਦਾ ਤਾਂ ਇੱਦਾਂ ਸੀਗਾ ਕਿ
ਹਰੇਕ ਬੱਚਾ ਛੋਟੇ ਹੁੰਦੇ ਆ ਸੇਮ ਹੀ ਮੈਨੂੰ ਲੱਗਦਾ ਇਹ ਕੁਐਸਚਨ ਦਾ ਆਨਸਰ ਹੁੰਦਾ ਕਿ ਮੈਨੂੰ ਛੋਟੇ ਹੁੰਦੇ ਤੋਂ ਹੀ ਸ਼ੌਂਕ ਸੀ। ਜੀ ਹਾਂਜੀ ਹੈ ਨਾ, ਨੈਚੁਰਲੀ ਗੱਲ ਛੋਟੇ ਹੁੰਦਿਆਂ ਨੂੰ ਸ਼ੌਂਕ ਹੋਊਗਾ। ਆਪਾਂ ਦੂਜੀ ਤੀਜੀ ਚੌਥੀ ਕਲਾਸ ਦੇ ਵਿੱਚ ਉਹ ਕੀ ਹੁੰਦੀਆਂ ਸੀ, ਬਾਲ ਸਭਾ ਲੱਗਦੀਆਂ ਹੁੰਦੀਆਂ ਸੀ, ਹੈ ਨਾ, ਅਤੇ ਯੈਸ ਉਹਨਾਂ ਦੇ ਵਿੱਚ ਪਾਰਟੀਸਪੇਟ ਕਰ ਲੈਣਾ, ਕੋਈ ਸਿੱਖੇ ਬਿਨਾਂ ਨਹੀਂ, ਐਵੇਂ ਹੀ ਜਿੱਦਾਂ ਲੱਲੇ ਭੱਬੇ ਜਿਹੇ ਮਾਰ ਦੇਣੇ ਆਪਣੇ, ਹੈ ਨਾ, ਅਤੇ ਤਾੜੀਆਂ ਵੱਜ ਜਾਣੀਆਂ, ਕਿਆ ਬਾਤ ਹੈ ਕਿਆ ਬਾਤ ਹੈ, ਸਾਡਿਆਂ ਨੂੰ ਲੱਗਣਾ ਪਤਾ ਨਹੀਂ ਅਸੀਂ ਕੀ ਕਰ ਦਿੱਤਾ, ਹੈ ਨਾ। ਚਲੋ ਕਰਦਿਆਂ ਕਰਾਉਂਦਿਆਂ 8ਵੀਂ ਕਲਾਸ ਤੱਕ ਤਾਂ ਇੱਦਾਂ ਹੀ ਰਿਹਾ ਜੀ, ਬਿਨਾਂ ਸਿੱਖੇ ਤੋਂ ਜੀ, ਹੈ ਨਾ। ਜੋ ਉਸ ਟਾਈਮ ਉਹ ਲਸ਼ਕਾਰੇ ਦੇ ਵਿੱਚ ਜਿਹੜੇ ਵੀ ਗਾਣੇ ਆਉਂਦੇ ਸੀਗੇ, ਮੈਂ ਗੱਲ ਕਰਦਾ 1997-98 ਦੀ ਗੱਲ ਕਰਦਾ ਮੈਂ, ਅਤੇ ਫਿਰ ਉਹ 1999 ਦੇ ਵਿੱਚ ਮੈਂ ਆਦਰਸ਼ ਬਾਲ ਵਿਦਿਆਲਿਆ, ਮੈਂ ਨਵਾਂ ਸ਼ਹਿਰ ਤੋਂ, ਮੈਂ ਦੁਆਬਾ ਏਰੀਏ ਤੋਂ ਬਿਲੋਂਗ ਕਰਦਾ, ਅਤੇ ਉੱਥੇ ਐਡਮਿਸ਼ਨ ਲਈ, ਹੈ ਨਾ। ਮੈਂ ਇੱਕ ਉਹੋ ਜਿਹਾ ਬੱਚਾ ਸੀਗਾ, ਇੱਕ ਰਿਜ਼ਰਵ ਜਿਹੀ ਨੇਚਰ ਵਾਲਾ ਸੀਗਾ, ਹੈ ਨਾ, ਬੜਾ ਸੰਗਦਾ ਅਤੇ ਡਰਦਾ ਜਿਹਾ, ਡਰਪੋਕ ਜਿਹਾ, ਬੱਚੇ ਨਹੀਂ ਹੁੰਦੇ ਡਰਪੋਕ ਜਿਹਾ, ਮੈਂ ਉੱਦਾਂ ਦਾ ਬੰਦਾ ਸੀਗਾ ਇੱਕ ਉਸ ਬੱਚਾ, ਸੌਰੀ। ਅਤੇ ਸਭ ਤੋਂ ਵੱਡੀ ਗੱਲ ਡਰਪੋਕ ਪੁਣੇ ਦੀ ਮੇਰੀ ਇੱਕ ਇਹ ਸੀ, ਮੇਰੀ ਨਾ ਹਾਈਟ ਘੱਟ ਸੀ ਜੀ ਬਾਕੀ ਬੱਚਿਆਂ ਨਾਲੋਂ। ਜੇ ਤੁਸੀਂ ਵੀ ਇਹ ਚੀਜ਼ਾਂ ਵੇਖੀਆਂ ਹੋਣੀਆਂ, ਜਦੋਂ ਜਿਹੜੇ ਬੱਚਿਆਂ ਦੀ ਹਾਈਟ ਘੱਟ ਹੁੰਦੀ ਹੈ ਅਤੇ ਉਹਦੀ ਕਲਾਸ ਦੇ ਵਿੱਚ ਬਾਕੀ ਬੱਚੇ ਵੱਡੇ ਹੋਣ, ਹੈ ਨਾ, ਉਹੀ ਡਰਿਆ ਡਰਿਆ ਮਹਿਸੂਸ ਕਰਦਾ, ਅਤੇ ਉੱਪਰੋਂ ਜੇ 2-4 ਉਹਨੂੰ ਰੋਜ਼ ਛੇੜਨ ਵਾਲੇ ਮਿਲ ਜਾਣ ਨਾਲ ਦੇ, ਉਹ ਕਹਿਣ ਕਿ ਅਸੀਂ ਤੇਰੇ ਯਾਰ ਹਾਂ, ਉਹ ਪਰ ਹਰ ਵੇਲੇ ਤੁਹਾਡਾ ਕੁਛ ਛੇੜ ਕੇ ਹੀ ਤੁਹਾਨੂੰ ਕਹਿਣ, ਹੈ ਨਾ। ਓਨੈਸਟਲੀ ਜੇ ਮੈਨੂੰ ਯਾਦ ਹੁੰਦਾ ਮੇਰਾ ਕੀ ਨਾਮ, ਮੈਨੂੰ ਕੀ ਕਹਿੰਦੇ ਸੀ, ਤਾਂ ਮੈਂ ਦੱਸਣ 'ਚ ਗੁਰੇਜ਼ ਨਹੀਂ ਸੀ ਕਰਨਾ, ਮੈਂ ਦੱਸ ਦੇਣਾ। ਮੈਨੂੰ ਹੁਣ ਭੁੱਲ ਗਿਆ ਕਿ ਕੀ ਕਹਿੰਦੇ ਹੁੰਦੇ ਸੀ, ਪਰ ਮੈਨੂੰ ਇੰਨਾ ਕੁ ਪਤਾ ਕਿ ਮੈਨੂੰ ਛੇੜਦੇ ਹੁੰਦੇ ਸੀਗੇ ਕਿ ਜਦੋਂ ਛੋਟਾ ਕੱਦ ਹੁੰਦਾ ਬੱਚੇ ਦਾ ਨਾ, ਤਾਂ ਮੈਂ ਡਰਪੋਕ ਜਿਹਾ ਹੀ ਹੁੰਦਾ ਸੀ ਜੀ, ਠੀਕ ਆ ਜੀ। ਅਤੇ ਰਹੀ ਗੱਲ ਹੁਣ ਭੰਗੜੇ ਨਾਲ ਰਿਲੇਟਡ, 9th ਕਲਾਸ ਦੇ ਵਿੱਚ ਇੱਕ ਤਾਂ ਮੇਰਾ ਸਕੂਲ ਨਵਾਂ, ਹੈ ਨਾ, 8ਵੀਂ ਕਲਾਸ ਜਿੱਥੇ ਮੈਂ ਕੀਤੀ ਸਾਰੀ ਸ਼ੁਰੂ ਤੋਂ ਲੈ ਕੇ LKG ਕਹਿੰਦੇ ਹੁੰਦੇ ਸੀਗੇ, ਹੈ ਨਾ, ਹੁਣ ਵੀ ਪਤਾ ਨਹੀਂ ਕਹਿੰਦੇ ਹੋਣਗੇ ਕਿ ਨਹੀਂ, ਕੀ ਕਹਿੰਦੇ ਅੱਜ ਕੱਲ੍ਹ, LKG ਤੋਂ ਲੈ ਕੇ 8ਵੀਂ ਕਲਾਸ ਤੱਕ ਇੱਕੋ ਹੀ ਸਕੂਲ 'ਚ ਰਿਹਾ ਮੈਂ, ਹੈ ਨਾ। ਲੰਗੜੋਆ ਮੇਰੇ ਲਾਗੇ ਪਿੰਡ ਆ, ਜੈ ਸੰਧੂ ਪਬਲਿਕ ਸਕੂਲ, ਉੱਥੇ, ਹੈ ਨਾ। ਉਸ ਤੋਂ ਬਾਅਦ 9ਵੀਂ ਕਲਾਸ ਦੇ ਵਿੱਚ 1999 ਦੇ ਵਿੱਚ ਮੈਂ ਚਲਾ ਗਿਆ ਆਦਰਸ਼ ਬਾਲ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਨਵੇਂ ਸ਼ਹਿਰ ਦੇ ਵਿੱਚ, ਹਿੰਦੀ ਮੀਡੀਅਮ, ਅਤੇ ਹਿੰਦੀ ਅਤੇ ਇੰਗਲਿਸ਼ 2 ਮੀਡੀਅਮ ਸੀ ਉੱਥੇ। ਅਤੇ ਪਹਿਲਾਂ ਮੈਂ ਪੜ੍ਹਿਆ ਸੀਗਾ ਨੋਰਮਲ ਪੰਜਾਬੀ ਮੀਡੀਅਮ ਦੇ ਵਿੱਚ, ਇੱਕ ਤਾਂ ਜਾ ਕੇ ਉੱਥੇ ਹਮਕੋ ਤੁਮਕੋ ਕਰਨੀ ਪੈ ਗਈ ਕਲਾਸ ਦੇ ਵਿੱਚ, ਹੈ ਨਾ, ਔਖਾ ਸੀਗਾ ਯਾਰ ਕੰਮ, ਹੈ ਨਾ। ਅਤੇ ਉੱਪਰੋਂ ਡਰਪੋਕ ਪਹਿਲਾਂ ਹੀ ਸ਼ੁਰੂ ਤੋਂ ਹੀ ਮੇਰਾ ਸੀਗਾ ਚੱਕਰ ਕਿ ਮੈਂ ਹਾਈਟ ਕਈ ਵੇਲੇ ਬੱਚਿਆਂ ਦੀ, ਜਿੱਦਾਂ ਮੈਂ ਸੇਮ ਚੀਜ਼ ਕਹੀ ਆ, ਹੈ ਨਾ, ਹਾਈਟ ਘੱਟ ਸੀਗੀ ਨੋਰਮਲ ਬੱਚਿਆਂ ਨਾਲੋਂ। ਜੀ ਜੀ ਜੀ। ਅਤੇ ਭਰਾਵਾ ਪਹੁੰਚ ਗਏ, ਕਰ ਲਿਆ ਜੋ ਵੀ ਸੀ, 5-6 ਮਹੀਨੇ ਲਾਏ ਉਸ ਸਕੂਲ ਦੇ ਵਿੱਚ, ਮਤਲਬ ਰੋਣ ਹਾਕਾ ਜਿਹਾ ਹੀ ਰਹਿਣਾ ਆਲਵੇਜ਼, ਘਰੇ ਆ ਕੇ ਦੱਸਣਾ ਨਹੀਂ ਜੀ, ਕਿਉਂਕਿ ਬੱਚੇ ਨਹੀਂ ਦੱਸਦੇ ਨਹੀਂ ਹੁੰਦੇ, ਕਈ ਬਹੁਤ ਹੁੰਦਾ ਕਿ ਬੱਚੇ ਦੱਸਦੇ ਨਹੀਂ ਹੁੰਦੇ, ਮੈਂ ਵੀ ਆਮ ਵਨ ਆਫ ਦੋਜ਼ ਕਿ ਮੈਂ ਦੱਸਾਂ। ਮੇਰੇ ਪੇਰੈਂਟਸ ਨੂੰ ਵੀ ਨਹੀਂ ਪਤਾ ਹੋਊਗਾ ਇਸ ਚੀਜ਼ ਦਾ ਕਿ ਜੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇਖਿਆ। ਅਤੇ 5-6 ਮਹੀਨੇ ਹੀ ਲੰਘ ਗਏ, ਅਤੇ ਇੱਕ ਨਾ ਫਿਰ 6 ਮਹੀਨਿਆਂ ਬਾਅਦ ਉੱਥੇ ਪਹਿਲੀ ਵਾਰੀ ਉਸ ਸਕੂਲ ਨੇ ਕੋਈ ਟੀਚਾ ਜਿਹਾ ਮਿੱਥਿਆ ਕਿ ਯਾਰ ਭੰਗੜੇ ਦੀ ਟੀਮ ਬਣਾਉਂਦੇ ਆ ਜੀ। ਸੋ ਜਿੱਥੋਂ ਮੈਨੂੰ ਸਟਾਰਟਿੰਗ ਹੋਈ, ਹਾਂ, ਉਸ ਸਕੂਲ ਦੀ ਵੀ ਕੋਈ ਟੀਮ ਨਹੀਂ ਸੀ। ਮੈਂ ਮਤਲਬ ਚਲੋ ਮੈਨੂੰ ਐਡੀ ਤਾਂ ਉਸ ਸਕੂਲ ਦੀ ਹਿਸਟਰੀ ਦਾ ਤਾਂ ਪਤਾ ਨਹੀਂ ਆ, ਮੈਂ ਰੋਂਗ ਵੀ ਹੋ ਸਕਦਾ, ਪਰ ਜਿੱਥੋਂ ਤੱਕ ਮੈਨੂੰ ਉਦੋਂ ਤੱਕ ਯਾਦ ਆ, ਜੇ ਹੋਈ ਵੀ ਤਾਂ ਉਹ ਸਟੇਟ ਲੈਵਲ ਤੱਕ ਨਹੀਂ ਗਈ ਹੋਗੀ, ਇਹ ਮੈਂ ਕੁਆਇਟ ਸ਼ੋਰ ਆ ਕਿ ਅਸੀਂ ਪਹਿਲੇ ਹੀ ਸੀਗੇ ਜਿਹੜੇ ਅਸੀਂ ਗਏ ਸੀ। ਲੈ ਬਈ ਉਹ ਆਪਣੇ 6 ਮਹੀਨਿਆਂ ਬਾਅਦ ਉੱਥੇ ਅਨਾਊਂਸ ਹੋ ਗਿਆ ਕਿ ਬਈ ਜਿਹਨੇ ਭੰਗੜਾ ਜੁਆਇਨ ਕਰਨਾ ਤੇ ਆ ਜਾਓ। ਆਉਂਦਾ ਤਾਂ ਹੈ ਨਹੀਂ ਸੀ ਆਪਾਂ ਨੂੰ। ਚਲੋ ਸਕੂਲ 'ਚ ਵਾਹਵਾ ਵੱਡਾ ਸਕੂਲ ਸੀਗਾ, ਉਹ ਕਾਫੀ ਸਟੂਡੈਂਟ ਸੀਗੇ, ਅਤੇ ਉਹਨਾਂ 'ਚੋਂ ਅਸੀਂ ਜਿੰਨੇ ਕੁ ਵੀ ਉਹ ਆਡੀਸ਼ਨ ਜੀ ਰੱਖਿਆ ਜੀ ਉਹਨਾਂ ਨੇ, ਹੈਂ। ਪਹਿਲਾਂ ਤਾਂ ਆਡੀਸ਼ਨ ਦਾ ਨਾਮ ਸੁਣ ਕੇ ਡਰ ਗਿਆ ਵੀ ਪਤਾ ਨਹੀਂ ਕੀ ਚੀਜ਼ ਹੁੰਦੀ ਹੋਣੀ ਆ, ਇਹ ਸਾਨੂੰ ਕੀ ਪਤਾ ਕਿ ਉਹਨਾਂ ਨੇ ਤਾਂ ਦੇਖਣਾ ਬਸ, ਹੈ ਨਾ। ਇਹ ਤਾਂ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੇ ਦੇਖਣਾ ਭੰਗੜਾ ਪਵਾ ਕੇ, ਹਕੇ ਜੀ ਆਡੀਸ਼ਨ ਰੱਖਿਆ। ਮੈਂ ਕਿਹਾ ਚਲੋ ਫਿਰ ਜਾ ਉਹਨੇ, ਹੈ ਨਾ, ਦੇਖ ਕੇ ਉਹਨੇ ਕੀ ਆ ਲੈ ਵੀ ਸਟੈਪ ਆਉਂਦੇ ਸੀਗੇ 2-3 ਕੀ ਜੀ, ਐਵੇਂ ਆਪਾਂ ਝੂਠ ਬੋਲੀਏ, ਜਿਹੜੇ ਵੀ ਉੱਥੋਂ ਉਦੋਂ, ਹੈ ਨਾ। ਜਿਹੜਾ ਤੁਹਾਡਾ ਮਾਸਟਰ ਹੁੰਦਾ ਉਹਨੂੰ ਕੋਈ ਸਟੈਪਾਂ ਦਾ ਮਤਲਬ ਨਹੀਂ ਹੁੰਦਾ, ਉਹਨੂੰ ਦੇਖਣਾ ਹੁੰਦਾ ਕਿ ਪੈਰ ਬਾਊਂਸ ਚੱਲ ਰਿਹਾ ਜੀ, ਹੈ ਨਾ। ਮਤਲਬ ਬਾਊਂਸ ਆਪਣਾ ਸਹੀ ਚੱਲਦਾ ਸੀਗਾ। ਅਤੇ ਮੈਂ ਹੁਣ ਮੇਰੇ ਉਸਤਾਦ ਬਾਈ ਪਵਨ ਜੀ, ਹੈ ਨਾ, ਉਹ ਹੁਣ ਵੀ ਮੈਨੂੰ ਲੱਗਦਾ ਉੱਥੇ SN ਬੰਗਾ ਕਾਲਜ ਦੇ ਵਿੱਚ ਸ਼ਾਇਦ ਬਤੌਰ ਕੋਚ ਕਰਦੇ ਹੋਣਗੇ, ਹੋਰ ਵੀ ਹੁਸ਼ਿਆਰਪੁਰ ਹੋ ਗਿਆ, ਹੋਰ ਯੂਨੀਵਰਸਿਟੀ ਲੈਵਲ 'ਤੇ ਉਹ ਕਰਦੇ ਆ। ਮੈਂ ਇੰਨਾ ਜ਼ਿਆਦਾ ਟੱਚ 'ਚ ਨਹੀਂ ਉਹਨਾਂ ਦੇ,
ਪਰ ਮੈਂ ਕੁਆਇਟ ਸ਼ੋਰ ਹਾਂ ਕਿ ਉਹ ਅੱਜ ਦੀ ਡੇਟ ਦੇ ਵਿੱਚ ਵੀ ਮਤਲਬ ਭੰਗੜੇ ਦੇ ਕੋਚ ਹੀ ਆ ਉਹ, ਹੈ ਨਾ। ਮੈਂ ਆਪਣੇ ਬਾਈ ਪਵਨ ਜੀ ਉਹਨਾਂ ਦੀ ਗੱਲ ਕਰ ਰਿਹਾ। ਅਤੇ ਉਹ ਵੀ ਨਵਾਂ ਸ਼ਹਿਰ ਏਰੀਏ ਦੇ ਨੇ ਸਾਡੇ ਜੀ। ਬਈ ਗਿਆ ਮੈਂ ਜਾ ਕੇ, ਅਸੀਂ 8 ਕੁ ਜਾਣੇ ਅਸੀਂ ਟੀਮ ਲਈ ਸਿਲੈਕਟ ਹੋ ਗਏ, ਹੈ ਨਾ। ਅਤੇ 4 ਕੁ ਜਾਣੇ, ਚਲੋ 12 ਕੁ ਜਾਣੇ ਅਸੀਂ ਸਿਲੈਕਟ ਹੋ ਗਏ। ਫਿਰ ਬਈ ਉੱਥੋਂ ਸਾਡੀ ਸ਼ੁਰੂ ਹੋਈ ਆ ਗੱਲਬਾਤ, ਹੈ ਨਾ। ਸ਼ੁਰੂ ਹੋ ਗਈ ਗੱਲਬਾਤ ਅਤੇ ਖ਼ਤਮ ਵੀ ਉੱਥੇ ਹੀ ਹੋ ਗਏ। ਮੈਂ ਇਹ ਵੀ ਨਾਲ ਦੱਸ ਦੇਣਾ ਚਾਹੁੰਦਾ, ਹੈ ਨਾ। ਖ਼ਤਮ ਕਿੱਦਾਂ ਹੋ ਗਈ ਕਿ 7-8 ਕਿਲੋਮੀਟਰ 'ਤੇ ਮੇਰਾ ਪਿੰਡ ਸੀਗਾ, ਬੜਵਾ ਪਿੰਡ ਆ ਮੇਰਾ। ਨਵਾਂ ਸ਼ਹਿਰੋਂ ਜਿਹੜਾ ਸਕੂਲ ਆ ਉਹ 7-8 ਕਿਲੋਮੀਟਰ 'ਤੇ ਸੀਗਾ। ਅਤੇ ਕੋਚ ਨੇ ਤਾਂ ਆਪਣੇ ਕੋਚਿੰਗ ਵਾਲੇ ਹਿਸਾਬ ਨਾਲ ਫੀਲਿੰਗ ਦੇ ਵਿੱਚ ਜੋ ਅਗਲੇ ਨੇ ਪ੍ਰੈਕਟਿਸ ਰੱਖ ਲਈ ਤੜਕੇ ਦੀ 5 ਵਜੇ ਦੀ, 5:30 ਵਜੇ ਦੀ ਸਕੂਲ ਲੱਗਣ ਤੋਂ ਪਹਿਲਾਂ, ਕਿਉਂਕਿ ਇੰਗਲਿਸ਼ ਸਕੂਲ ਸੀਗਾ ਉਹ ਜੀ। ਉੱਥੇ ਉਹ ਕਹਿੰਦੇ ਸੀਗੇ ਵੀ ਪੜ੍ਹਾਈ ਵੀ ਕਰਨੀ ਆ, ਵੀ ਇਹ ਨਹੀਂ ਹੈਗਾ ਕਿ ਜੇ ਤੂੰ ਭੰਗੜੇ 'ਚ ਆ ਗਿਆ ਅਤੇ ਪੀਰੀਅਡ ਮਿਸ ਆ ਤਾਂ ਕੋਈ ਚੱਕਰ ਨਹੀਂ ਆ, ਜਾਂ ਬਿਫੋਰ ਦਾ ਸਕੂਲ ਜਾਂ ਆਫਟਰ ਦਾ ਸਕੂਲ। ਅੱਛਾ ਜੀ। ਹੁਣ ਮੈਂ ਇੱਕ ਤੇ ਗਰੀਬ ਸ਼ਬਦ ਨਹੀਂ ਵਰਤਣਾ ਚਾਹੁੰਦਾ, ਬਹੁਤ ਸੋਹਣੀ ਪੇਰੈਂਟਸ ਨੇ ਰੋਟੀ ਖਿਲਾਈ ਆ ਸਾਨੂੰ ਮਿਹਨਤ ਕਰਕੇ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉਹ ਮਤਲਬ ਅਸੀਂ ਗਰੀਬ ਸੀਗੇ, ਇੱਦਾਂ ਨਹੀਂ ਮੈਂ ਕਹਿਣਾ ਚਾਹੁੰਦਾ। ਗਰੀਬ ਤਾਂ ਮਤਲਬ ਜੋ 3 ਟਾਈਮ ਦੀ ਰੋਟੀ ਮਿਲਦੀ ਹੈ ਤਾਂ ਤੁਸੀਂ ਠੀਕ ਹੀ ਸੀਗੇ, ਹੈ ਨਾ। ਹੁਣ ਚੇਤਕ ਬਜਾਜ ਸਕੂਟਰ ਹੀ ਹੁੰਦਾ ਸੀ ਸਾਰਿਆਂ ਘਰਾਂ 'ਚ ਉਹਨਾਂ ਦੇ ਟਾਈਮਾਂ 'ਚ, 98-99 ਦੇ ਵਿੱਚ ਇੱਕੋ ਹੀ ਹੁੰਦਾ ਸੀਗਾ, ਕਿਸੇ ਕੋਲ ਐਕਸਟਰਾ ਨਹੀਂ ਸੀ ਹੁੰਦਾ ਵਹੀਕਲ। ਅਤੇ ਉਹ ਵੀ ਜਾਂ ਤੁਹਾਡੇ ਪਿਓ ਨੇ ਹੀ ਯੂਜ਼ ਕਰਨਾ ਹੁੰਦਾ ਸੀਗਾ, ਹੈ ਨਾ। ਅਤੇ ਮੈਂ ਸੀਗਾ ਉਦੋਂ 13 ਸਾਲ ਦਾ। 13 ਸਾਲ ਦੇ ਬੰਦੇ ਨੂੰ ਮੈਨੂੰ ਤਾਂ ਨਹੀਂ ਲੱਗਦਾ ਕਿ ਉਦੋਂ ਸਕੂਟਰ ਫੜਾਉਂਦਾ ਹੋਊਗਾ ਕੋਈ, ਅਤੇ ਸਾਡੇ ਕੋਲ ਉਹ ਹੈ ਵੀ ਹੈ ਨਹੀਂ ਸੀ ਜੀ, ਝੂਠ ਬੋਲੀਏ ਆਪਾਂ। ਸਾਈਕਲ ਜ਼ਰੂਰ ਸੀਗਾ, ਓਕੇ। ਰਾਜਦੂਤ ਮੋਟਰਸਾਈਕਲ ਸੀ, ਦੁੱਧ ਦਾ ਕੰਮ ਆ ਮੇਰੇ ਡੈਡੀ ਦਾ, ਹੈ ਨਾ। ਅਤੇ ਪ੍ਰੈਕਟਿਸ ਉਹਨਾਂ ਨੇ ਰੱਖ ਲੈਣੀ ਜੀ ਆਪਣੇ, ਰੱਬ ਤੇਰਾ ਭਲਾ ਕਰੇ, ਸਵੇਰ ਦੀ 5-5:30 ਵਜੇ ਦੀ, ਠੀਕ ਆ ਜੀ। ਪੰਗਾ ਨਹੀਂ ਲੈ ਲਿਆ, ਡੈਡੀ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ। ਅੱਛਾ ਜੀ। ਪਰ ਡੈਡੀ ਦਾ ਜਿਹੜਾ ਕੰਮ ਸੀਗਾ ਉਹ 7 ਦਿਨ ਦਾ ਕੰਮ ਸੀਗਾ। ਦੁੱਧ ਹੀ ਸ਼ਬਦ ਇੱਕ ਯੂਜ਼ ਕਰਦੇ ਹਾਂ ਦੁੱਧ ਪਾਉਣ ਵਾਲਾ ਬੰਦੇ ਲਈ ਆਪਾਂ, ਜਾਂ ਕਿਸੇ ਏਰੀਏ 'ਚ ਦੁੱਧ ਹੀ ਕਹਿੰਦੇ ਹਾਂ ਜਾਂ ਕੀ ਵੀ ਕਹਿੰਦੇ ਹਾਂ ਆਪਾਂ। ਅਤੇ ਆਪਾਂ ਨੂੰ ਮਾਣ ਆ ਵੀ ਸਾਡੇ ਪਿਓ ਨੇ ਭਾਵੇਂ ਉਹ ਸਬਜ਼ੀ ਜੋ ਵੀ ਮਰਜ਼ੀ ਵੇਚ ਕੇ ਸਾਡੀ ਰੋਟੀ ਚਲਾਈ ਉਹਨੇ, ਬਹੁਤ ਸੋਹਣਾ ਸ਼ੁਕਰ ਆ ਪਰਮਾਤਮਾ ਦਾ, ਅਤੇ ਪਰਮਾਤਮਾ ਉਹਨੂੰ ਤੰਦਰੁਸਤੀ ਬਖਸ਼ੇ। ਅਤੇ ਉਹਨੂੰ ਸ਼ੌਂਕ ਸੀਗਾ ਹਟਾਵੇ ਵੀ ਨਾ ਅਤੇ ਛੱਡਣ ਵੀ ਨਾ ਜਾਵੇ। ਛੱਡਣ ਕਿਉਂ ਨਾ ਜਾਵੇ, ਉਸੇ ਹੀ ਟਾਈਮ 'ਤੇ ਉਹਨੇ ਦੁੱਧ ਨੂੰ ਨਿਕਲਣਾ, ਉਸੇ ਹੀ ਟਾਈਮ ਦੇ ਉੱਤੇ ਪ੍ਰੈਕਟਿਸ ਆ। ਪਿੰਡ ਮੇਰਾ ਇੱਥੇ ਆ, ਉਹਦਾ ਦੁੱਧ ਦਾ ਕੰਮ ਇੱਧਰਲੇ ਪਾਸੇ ਸ਼ੁਰੂ ਹੁੰਦਾ ਜੀ, ਇੱਧਰ ਨੂੰ 12 ਕਿਲੋਮੀਟਰ ਗੜ੍ਹਸ਼ੰਕਰ ਵਾਲੀ ਸਾਈਡ ਨੂੰ ਜੀ। ਮੇਰਾ ਕੰਮ ਇੱਧਰ ਆ, ਸੇਮ ਟਾਈਮ 'ਤੇ ਨਵਾਂ ਸ਼ਹਿਰ ਉਹ ਇੱਧਰ ਨੂੰ ਜਾਣਾ। ਅਤੇ ਹੁਣ ਕਿੱਦਾਂ ਪਹੁੰਚੀ ਉੱਥੇ, ਸਹੀ ਹੈ। ਮਸੀਂ ਸਿਲੈਕਟ ਹੋਏ ਸੀਗੇ ਜੀ। ਸਿਲੈਕਟ ਮੀਨ ਟੂ ਸੇ 1-2 ਤਾਂ ਉੱਥੇ ਜਿਹੜੇ ਇੱਕ ਜ਼ੋਨ ਲੈਵਲ ਦੇ ਹੁੰਦੇ ਆ, ਤਹਿਸੀਲ ਲੈਵਲ ਦੇ, ਉਹ ਹੋ ਗਏ ਸੀਗੇ, ਉਹ ਕੰਪੀਟੀਸ਼ਨ ਹੋ ਗਿਆ ਜੀ, ਜਿੱਤ ਲਏ, ਪਹਿਲੇ ਨੰਬਰ 'ਤੇ ਆ ਗਏ ਜੀ। ਉਹ ਭਰਾਵਾ ਉਹੀ ਬਹੁਤ ਸੀਗੇ ਸਾਡੇ ਲਈ, ਤਾਂ ਸਿੱਧੀ ਗੱਲ ਆ। ਉਹ ਕੰਮ ਚਲਾ ਗਿਆ ਸਟੇਟ ਲੈਵਲ ਤੱਕ, ਚੰਡੀਗੜ੍ਹ ਲੈਵਲ ਤੱਕ, ਹੈ ਨਾ। ਹੁਣ ਉੱਥੋਂ ਉਦੋਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਕਟਿਸਾਂ, ਸਿਆਲ ਸੀਗੇ ਜੀ ਬਹੁਤ ਜ਼ਿਆਦਾ, ਹੈ ਨਾ। ਉਹਨਾਂ ਦਿਨਾਂ 'ਚ ਪ੍ਰੈਕਟਿਸਾਂ ਸਵੇਰ ਦੀਆਂ ਰੱਖ ਦਿੱਤੀਆਂ। ਅਤੇ ਹੁਣ ਪਤਾ ਲੱਗੇ ਨਾ ਵੀ ਕਰੀਏ ਕੀ, ਡੈਡੀ ਛਡਾਵੇ ਵੀ ਨਾ ਵੀ ਯਾਰ ਨਹੀਂ ਜਾਣਾ ਵੀ ਜ਼ਰੂਰ ਆ। ਫਿਰ ਕੀ ਕਰਦੇ ਸੀ ਅਸੀਂ, 4 ਕੁ ਵਜੇ ਡੈਡੀ ਨੇ ਉੱਠ ਖੜ੍ਹਨਾ ਅਤੇ ਅਸੀਂ ਪਿੰਡ ਦੇ ਮੋੜ 'ਤੇ ਖੜ੍ਹ ਜਾਣਾ ਫਿਰਨੀ 'ਤੇ ਸਟਾਰਟਿੰਗ ਦੇ ਵਿੱਚ, ਕਿ ਯਾਰ ਕੋਈ ਤਾਂ ਮਿਲੂਗਾ ਜਿਹੜਾ ਸ਼ਹਿਰ ਨੂੰ ਜਾਣ ਵਾਲਾ ਹੋਊਗਾ। ਅਤੇ ਸ਼ਹਿਰਾਂ ਨੂੰ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹੇ ਰੁਜ਼ਗਾਰ ਵਾਲੇ ਬੰਦੇ ਜਾਂਦੇ ਸੀ ਜਿਨ੍ਹਾਂ ਨੇ ਸਬਜ਼ੀਆਂ ਵੇਚਣੀਆਂ ਹੁੰਦੀਆਂ ਸੀ ਜੀ, ਜਾਂ ਦੁੱਧੀ ਬੰਦੇ, ਇਹੋ ਜਿਹੇ ਲੋਕ ਜਾਂਦੇ ਸੀਗੇ 4-5 ਵਜੇ। ਹੋਰ ਲੋਕ ਤਾਂ ਸਾਰੇ ਜਿਹੜੇ ਕੋਈ ਮਾਸਟਰ ਸੀ ਉਹ ਤਾਂ 8-9 ਵਜੇ ਘਰੋਂ ਨਿਕਲਦੇ ਸੀ, ਜਾਂ 7 ਵਜੇ, ਹੈ ਨਾ। ਅਤੇ ਭਰਾਵੋ ਚਲੋ 2-4 ਦਿਨ ਤਾਂ ਔਖੇ ਸੌਖੇ, ਕਦੇ ਕਿਸੇ ਨੂੰ ਹੱਥ ਦਿੱਤਾ, ਕਿਸੇ ਨੂੰ ਦਿੱਤਾ, ਚਲੇ ਗਏ, ਹੈ ਨਾ। ਮੈਂ ਇਹ 'ਚ ਪਲੀਜ਼ ਇਹ ਨਾ ਗਿਣੀ ਆਪਾਂ ਸਟਰਗਲ ਨਹੀਂ ਸੀਗੀ ਇਹ, ਮੈਂ ਤੁਹਾਨੂੰ ਵੈਸੇ ਗੱਲ ਦੱਸਦਾ ਕਿ ਇੱਕ ਪਾਰਟ ਆਫ ਹੈ ਨਾ ਉਹਦਾ ਮੈਂ ਕੁਐਸਚਨ ਦਾ ਆਨਸਰ ਦਿੰਦਾ ਵੀ ਕਿਵੇਂ ਇਹ ਸਾਰਾ ਕੁਛ ਸੀਗਾ, ਅਤੇ ਕਿਵੇਂ ਇਹ ਮੇਰੇ ਲਈ ਅਪਰਚੁਨਿਟੀ ਬਣਿਆ, ਅਤੇ ਕਿਵੇਂ ਮੇਰਾ ਇਹਦੇ ਤੋਂ ਮੈਂ ਗਿਵ ਅਪ ਕੀਤਾ ਜੀ। ਗਿਵ ਅਪ ਵੀ ਮੈਂ ਕਰ ਦਿੱਤਾ ਸੀ, ਠੀਕ ਹੈ। ਮੈਂ ਦੱਸਦਾ ਕਿਵੇਂ ਕੀਤਾ। ਕਿ ਆਪਾਂ ਗੱਲ ਕਰਦੇ ਸੀਗੇ ਇਸ ਚੀਜ਼ ਦੇ ਉੱਤੇ ਕਿ ਕਿਵੇਂ ਬਣਿਆ ਸਬੱਬ ਮੇਰਾ ਉੱਥੇ ਤੱਕ ਦਾ। ਪ੍ਰੈਕਟਿਸ ਰੱਖ ਲਈ ਇੱਧਰ ਲਈ, ਹੈ ਨਾ। ਤੜਕੇ 5 ਵਜੇ ਦੀ ਪਹੁੰਚਿਆ ਜਾਵੇ ਨਾ, ਫਿਰਨੀ 'ਤੇ ਖੜ੍ਹ ਜਾਣਾ। ਡੈਡੀ ਨੇ ਕਹਿਣਾ ਵੀ ਯਾਰ ਕੋਈ ਤਾਂ ਬੰਦਾ ਆਵੇ। ਲੈ ਵੀ ਇੱਕ ਬੰਦਾ ਫਿਰ ਪੱਕਾ ਟੱਕਰ ਗਿਆ ਸਾਨੂੰ। ਰੱਕੜਾ ਪਿੰਡ ਸੀਗਾ ਪਿੱਛੇ ਸਾਡੇ 2 ਕਿਲੋਮੀਟਰ 3 ਕਿਲੋਮੀਟਰ, ਉੱਥੋਂ ਇੱਕ ਸਬਜ਼ੀ ਵਾਲਾ ਭਾਈ ਆਉਂਦਾ ਹੁੰਦਾ ਸੀਗਾ, ਸਕੂਟਰੀ TVS ਜਿਹੜੀਆਂ ਉਹ ਫੁਰ ਕਰਕੇ ਜਾਂਦੀਆਂ ਹੁੰਦੀਆਂ ਸੀ ਨਾ, ਉਹ ਵਾਲੀਆਂ ਸਕੂਟਰੀਜ਼ ਦੇ ਉੱਤੇ ਜਾਂਦਾ ਸੀ। ਲੈ ਬਈ ਆਪਾਂ ਨੂੰ ਤਾਂ ਇੰਨਾ ਹੀ ਪਤਾ ਕਿ ਉਹ ਭਾਈ ਸਬਜ਼ੀ ਵਾਲਾ ਸੀਗਾ, ਕਿਉਂਕਿ ਉਹਨਾਂ ਆਪਾਂ ਮਫਰਲ ਬੰਨ੍ਹ ਕੇ ਜਾਂਦੇ ਹੁੰਦੇ ਨਾ। ਮੈਂ ਉਸ ਬੰਦੇ ਦਾ ਮੂੰਹ ਨਹੀਂ ਦੇਖਿਆ, 3 ਮਹੀਨੇ ਮੈਂ ਉਸ ਬੰਦੇ ਨਾਲ ਗਿਆ। ਬਸ ਡੈਡੀ ਨੂੰ ਪਤਾ ਸੀਗਾ ਕਿ ਮੇਰਾ ਮੁੰਡਾ ਸਬਜ਼ੀ ਵਾਲੇ ਨਾਲ ਜਾਂਦਾ, ਅਤੇ ਸਬਜ਼ੀ ਵਾਲਾ ਮੈਨੂੰ ਲੈ ਜਾਂਦਾ ਸੀਗਾ, ਹੈ ਨਾ।
ਠੀਕ ਹੈ। ਉਸ ਟਾਈਮ ਤਾਂ ਚਲੋ ਮੈਂ ਉਹਦੇ ਨਾਲ ਪ੍ਰੈਕਟਿਸਾਂ ਕਰਕੇ ਚੰਡੀਗੜ੍ਹ ਲੈਵਲ ਤੱਕ ਪਹੁੰਚ ਗਏ, ਸਟੇਟ ਲੈਵਲ 'ਤੇ ਪਹੁੰਚ ਗਏ ਵਧੀਆ। ਚਲੋ ਮੈਂ ਨਹੀਂ ਕਹਿੰਦਾ ਕਿ ਅਸੀਂ ਪਹਿਲੇ ਨੰਬਰ 'ਤੇ ਆਏ ਸੀ, ਤੀਜੇ ਨੰਬਰ 'ਤੇ ਆ ਗਈ ਸਾਡੀ ਟੀਮ ਉਹਨਾਂ ਟਾਈਮਾਂ 'ਚ, ਸਾਨੂੰ ਤਾਂ ਉਹੀ ਬਹੁਤ ਸੀਗਾ ਹੈ ਨਾ। ਠੀਕ ਹੈ। ਅਤੇ ਹੁਣ ਪਹੁੰਚ ਗਏ ਕਰਦਿਆਂ ਕਰਾਉਂਦਿਆਂ ਮੈਨੂੰ ਐਂ ਲੱਗਿਆ ਕਿ ਯਾਰ ਇਹ ਗੱਲ ਮੈਂ ਹਜੇ ਤੱਕ ਵੀ ਆਪਣੇ ਮਾਂ ਪਿਓ ਨੂੰ ਨਹੀਂ ਦੱਸੀ ਕਿ ਮੈਂ ਉੱਦਣ ਰੋਇਆ ਸੀਗਾ ਜੀ। ਉਹਨਾਂ ਟਾਈਮਾਂ 'ਚ ਆਹ ਕਾਰਾਂ ਕੂਰਾਂ ਵੀ ਚੱਲਦੀਆਂ ਸੀ, ਸੀਲੋ ਸਟੀਮ ਜਾਂ ਕਿੱਦਾਂ ਹੈ ਨਾ। ਉਹਨਾਂ ਮੁੰਡਿਆਂ ਦੇ ਜਿਹੜੇ ਨਾਲ ਦੇ ਸੀਗੇ ਉਹਨਾਂ ਦੇ ਪੇਰੈਂਟਸ ਯਾਰ ਕਾਰਾਂ ਕੂਰਾਂ 'ਚ ਆਏ ਹੋਏ ਸੀਗੇ ਅਤੇ ਚੰਗਾ ਐਪਰੀਸ਼ੀਏਟ ਕੀਤਾ ਹੈ ਨਾ ਉਹਨਾਂ। ਮੇਰੇ ਪੇਰੈਂਟਸ ਵਿਚਾਰੇ ਉੱਦਣ ਵੀ ਨਹੀਂ ਆਏ ਜਿੱਦਣ ਮੈਂ ਚੰਡੀਗੜ੍ਹ ਲੈਵਲ 'ਤੇ ਅਸੀਂ ਪਹੁੰਚ ਗਏ ਹੈ ਨਾ। ਅਤੇ ਸਾਡਾ ਪਹਿਲੀ ਐਫਰਟ ਸੀਗੀ ਉਹ 8 ਮਹੀਨਿਆਂ 'ਚ ਸਾਡਾ ਕੋਚ ਹੈ ਨਾ ਜਿਹਨੇ ਸਾਨੂੰ ਉੱਥੇ ਪਹੁੰਚਾ ਦਿੱਤਾ। ਉਹਦਾ ਸਾਨੂੰ ਇੱਲ ਅਤੇ ਕੁੱਕੜ ਨਹੀਂ ਸੀਗਾ। ਸਹੀ ਹੈ, ਸਿੱਧੀ ਗੱਲ ਆ ਹੈ ਨਾ। 13 ਸਾਲ ਦੇ ਨਿਆਣੇ ਨੂੰ ਕੀ ਆਉਂਦਾ ਹੁੰਦਾ ਹੈ ਨਾ। ਉਹਨੇ ਸਿਖਾਇਆ 8 ਮਹੀਨਿਆਂ ਦੇ ਵਿੱਚ ਸਾਨੂੰ ਉੱਥੇ ਤੱਕ ਲੈ ਗਿਆ। ਪਰ ਉੱਦਣ ਫਿਰ ਮੈਨੂੰ ਨਾ ਜਦੋਂ ਚੰਡੀਗੜ੍ਹ ਲੈਵਲ 'ਤੇ ਆਪਾਂ ਪਹੁੰਚ ਗਏ ਮੈਂ ਸੋਚਿਆ ਯਾਰ ਇਹ ਸਾਡੇ ਗਰੀਬ ਜਿਹੇ ਮਾਂ ਬਾਪ ਵਿਚਾਰੇ ਅੱਜ ਵੀ ਨਹੀਂ ਬੱਸ ਫੜ ਕੇ ਆਏ ਇੱਥੇ ਨੂੰ। ਕਿਉਂਕਿ ਜੇ ਬੱਸ ਫੜ ਕੇ ਨੋ ਡਾਊਟ ਮੈਂ ਨਹੀਂ ਕਹਿੰਦਾ ਉਹਨਾਂ ਕੋਲ ਕਿਰਾਇਆ ਨਹੀਂ ਸੀ, ਦਿਹਾੜੀ ਛੁੱਟਣੀ ਸੀ, ਦੁੱਧ ਦਾ ਕੰਮ ਛੁੱਟਣਾ ਸੀ ਅਤੇ ਉਹ ਆਇਆ ਹੀ ਨਹੀਂ ਮੇਰਾ ਪਿਓ ਵਿਚਾਰਾ ਹੈ ਨਾ। ਅਤੇ ਫਿਰ ਮੈਨੂੰ ਐਂ ਲੱਗਿਆ ਕਿ ਯਾਰ ਮੈਂ ਤੇਰਾ ਇਹ ਚੀਜ਼ਾਂ ਸਾਡੇ ਲੈਵਲ ਵਾਲੇ ਵੱਸਦੀਆਂ ਨਹੀਂ। ਕਿਉਂਕਿ ਉਹ ਮੈਂ ਉਹਨਾਂ ਨੂੰ ਮੁੰਡਿਆਂ ਨੂੰ ਗਲਤ ਨਹੀਂ ਕਹਿੰਦਾ, ਸੀਲੋ ਸਟੀਮ ਜਿਨ੍ਹਾਂ ਕੋਲ ਉਦੋਂ ਗੱਡੀਆਂ ਸੀਗੀਆਂ, ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਉਹ ਵੀ ਬੱਚੇ ਹੀ ਸੀਗੇ ਹੈ ਨਾ। ਉਹਨਾਂ ਨੇ ਵੀ ਮੈਨੂੰ ਛੇੜਨਾ ਕਿਵੇਂ ਦੋਧੀ ਸਾਹਿਬ ਹੈਂ ਪਿਓ ਹਜੇ ਡਰਮ ਹੀ ਵਜਾਉਂਦਾ ਅਤੇ ਤੂੰ ਦੇਖ ਲਾ। ਮਤਲਬ ਉਹਨਾਂ ਦੇ ਛੇੜਨ ਦੇ ਤਰੀਕੇ ਹੁੰਦੇ ਸੀਗੇ ਹੈ ਨਾ। ਅਤੇ ਉੱਥੋਂ ਜਦੋਂ ਤੁਹਾਨੂੰ ਕੋਈ ਛੇੜਦਾ, ਜਦੋਂ ਕੋਈ ਟੀਜ਼ ਕਰਦਾ, ਉਦੋਂ ਬੰਦੇ ਨੂੰ ਲੱਗਦਾ ਕਿ ਯਾਰ ਕਿ ਅਸੀਂ ਇਸ ਲੈਵਲ ਦੇ ਹੈ ਨਹੀਂ ਗੇ, ਇਹ ਸਾਡੇ ਲਈ ਨਹੀਂ ਬਣੀਆਂ ਚੀਜ਼ਾਂ। ਉਹ ਚੀਜ਼ ਥੋੜ੍ਹੀ ਥੱਲੇ ਨੂੰ ਖਿੱਚਦੀ ਹੈ ਅਤੇ ਔਰ ਉੱਪਰੋਂ ਉਮਰ ਵੀ ਉੱਦਾਂ ਦੀ ਸੀਗੀ। ਫਿਰ ਜਿਹੜੀ ਚੀਜ਼ ਕਈ ਵੇਲੇ ਇੱਥੇ ਟੱਚ ਹੈ ਨਾ ਸੱਟ ਲੱਗ ਜਾਵੇ, ਸੱਟ ਜਿਹੀ ਲੱਗ ਗਈ ਸੀ ਉਦੋਂ ਕਿ ਮੈਂ ਕਿਹਾ ਮੁੜ ਕੇ ਯਾਰ ਆਪਾਂ ਨੇ ਇਸ ਕੰਮ ਨੂੰ ਪੈਣਾ ਹੀ ਨਹੀਂ ਗਾ। ਕੀ ਫਾਇਦਾ ਅਸੀਂ ਕੰਪੀਟੀਸ਼ਨਾਂ 'ਚ ਜਾਂਦੇ, ਸਾਡਾ ਤਾਂ ਨਾ ਮਾਂ ਆਈ ਨਾ ਪਿਓ ਆਈ। ਅਤੇ ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਪਹਿਲਾਂ ਕੁਐਸਚਨ 'ਚ ਪੁੱਛੀਆਂ ਕਿ ਬਈ ਆਹ ਤੂੰ ਕਿਉਂ ਕਰਦਾ ਫਿਰਦਾ, ਬਸ ਮੈਂ ਪੇਰੈਂਟਸ ਨੂੰ ਹੀ ਕਰਦਾ ਫਿਰਦਾ ਕਿ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਵੇਖਿਆ ਨਹੀਂ ਗਾ। ਵੀ ਆਹ ਬੱਚਿਆਂ ਦੇ ਜਦੋਂ ਮਾਂ ਬਾਪ ਇਹਨਾਂ ਨੂੰ ਵੇਖਣਗੇ ਮੈਂ ਉਹਨਾਂ ਨੂੰ ਵੇਖ ਕੇ ਹੀ ਫੀਲ ਲੈ ਲੈਂਦਾ ਕਿ ਯਾਰ ਵੀ ਇੱਦਾਂ ਫਿਰ ਜੇ ਮੈਂ ਸਟੇਜ 'ਤੇ ਹੁੰਦਾ ਵੀ ਮੇਰੇ ਮੰਮੀ ਡੈਡੀ ਇੱਦਾਂ ਕੂਕਾਂ ਮਾਰ ਦੇ ਕੇ ਆ ਲੈ ਵੀ ਸਾਡਾ ਪੁੱਤ ਕੀ ਕਰਦਾ, ਭਾਵੇਂ ਕੁਛ ਵੀ ਕਰਦਾ ਯਾਰ। ਇਟਸ ਨੋਟ ਅਬਾਊਟ ਭੰਗੜਾ, ਭਾਵੇਂ ਮੈਂ ਊਂ ਹੀ ਕੁਛ ਵੀ ਕਰਦਾ ਯਾਰ ਐਨੀਥਿੰਗ ਹੈ ਨਾ। ਪਰ ਇੱਕ ਹੁੰਦਾ ਦਿਲ ਨੂੰ ਕਿ ਮੈਂ ਬਸ ਉਹ ਚੀਜ਼ ਦੇਖਦਾ ਕਿ ਚੱਲ ਤਾਂ ਕੀ ਹੋਇਆ ਜੇ ਮੇਰੇ ਮਾਂ ਬਾਪ ਨਹੀਂ ਆਏ, ਚੱਲ ਜੇ ਮੈਨੂੰ ਰੱਬ ਨੇ ਹੁਣ ਦੁਬਾਰਾ ਚਾਂਸ ਦਿੱਤਾ। ਹੁਣ ਦੁਬਾਰਾ ਚਾਂਸ ਦੇਖ ਕਿੱਦਾਂ ਦਿੱਤਾ, ਮੈਂ ਐਜ਼ ਏ ਸੈਡ ਕਿ ਮੈਂ ਤਾਂ ਉੱਥੇ ਕੀ ਗਿਵ ਅਪ ਕਰ ਦਿੱਤਾ ਸੀ ਵੀ ਮੁੜ ਕੇ ਜ਼ਿੰਦਗੀ 'ਚ ਵੀ ਇਹ ਸਾਡੇ ਲਈ ਚੀਜ਼ਾਂ ਹੀ ਨਹੀਂ ਬਣੀਆਂ ਹੈ ਨਾ। ਇੱਕ ਪਰਿਵਾਰ 'ਚ ਸਾਡੇ 'ਚ ਥੋੜ੍ਹੀ ਜਿਹੀ ਲੜਾਈਆਂ ਝਗੜੇ ਵੀ ਚੱਲਦੇ ਸੀਗੇ। ਮਤਲਬ ਸਾਡਾ ਐਡਾ ਕੋਈ ਸੋਹਣਾ ਸਿਸਟਮ ਨਹੀਂ ਸੀਗਾ ਫੈਮਿਲੀ ਦਾ, ਆਪਾਂ ਐਵੇਂ ਦੱਸੀਏ ਐਵੇਂ ਕਹੀਏ ਵੀ ਬਹੁਤ ਹੈ ਨਾ ਬਸ ਚੜ੍ਹਦੀ ਕਲਾ 'ਚ ਸੀ ਕੰਮ, ਬਸ ਐਵੇਂ ਤੋਰੀ ਫੁਲਕਾ ਹੀ ਸੀ। ਅਤੇ ਬਾਈ ਫਿਰ ਆਪਾਂ ਇੱਧਰਲੇ ਪਾਸੇ ਨੂੰ ਮੁੜ ਕੇ ਸੋਚਿਆ ਨਹੀਂ ਕਦੇ। ਆਪਣੀ ਮਾੜੀ ਮੋਟੀ ਪੜ੍ਹਾਈ ਕੀਤੀ ਨੋ ਡਾਊਟ। ਫਿਰ ਮੈਨੂੰ ਮਿਊਜ਼ਿਕ ਦੀ ਮੈਨੂੰ 12ਵੀਂ 11ਵੀਂ 'ਚ ਜਾ ਕੇ ਮੈਨੂੰ ਮਿਊਜ਼ਿਕ ਦਾ ਚਸਕਾ ਜਿਹਾ ਪੈ ਗਿਆ। ਫਿਰ ਮੈਂ ਉੱਧਰ ਨੂੰ ਹੋ ਗਿਆ ਹੈ ਨਾ, ਭੰਗੜੇ ਨੂੰ ਡਰੋਪ ਕਰਕੇ। ਮਤਲਬ ਭੰਗੜਾ ਡਰੋਪ ਨਹੀਂ ਕੀਤਾ, ਮਤਲਬ ਇੱਕ ਪਹੁੰਚ ਕੇ ਪੋਜੀਸ਼ਨ 'ਤੇ ਪਹੁੰਚ ਕੇ ਉਸ ਤੋਂ ਬਾਅਦ ਡਰੋਪ ਕੀਤਾ। ਹਾਂ ਨੈਕਸਟ ਫੇਜ਼ ਆ ਗਿਆ। ਫਿਰ ਮਿਊਜ਼ਿਕ ਦਾ ਉਹ ਫਿਰ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਗੁਰਬਾਣੀ ਹਾਰਮੋਨੀਅਮ ਸ਼ਬਦ ਪੜ੍ਹੀ ਦੇ ਆ। ਫਿਰ ਮੈਂ 11ਵੀਂ 12ਵੀਂ ਵਾਲੀ ਏਜ ਦੇ ਵਿੱਚ ਮੈਂ ਉਦੋਂ ਉੱਥੇ ਫਿਰ ਉਹ ਕਰਨ ਲੱਗ ਪਿਆ। ਫਿਰ ਮੈਂ ਮਿਊਜ਼ਿਕ ਦੀ BA ਕੀਤੀ ਗੌਰਮੈਂਟ ਕਾਲਜ ਰੋਪੜ ਹੈ ਨਾ। ਹੁਣ ਮੈਂ ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਫਿਰ ਮੁੰਡੇ ਛੇੜਨ ਵਾਲੇ ਮਿਲ ਗਏ। ਉਦੋਂ ਫਿਰ ਕੱਦ ਮੇਰਾ ਉਹਨਾਂ ਨਾਲੋਂ ਛੋਟਾ। ਹੁਣ ਤਾਂ ਪਰਮਾਤਮਾ ਹੁਣ ਤਾਂ ਠੀਕ ਆ ਨੋਰਮਲ ਹਾਈਟ ਆ। ਉੱਥੇ ਜਾ ਕੇ ਮੈਨੂੰ ਫਿਰ ਉਹ ਛੇੜਨ ਲੱਗ ਪਿਆ, ਉਹ ਤੇਰਾ ਕਿੱਥੇ ਕੁਛ ਬਣਨਾ ਮੈਂ ਤੇਰਾ, ਤੂੰ ਤਾਂ ਹੈ ਨਾ ਜਿੱਦਾਂ ਬੰਦਾ ਕਹਿ ਦਿੰਦਾ ਗਿੱਠ ਮੁੱਠੀ ਆਈ ਵਟਐਵਰ। ਸੋ ਉੱਥੇ ਫਿਰ ਹੌਸਲਾ ਢਾਹ ਗਏ ਆਪਾਂ ਹੈਂ। ਫਿਰ ਕਹਿਣ ਲੱਗ ਪਿਆ, ਮਤਲਬ ਮੇਰੇ ਥੋੜ੍ਹਾ ਜਿਹਾ ਜੂੜਾ ਜਿਹਾ ਹੁੰਦਾ ਸੀਗਾ ਹੈ ਨਾ, ਤੂੰ ਹੁਣ ਵੱਡਾ ਹੋ ਕੇ ਕਿਤੇ ਬਾਬਾ ਬਣੇਗਾ ਤੂੰ ਆ। ਉੱਥੇ ਫਿਰ ਡੀਮੋਟੀਵੇਟ ਹੋ ਗਏ ਆਪਾਂ। ਉਹ ਮਿਊਜ਼ਿਕ ਵਾਲੇ ਪਾਸਿਓਂ ਵੀ ਥੋੜ੍ਹਾ ਜਿਹਾ ਇੰਟਰਸਟ ਘੱਟ ਗਿਆ। ਪਰ ਨੋ ਡਾਊਟ ਮੈਂ ਸੋਹਣਾ ਹਾਰਮੋਨੀਅਮ ਪਲੇ ਕਰ ਲੈਂਦਾ। ਪਰ ਹੁਣ ਤਾਂ ਗੈਪ ਚਲੋ 15 ਸਾਲ ਦਾ। ਪਰ ਮੈਂ ਕੁਆਇਟ ਸ਼ੋਰ ਕਿ ਅੱਜ ਵੀ ਮੈਨੂੰ ਕੋਈ ਹਾਰਮੋਨੀਅਮ ਫੜਾ ਦੇਵੇ ਅਤੇ ਮੈਨੂੰ ਕੋਈ ਕਹਿ ਦੇਵੇ ਕਿ ਜਾਂ ਫਲਾਨੇ ਸੌਂਗ ਦੀ ਤੂੰ ਟੋਨ ਕੱਢ ਦੇ, ਮੈਂ ਨਹੀਂ ਕਹਿੰਦਾ ਕਿ ਮੈਂ ਇੱਕੋ ਦਮ ਕੱਢ ਦੂੰਗਾ, ਪਰ ਮੈਨੂੰ 10-5 ਮਿੰਟ ਦਾ ਟਾਈਮ ਦੇ ਤਾਂ ਡੂ ਇਟ। 15 ਸਾਲ ਦਾ ਗੈਪ ਆ। 2004 ਦਾ ਫੜਿਆ ਹੋਇਆ। 2004 ਤੋਂ ਬਾਅਦ ਅੱਜ ਕੀ ਹੈ 2022 ਚੱਲ ਰਿਹਾ ਮੈਨੂੰ ਲੱਗਦਾ ਹੈ ਨਾ। 2004 ਹੈ ਨਾ। ਅਤੇ ਉਦੋਂ ਮਤਲਬ ਜਿਹੜਾ ਵੀ ਮਤਲਬ ਕੰਮ ਕੀਤਾ ਦਿਲੋਂ ਹੀ ਸੀਗਾ, ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਗਿਵ ਅਪ ਹੁੰਦਾ ਗਿਆ। ਸੋ ਜਿੱਦਾਂ ਰਹੀ ਗੱਲ ਤੁਹਾਡੇ ਭੰਗੜੇ ਦੀ, ਤੁਸੀਂ ਕਿਹਾ ਭੰਗੜੇ ਦਾ ਵੀ ਉਹ ਗਿਵ ਅਪ ਐਸਾ ਛੱਡਿਆ, ਮੁੜ ਕੇ ਜ਼ਿੰਦਗੀ 'ਚ ਚਲੋ ਇੱਧਰਲੇ ਪਾਸੇ ਨੂੰ ਗਏ ਨਹੀਂ।
ਜਦੋਂ ਪਰਮਾਤਮਾ ਨੇ ਆਹ 2017-18 ਦੇ ਵਿੱਚ ਮੇਰੀ ਆਪ ਦੀ ਲਾਈਫ ਦੇ ਵਿੱਚ ਕੁਛ ਚਲੋ ਉਤਰਾਅ ਚੜ੍ਹਾਏ ਤੇ ਉਹੀ ਚੀਜ਼ ਮੇਰੇ ਕੰਮ ਆਈ ਹੈ। ਸਹੀ ਆ। ਉਸ ਚੀਜ਼ ਨੇ ਮਤਲਬ ਭਾਜੀ ਇੱਕ ਬਹੁਤ ਸੋਹਣੀ ਚੀਜ਼ ਹੈ, ਆਫਟਰ ਅ ਵਾਈਲ ਨਾ ਹਰੇਕ ਬੰਦਾ ਇਹ ਚੀਜ਼ ਭੁੱਲ ਜਾਂਦਾ। ਹੁਣ ਜਿੱਦਾਂ ਅਸੀਂ ਹੁਣ ਲਾਈਫ 'ਚ ਬਿਜ਼ੀ ਹੋ ਗਏ, ਸਕੂਲ 'ਚੋਂ ਨਿਕਲਣ ਨੂੰ 10-15 ਸਾਲ ਹੋ ਗਏ ਸਾਨੂੰ ਵੀ, ਭੁੱਲ ਜਾਂਦੇ ਆ ਉਹ ਚੀਜ਼ਾਂ। ਜਿਹੜੇ ਹੁਣ ਲਿਸਨਰ ਸੁਣਨਗੇ ਜਿਨ੍ਹਾਂ ਦੇ ਬੱਚੇ ਛੋਟੇ ਆ, ਉਹ ਇੱਕ ਰਿਮਾਈਂਡਰ ਆਊਗਾ ਉਹਨਾਂ ਦੇ ਦਿਮਾਗ 'ਚ ਵੀ ਜਿਹੜਾ ਬੱਚਾ ਚੁੱਪ ਬੈਠਾ ਘਰੇ, ਉਹਨੂੰ ਪੁੱਛੋ ਜ਼ਰੂਰ, ਉਹਦੇ ਨਾਲ ਗੱਲ ਕਰੋ। ਉਹਨੂੰ ਹੋ ਸਕਦਾ ਕੋਈ ਟੀਜ਼ ਕਰਦਾ ਹੋਵੇ। ਬਹੁਤ ਚੀਜ਼ਾਂ ਚੱਲ ਰਹੀਆਂ, ਬਹੁਤ ਚੀਜ਼ਾਂ ਚੱਲਦੀਆਂ ਹੁੰਦੀਆਂ। ਮੈਂ ਇਸ ਚੀਜ਼ ਦੀ ਆਪ ਦੀ ਪਰਸਨਲ ਐਗਜ਼ਾਮਪਲ ਦਿੰਦਾ ਕਿ ਮੈਂ ਟੀਜ਼ਿੰਗ ਹੀ ਚੱਲੀ ਆਲਵੇਜ਼, ਹੈ ਨਾ। ਭਾਵੇਂ ਮੈਂ ਅੱਜ ਦੇ ਮੁਕਾਮ 'ਚ ਵੀ ਜਿੱਦਾਂ ਮਾੜਾ ਮੋਟਾ ਜੋ ਵੀ ਤੋਰੀ ਫੁਲਕਾ ਫਿਰ ਵੀ ਛੇੜ ਦਿੰਦੇ ਆ ਕਹਿਣ ਵਾਲੇ। ਮੈਂ ਤਾਂ ਖੁੱਲ੍ਹ ਕੇ ਗੱਲ ਕਹਿਣਾ, ਕਹਿਣ ਵਾਲੇ ਨਚਾਰ ਵੀ ਕਹਿ ਦਿੰਦੇ ਆ, ਹੈਂ ਕੁੜੀਆਂ ਨੂੰ ਲੱਕ ਹਿਲਾਉਂਦਾ ਫਿਰਦਾ ਜਾ। ਯਾਰ ਕੋਈ ਚੱਕਰ ਨਹੀਂ ਆ, ਹੁਣ ਤਾਂ ਪਰਵਾਹ ਨਹੀਂ ਇਸ ਚੀਜ਼ ਦੀ ਕਰੀ ਦੀ। ਹੁਣ ਤਾਂ ਹੌਸਲਾ ਹੀ ਬਹੁਤ ਖੁੱਲ੍ਹ ਗਿਆ। ਹੁਣ ਤਾਂ ਇਹ ਚੀਜ਼ਾਂ ਬਹੁਤ ਛੋਟੀਆਂ ਲੱਗਦੀਆਂ। ਉਦੋਂ ਡਰਪੋਕ ਸੀ, ਹੁਣ ਨਹੀਂ ਡਰਦਾ ਜੀ। ਹੁਣ ਤਾਂ ਇਹਦੇ 'ਚ ਭਾਜੀ ਇੱਕ ਹੋਰ ਵੀ ਚੀਜ਼ ਹੈ, ਉਰੇ ਥੋੜ੍ਹੇ ਸਕੂਲ ਇਹਦੀ ਚੀਜ਼ ਨੂੰ ਸਿੱਖ ਗਏ ਵੀ ਕਿੱਦਾਂ ਬੱਚਿਆਂ ਨੂੰ ਸਿਖਾਉਣਾ ਹੈ, ਵੀ ਬੁਲਿੰਗ ਦਾ ਜਵਾਬ ਵੀ ਦੇਣਾ ਹੈ, ਬੁਲਿੰਗ ਨੂੰ ਟੋਲਰੇਟ, ਦੋਨੇ ਚੀਜ਼ਾਂ ਸਿਖਾ ਰਹੇ ਹੈ। ਆਪਣੇ ਤਾਂ ਉੱਥੇ ਇਹ ਚੀਜ਼ ਨੂੰ ਇਗਨੋਰ ਜੇ ਕਰਨਾ ਪਿਆ। ਹੈ ਕਾਈਂਡ ਆਫ ਐਨੀਮਲ ਬਿਹੇਵੀਅਰ ਹੈ, ਜਿੱਦਾਂ ਹੁੰਦਾ ਨਹੀਂ ਵੀ ਆਪਣੇ 10 ਮੱਝਾਂ ਰੱਖੀਆਂ ਹੋਈਆਂ, ਜਿਹੜੀ ਤਕੜੀ ਮੱਝ ਹੈ ਉਹਨੇ ਖਾ ਖੂ ਕੇ ਇੱਕ ਤਾਂ ਖੁੱਲੀ ਚੋਂ ਕੱਖ ਖਣਾ ਦੇਣੇ, ਦੂਜੀ ਦੇ। ਸਹੀ ਗੱਲ ਹੈ। ਇੱਕ ਜਾਂਦੀ ਆਉਂਦੀ ਨੇ ਹੁੱਜ ਮਾਰ ਕੇ ਲੰਘਣਾ ਮਾੜੀ ਨੂੰ। ਸਹੀ ਗੱਲ ਹੈ। ਕਾਤੇ ਬਸ ਵੈਸੇ ਹੀ ਮੂਡ ਅਗਲੀ ਦਾ। ਬਿਲਕੁਲ ਉਹੀ ਚੀਜ਼ ਇਹ ਆ ਮੇਰੇ ਖਿਆਲ ਨਾਲ। ਇਹਦੇ ਵਿੱਚ ਇੱਕ ਹੋਰ ਜਿਹੜੀ ਮੈਂ ਮਤਲਬ ਹੁਣ ਸ਼ਾਇਦ ਚੀਜ਼ਾਂ ਚੇਂਜ ਹੋ ਗਈਆਂ, ਹੁਣ ਮੈਨੂੰ ਪਤਾ ਨਹੀਂ ਕਿਉਂਕਿ 10-12 ਸਾਲ ਦਾ ਗੈਪ ਪੈ ਗਿਆ। ਪਰ ਇੱਕ ਪ੍ਰੋਬਲਮ ਕੀ ਆ ਵੀ ਜਿਵੇਂ ਮੈਨੂੰ ਲੱਗਦਾ ਨਾ ਵੀ ਸ਼ਾਇਦ ਇਹ ਹੋ ਸਕਦਾ ਵੀ ਜਾਂ ਆਪਣੇ ਲੋਕਾਂ ਦਾ ਘੱਟ ਪੜ੍ਹੇ ਲਿਖੇ ਹੋਣ ਦਾ ਜਾਂ ਘੱਟ ਅਵੇਅਰ ਹੋਣ ਦਾ ਇੱਕ ਉਹਦੇ ਕਰਕੇ ਇੱਕ ਹੋਰ ਚੱਕਰ ਕੀ ਪਿਆ, ਜਿਹੜਾ ਕਾਲਾ ਹੁੰਦਾ ਸੀ ਉਹਦਾ ਨਾਂ ਕਾਲਾ ਪੈ ਜਾਂਦਾ ਸੀ। ਬਿਲਕੁਲ। ਜਿਹੜਾ ਚਿੱਟਾ ਹੁੰਦਾ ਸੀ ਉਹਦਾ ਨਾਂ ਚਿੱਟਾ ਪੈ ਜਾਂਦਾ ਸੀ। ਠੀਕ ਆ। ਜਿਹਦੀਆਂ ਅੱਖਾਂ ਬਿੱਲੀਆਂ ਉਹ ਬਿੱਲਾ ਹੋ ਗਿਆ, ਜਿਹਦੀਆਂ ਅੱਖਾਂ ਭੂਰੀਆਂ ਨੇ ਉਹ ਭੂਰਾ ਹੋ ਗਿਆ। ਠੀਕ ਆ। ਜਿਹਦੇ ਥੋੜੀ ਜਿਹੀ ਗੰਜ ਪੈਂਦੀ ਆ ਉਹਨੂੰ ਗੰਜਾ ਕਹਿਣ ਲੱਗ ਗਏ। ਤੇ ਉਹ ਚੀਜ਼ ਨਾ ਮਤਲਬ ਉਸ ਟਾਈਮ ਜਾਂ ਜਿਵੇਂ ਕਾਲੇ ਚਿੱਟੇ ਵਾਲੇ ਬੰਦੇ, ਕਿਉਂਕਿ ਅੱਖਾਂ ਬਿੱਲੀਆਂ ਵਾਲਾ ਤਾਂ ਉਹਨੂੰ ਕੰਪਲੀਮੈਂਟ ਚ ਲੈ ਜਾਂਦਾ, ਉਹ ਤਾਂ ਹਨਾ ਫੁੱਲਿਆ ਨਹੀਂ ਸਮਾਉਂਦਾ। ਆ ਜਿਹੜਾ ਕੋਈ ਗੰਜਾ ਗੁੰਜਾ ਹੁੰਦਾ ਉਹਦਾ ਔਕਾ ਆ ਜਾਂਦਾ। ਭਾਜੀ ਐਗਜ਼ੈਕਟ ਉਲਟਾ ਹੈ ਜੀ। ਕਈ ਮੈਂ ਦੇਖੇ ਆ ਬੰਦੇ ਵੀ ਫੀਲ ਕਰਦੇ ਆ ਅੰਦਰੋਂ ਅੰਦਰ ਹੀ ਵੀ ਮੈਨੂੰ ਕਿਉਂ ਪੁਆਇੰਟ ਆਊਟ ਕਰਿਆ ਜਾ ਰਿਹਾ, ਮੈਂ ਨਾਰਮਲ ਕਿਉਂ ਨਹੀਂ। ਹੁਣ ਨਾਰਮਲ 2 ਇੰਚ ਹਾਈਟ ਵਾਲੇ ਦੀ ਵੀ ਆਹੀ ਪ੍ਰੋਬਲਮ ਹੈ, ਜਿਹਦੀ ਸਕਿਨ ਮਾੜੀ ਜੀ ਕਾਲੀ ਚਿੱਟੀ ਹੈ ਉਹਦੀ ਵੀ ਆਹੀ ਪ੍ਰੋਬਲਮ ਚੱਲ ਰਹੀ ਹੈ। ਬਿਲਕੁਲ ਬਿਲਕੁਲ। ਇਹ ਲੋਕਾਂ ਨੂੰ ਨਾ ਮੈਨੂੰ ਲੱਗਦਾ ਵੀ ਜਦ ਇੱਦਾਂ ਪੁਆਇੰਟ ਆਊਟ ਹੋਣ ਲੱਗ ਗਏ ਜਾਂ ਇੱਕ ਸਪੈਸੀਫਿਕ ਨੇਮ ਪੈ ਗਿਆ, ਉਹ ਲੋਕ ਉਦੋਂ ਸਮਝੇ ਨਹੀਂ ਹੈਗੇ ਵੀ ਇਹ ਬੁਲਿੰਗ ਆ। ਹੁਣ ਲੋਕ ਇਹ ਚੀਜ਼ ਮੈਂ ਇੱਥੇ ਦੇਖਦਾ, ਇਹ ਚੀਜ਼ ਚਲੋ ਹੁਣ ਇੱਥੇ ਦੀਆਂ ਅਲੱਗ ਪ੍ਰੋਬਲਮ ਨੇ। ਜਿਹੜੀ ਚੀਜ਼ ਨੂੰ ਮੈਂ ਇੱਥੇ ਦੇਖਦਾ ਵੀ ਇੱਥੇ ਸਕੂਲਾਂ ਦੇ ਵਿੱਚ ਜਾਂ ਬੱਚਿਆਂ ਨੂੰ ਇੱਕ ਚੀਜ਼ ਸਿਖਾਈ ਜਾਂਦੀ ਆ ਜਿਹਨੂੰ ਐਕਸੈਪਟੈਂਸ ਕਹਿੰਦੇ ਆ। ਕਿਉਂਕਿ ਉਰੇ ਅਲੱਗ-ਅਲੱਗ ਨੈਸ਼ਨੈਲਿਟੀ ਦੇ ਬੰਦੇ ਨੇ। ਹੁਣ ਚੱਲ ਵੀ ਉਰੇ ਅਫਰੀਕਨ ਕਾਲੇ ਵੀ ਨੇ, ਉੱਥੇ ਹੋਰ ਮੁਲਕਾਂ ਤੋਂ ਵੀ ਆਏ ਨੇ, ਉਰੇ ਚਾਈਨੀਜ਼ ਵੀ ਨੇ। ਪਰ ਉੱਥੇ ਉਰੇ ਇੰਨੇ ਅਲੱਗ-ਅਲੱਗ ਕਮਿਊਨਿਟੀ ਦੇ ਬੰਦੇ ਕਿਵੇਂ ਇਕੱਠੇ ਰਹਿੰਦੇ ਆ ਤੇ ਕੋਈ ਕਿਸੇ ਨੂੰ ਕਾਲਾ ਚਿੱਟਾ ਨਹੀਂ ਬੋਲਦਾ। ਸਹੀ ਆ। ਤੇ ਉਹ ਮੈਨੂੰ ਲੱਗਦਾ ਉਹ ਚੀਜ਼ ਬਹੁਤ ਹੱਦ ਤੱਕ ਕਈ ਪ੍ਰੋਬਲਮਾਂ ਦਾ ਸਲਿਊਸ਼ਨ ਹੈਗਾ ਵੀ ਬੱਚੇ ਲੋ ਫੀਲ ਨਹੀਂ। ਇੱਥੇ ਦੀਆਂ ਪ੍ਰੋਬਲਮ ਲੱਗ ਨੇ, ਮੈਂ ਇਹ ਨਹੀਂ ਕਹਿੰਦਾ ਵੀ ਉਰੇ ਸਾਰਾ ਕੁਝ ਸਹੀ ਹੋ ਗਿਆ, ਪਰ ਉਰੇ ਉਹ ਇੰਡੀਆ ਵਾਲੀਆਂ ਜਾਂ ਕੁਛ ਹੱਦ ਤੱਕ ਉਹ ਪ੍ਰੋਬਲਮਾਂ ਨਹੀਂ ਹੈਗੀਆਂ। ਉਰੇ ਥੋੜ੍ਹੀ ਜਿਹੀ ਚੀਜ਼ ਪ੍ਰੋਬਲਮ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਪ੍ਰੋਬਲਮ ਹੈ, ਇਹਨੂੰ ਐਡਰੈਸ ਕਰਨਾ ਪੈਣਾ। ਖਾਸ ਕਰਕੇ ਜਿਹੜੀ ਆਪਾਂ ਪਹਿਲਾਂ ਕਰ ਰਹੇ ਤੇ ਵੀ ਖਾਸ ਕਰਕੇ ਆਪਣੀ ਕਮਿਊਨਿਟੀ ਜਿਹੜੀ ਅਲੱਗ ਕਮਿਊਨਿਟੀ ਆ ਉਹਨਾਂ ਦੇ ਮਾਂ-ਬਾਪ ਨੂੰ ਥੋੜ੍ਹਾ ਜ਼ਿਆਦਾ ਧਿਆਨ ਦੇਣਾ ਪੈਣਾ। ਬਿਲਕੁਲ ਬਿਲਕੁਲ। ਕਿਉਂਕਿ ਉਹਨਾਂ ਨੂੰ ਰੰਗ ਪਰ ਪਿੱਛੇ ਵੀ ਹੋਣਾ, ਉਹਨਾਂ ਨੂੰ ਸ਼ਕਲ ਪਰ ਵੀ ਟੀਜ਼ ਹੋਣਾ, ਕੋਈ ਹੋਰ ਚੀਜ਼ ਫੜ ਲੈਣੀ ਹੈ ਕਿਸੇ ਨੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਂ ਵੀ ਆਪ ਦੇ ਤੌਰ 'ਤੇ ਇੱਕ ਸੌਰੀ ਮੰਗਣਾ ਚਾਹੁੰਦਾ ਕਿ ਇੱਕ ਇਹਦਾ ਮਤਲਬ ਇਹ ਨਹੀਂ ਕਿ ਛੋਟੀ ਹਾਈਟ ਦਾ ਮੈਂ ਜਿਹੜਾ ਉਹ ਵਿੱਚ ਲਿਆ ਅਤੇ ਮੇਰਾ ਕੋਈ ਮਕਸਦ ਇਹ ਨਹੀਂ। ਉਹ ਸਿਰਫ ਮੇਰਾ ਡਰਪੋਕ ਪੁਣੇ ਦੀ ਮੈਂ ਗੱਲ ਕੀਤੀ ਤਾਂ ਕਰਕੇ, ਕਿਉਂਕਿ ਮੈਂ ਉਸ ਛੋਟੀ ਹਾਈਟ ਕਰਕੇ ਮੈਨੂੰ ਉਹ ਟੀਜ਼ ਕਰਦੇ ਸੀ। ਮੈਂ ਡਰਪੋਕ ਸੀ, ਮੈਂ ਉਹ ਸਹਿਮਿਆ ਜਿਹਾ ਰਹਿੰਦਾ ਸੀਗਾ ਉਹਨਾਂ ਮੂਹਰੇ, ਹੈ ਨਾ। ਮਤਲਬ ਐਂ ਵੀ ਓਨੈਸਟਲੀ ਮੈਂ ਤਾਂ ਦੱਸਣਾ ਚਾਹੁੰਦਾ ਯਾਰ ਇਸ ਗੱਲ ਨੂੰ ਕਿ ਜਿਹੜਾ ਬੰਦਾ ਕੱਦ ਕਾਠ ਵਾਲਾ
ਚਪੇੜ ਵੀ ਮਾਰ ਦਿੰਦਾ ਹੋਊਗਾ ਮੇਰੇ ਕੋਈ ਜਾਂ ਇਦਾਂ ਕਰਕੇ, ਤੇ ਆਪਾਂ ਭਰਾਵਾ ਚਪੇੜ ਵੀ ਖਾਧੀ ਹੋਣੀ ਛੋਟੇ ਹੁੰਦਿਆਂ ਨੇ, ਕਿਉਂਕਿ ਛੋਟਾ ਸੀ, ਕੱਦ ਛੋਟਾ ਸੀ, ਵੱਡੇ ਨਾਲ ਕੀ ਪੰਗਾ ਲੈ ਲਵੇ। ਸੋ ਇਹ ਚੀਜ਼ਾਂ ਵੀ ਸੀਗੀਆਂ ਮੈਟਰ ਕਰਦੀਆਂ। ਨਾਲ ਦੇ ਬੈਠੇ ਬੈਠੇ ਨੂੰ ਹੀ ਚਪੇੜ ਮਾਰ ਦੇਣੀ ਕਈ ਵੇਲੇ, ਮੇਰੇ ਬੱਜੀਆਂ ਨੇ ਓਨੈਸਟਲੀ, ਐਵੇਂ ਹੀ ਮਾਰ ਦੇਣੀ। ਠੀਕ ਹੈ। ਜਿੱਦਾਂ ਭਾਈ ਬੱਚਿਆਂ ਤੋਂ ਇਲਾਵਾ ਆਪਾਂ ਗੱਲ ਕਰੀਏ, ਅਡਲਟ ਕਲਾਸਾਂ ਵੀ ਤੁਸੀਂ ਲੈਂਦੇ ਆ ਜੀ, ਤੇ ਪੰਜਾਬੀ ਕਮਿਊਨਿਟੀ ਤੋਂ ਇਲਾਵਾ ਹੋਰ ਵੀ ਸਟੂਡੈਂਟ ਜਾਂ ਭੰਗੜਾ ਸਿੱਖਣ ਲਈ ਜੋ ਤੁਹਾਡੇ ਕੋਲ ਆਉਂਦੇ ਨੇ ਸਟੂਡੈਂਟ, ਤੇ ਚਾਹੇ ਉਹ ਗੋਰੇ ਹੋਣ ਚਾਹੇ ਇੰਡੀਆ ਦੀਆਂ ਹੋਰ ਕਮਿਊਨਿਟੀਆਂ ਦੇ ਹੋਣ, ਤਾਂ ਉਹਨਾਂ ਨਾਲ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਹੁਣ ਤੱਕ? ਮੋਸਟਲੀ ਤਾਂ ਦੇਖੋ, ਜੇ ਆਪਾਂ ਐਵਰੇਜ ਗੱਲ ਕਰੀਏ ਹੈ ਨਾ, ਮੈਜੋਰਟੀ ਦੀ ਗੱਲ ਕਰੀਏ, ਤਾਂ ਕੋਈ ਸ਼ੱਕ ਨਹੀਂ ਕਿ ਜਿਹੜੀ ਪੰਜਾਬੀ ਕਮਿਊਨਿਟੀ ਆ ਉਹੀ ਜ਼ਿਆਦਾ ਬੱਚੇ ਆਉਂਦੇ ਆ, ਹੈ ਨਾ। ਕੁਛ ਬੱਚੇ ਹੈਗੇ ਨੇ, ਜਿੱਦਾਂ ਮੈਂ ਸਟੇਟ ਦਾ ਨਾਮ ਲਊਂਗਾ, ਹਰਿਆਣਾ ਹੈ ਨਾ, ਗੁਜਰਾਤ, ਦਿੱਲੀ ਵਾਲੇ ਹੋ ਗਏ ਹੈ ਨਾ, ਕੁਛ ਨਾ ਕੁਛ ਮੁੰਬਈ ਜਾਂ ਇੱਦਾਂ ਸਾਊਥ ਇੰਡੀਅਨ ਜਿਹਨਾਂ ਨੂੰ ਆਪਾਂ ਕਹਿੰਦੇ, ਮੈਨੂੰ ਉਹਨਾਂ ਦੀਆਂ ਸਟੇਟਾਂ ਦਾ ਉਹ ਪਤਾ ਨਹੀਂ ਆ। ਕੁਛ ਬੱਚੇ ਉੱਥੋਂ ਵੀ ਆਉਂਦੇ ਔਰ ਕੁਛ ਅਡਲਟਸ ਉੱਥੋਂ ਵੀ ਆਉਂਦੇ ਆ ਹੈ ਨਾ। ਉਹਨਾਂ ਉੱਥੋਂ ਨਹੀਂ ਮਤਲਬ ਆਈ ਮੀਨ ਤੁਸੀਂ ਜਿਹਨਾਂ ਦੀ ਬੈਕਗਰਾਊਂਡ ਉਹ ਆ, ਉਹ ਆਉਂਦੇ ਆ ਹੈ ਨਾ। ਅਤੇ ਕੁਛ ਇਹ ਵਾਲੀ ਇੰਗਲਿਸ਼ ਜਿਹੜੇ ਹੈਗੇ ਔਜ਼ੀ ਵੀ ਆ, ਅਤੇ ਕੁਛ ਕੋਈ ਹੋਰ ਜਿਹੜੇ ਯੂਰਪ ਵਾਲੇ ਉਹ ਵੀ ਆਉਂਦੇ ਆ ਕਲਾਸਾਂ ਦੇ ਵਿੱਚ। ਪਰ ਉਹ ਜਿਹੜੇ ਆਊਟ ਆਫ ਇੰਡੀਆ ਵਾਲੀ ਜਿਹੜੀ ਕਮਿਊਨਿਟੀ, ਉਹਦੇ ਵਿੱਚੋਂ ਬੱਚੇ ਨਹੀਂ ਉਹਨਾਂ ਦੇ ਆਉਂਦੇ, ਅਡਲਟਸ ਆਉਂਦੇ ਆ ਕਲਾਸਾਂ ਦੇ ਵਿੱਚ। ਹਾਂ, ਅਤੇ ਐਕਸਪੀਰੀਅੰਸ ਇਹ ਆ ਕਿ ਠੀਕ ਆ, ਚੰਗਾ ਸੋ ਫਾਰ ਹੈ ਨਾ। ਉਹਨਾਂ ਨੂੰ ਸਿਖਾਉਣਾ ਸੌਖਾ ਜਾਂ ਨਹੀਂ? ਹਾਂ, ਸੌਖਾ ਹੈ, ਕੋਈ ਚੱਕਰ ਨਹੀਂ ਆ। ਉਹ ਕਿਹੜਾ ਪਸੰਦ ਕਰਦੇ ਨੇ ਭੰਗੜਾ ਨੂੰ? ਹਾਂ, ਇੰਟਰਸਟ ਬਹੁਤ ਹੋਏਗਾ, ਇੰਟਰਸਟ ਨਾਲ ਕਰਦੇ, ਕੋਈ ਵੀ ਬੰਦਾ ਆਉਂਦਾ ਇੰਟਰਸਟ ਨਾਲ ਕਰਦਾ ਚੀਜ਼ ਨੂੰ, ਹੈ ਨਾ। ਅਤੇ ਵਧੀਆ ਐਕਸਪੀਰੀਅੰਸ ਅੱਜ ਤੱਕ ਐਕਸਪੀਰੀਅੰਸ ਮੈਂ ਸਾਰਿਆਂ ਦੇ ਨਾਲ ਇਹੀ ਕਹੂੰਗਾ ਕਿ ਜਦੋਂ ਦਾ ਮੈਂ ਇਸ ਲਾਈਨ ਦੇ ਵਿੱਚ ਮੈਂ ਪਿਆ, ਅਤੇ ਐਕਸਪੀਰੀਅੰਸ ਕਦੇ ਬੈਡ ਐਕਸਪੀਰੀਅੰਸ ਹੋਇਆ ਹੀ ਨਹੀਂ। ਕੱਲ੍ਹ ਦਾ ਵਸਾਹ ਨਹੀਂ, ਪਲ ਦਾ ਵਸਾਹ ਨਹੀਂ। ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ, ਕੱਲ੍ਹ ਦਾ ਪਤਾ ਨਹੀਂ ਕਿਹੋ ਜਿਹਾ ਹੋਊਗਾ ਦਿਨ, ਉਹ ਬਈ ਚੰਗੇ ਹੀ ਲੋਕ ਮਿਲੇ ਆ, ਕੋਈ ਬੈਡ ਐਕਸਪੀਰੀਅੰਸ ਹੈ ਹੀ ਨਹੀਂ ਗਾ ਜਦੋਂ ਦਾ ਇਸ ਲਾਈਨ ਦੇ ਵਿੱਚ ਆਇਆ। ਮੈਂ ਤਾਂ ਆਪਾਂ ਤਾਂ ਦਿਲੋਂ ਮਤਲਬ ਧੰਨਵਾਦ ਹੀ ਕਰਦੇ ਹਾਂ ਕਿ ਜਿੱਦਾਂ ਦੇ ਵੀ ਮੈਂ ਲੱਲੇ ਭੱਬੇ ਮਾਰਦਾ, ਕੁਛ ਵੀ ਕਰਦਾ, ਕਮਿਊਨਿਟੀ ਉਸ ਚੀਜ਼ ਨੂੰ ਪਸੰਦ ਕਰੀ ਜਾਂਦੀ ਹੈ। ਉਹਨੂੰ ਮੈਨੂੰ ਮੇਰਾ ਰੋਟੀ ਪਾਣੀ ਚਲਾ ਦਿੱਤਾ। ਰੋਟੀ ਪਾਣੀ ਚਲਾਉਣ ਨੂੰ ਮੈਂ ਹੋਰ ਵੀ ਕੰਮ ਕਰ ਸਕਦਾ, ਮੇਰਾ ਰੋਟੀ ਪਾਣੀ ਚਲਾਉਣ ਤੋਂ ਮਤਲਬ ਇਹ ਆ, ਕਹਿੰਦੇ ਹੁੰਦੇ ਆ ਨਾ ਕਿ ਸੁਣਨ 'ਚ ਆਉਂਦਾ ਹੁੰਦਾ ਸੀ ਅੱਗੇ ਵੀ ਬੰਦੇ ਨੂੰ ਉਹ ਕੰਮ ਕਰਨੇ ਚਾਹੀਦੇ ਆ ਜਿਹੜੇ ਤੁਹਾਨੂੰ ਦਿਲੋਂ ਚੰਗੇ ਲੱਗਣ, ਤੁਹਾਡਾ ਪੈਸ਼ਨ ਹੋਵੇ, ਖੁਸ਼ੀ ਹੋਵੇ, ਉਹ ਕੰਮ ਕਰਨੇ ਚਾਹੀਦੇ ਆ। ਉਦੋਂ ਮੈਨੂੰ ਵੀ ਨਹੀਂ ਸੀ ਪਤਾ ਵੀ ਕਿਹੜੇ ਕੰਮ ਹੁੰਦੇ, ਉਹ ਕਿੱਦਾਂ ਮਿਲਦੇ ਹੁੰਦੇ ਆ। ਇਹ ਮੈਨੂੰ ਹੁਣ ਪਤਾ ਲੱਗਿਆ ਕਿ ਅੱਛਾ, ਇਹਨੂੰ ਕਹਿੰਦੇ ਹੁੰਦੇ ਆ ਉਹ ਕੰਮ, ਕਿ ਜਿਹੜੇ ਤੁਹਾਨੂੰ ਦਿਲੋਂ ਕਰਨੇ ਚੰਗੇ ਲੱਗਣ। ਜਦੋਂ ਤੁਹਾਨੂੰ ਉਹ ਜੋਬਸ ਮਿਲ ਜਾਂਦੀਆਂ ਨੇ, ਅਤੇ ਉਹਦੇ ਨਾਲ ਦਾ ਨਜ਼ਾਰਾ ਹੀ ਵੱਖਰਾ ਹੈ ਨਾ। ਮੈਂ ਨਹੀਂ ਕਹਿੰਦਾ ਕਿ ਜੇ ਮੈਂ ਕਿਸੇ ਹੋਰ ਫੀਲਡ 'ਚ ਹੁੰਦਾ, ਕੋਈ ਹੋਟਲ ਵਾਲੇ 'ਚ ਜਾਂ ਟਰੱਕਿੰਗ ਜਾਂ ਕਿਸੇ ਦੇ ਵਿੱਚ, ਨੋ ਡਾਊਟ ਪੈਸਾ ਵੀ ਸਾਰਿਆਂ 'ਚ ਬਹੁਤ ਜ਼ਿਆਦਾ ਪੈਸਾ ਹੈ ਨਾ ਕੰਮਾਂ ਦੇ ਵਿੱਚ। ਪਰ ਮੈਂ ਕੁਆਇਟ ਸ਼ੋਰ ਹਾਂ ਕਿ ਮੈਂ ਔਖਾ ਹੀ ਸੀ ਕੰਮ, ਮਸਾਂ ਰੋਟੀ ਪਾਣੀ ਹੋਈ ਚੱਲਣਾ ਸੀਗਾ, ਧੱਕੇ ਨਾਲ ਹੀ ਕਰਨ ਵਾਲਾ ਬੰਦਾ ਹੈ ਨਾ। ਆਹੀ ਇੱਕ ਕੰਮ ਹੈ ਜਿਹੜਾ ਮੈਂ ਦਿਲੋਂ ਕਰ ਸਕਦਾ। ਮੇਰੇ ਤੋਂ ਇਹ ਕੱਲ੍ਹ ਨੂੰ ਕੋਈ ਖੋਹ ਲਵੇ ਹੈ ਨਾ, ਅਤੇ ਨੋ ਡਾਊਟ ਮੈਂ ਨੋਰਮਲ ਜ਼ਿੰਦਗੀ ਬਸਰ ਕਰਨ ਲਈ ਆਪਾਂ ਸਾਰਾ ਕੁਛ ਕਰਾਂਗੇ। ਔਰ ਜੇ ਮੇਰੇ ਕੋਲ ਕੱਲ੍ਹ ਨੂੰ ਕੋਈ ਖੋਹ ਵੀ ਲੈਂਦਾ, ਮੈਂ ਇੰਨਾ ਸੰਤੁਸ਼ਟ ਵੀ ਹਾਂ। ਔਰ ਇੱਕੋ ਹੀ ਇੱਕ ਇਹ ਕੰਮ ਹੈ ਜਿਹ ਤੋਂ ਮੈਂ ਇੰਨਾ ਕੁ ਸੈਟਿਸਫਾਈ ਹਾਂ। ਮੈਨੂੰ ਪਰਮਾਤਮਾ ਜਾਂ ਰੱਬ ਜਾਂ ਜੋ ਵੀ ਤੁਸੀਂ ਮੰਨਦੇ ਆ, ਜਿਹਨੂੰ ਵੀ, ਉਹ ਮੈਨੂੰ ਆ ਕੇ ਕਹਿ ਦੇਵੇ ਵੀ ਬਾਈ ਇਹ ਤੇਰੇ ਕੰਮ ਦਾ ਅੱਜ ਅਖੀਰਲਾ ਦਿਨ ਆ, ਨਿਕਲੋ ਬਹਿ ਕੇ ਇੱਥੋਂ, ਤਾਂ ਮੈਂ ਮਤਲਬ ਬਹੁਤ ਖੁਸ਼ੀ ਨਾਲ ਉਹਨੂੰ ਕਹੂੰਗਾ ਕਿ ਸ਼ੁਕਰ ਆ ਤੂੰ ਇੰਨਾ ਚਿਰ ਮੇਰਾ ਨਿਗਾਹਤਾ, ਮੇਰੇ ਲਈ ਤਾਂ ਇਹੀ ਬਹੁਤ ਆ, ਆਲ ਗੁੱਡ ਆ। ਮਤਲਬ ਇੰਨਾ ਕੁ ਸੈਟਿਸਫਾਈਡ ਵੀ ਹਾਂ ਮੈਂ ਸੇਮ ਟਾਈਮ ਦੇ ਉੱਤੇ। ਕੱਲ੍ਹ ਨੂੰ ਜੇ ਹੋਰ ਕੰਮ ਕਰਨਾ ਵੀ ਪੈਂਦਾ, ਕੋਈ ਚੱਕਰ ਨਹੀਂ ਆ, ਮਤਲਬ ਸੈਟਿਸਫਾਈਡ ਵੀ ਫੁੱਲੀ ਆ ਮੇਰੇ ਤੋਂ ਕੱਲ੍ਹ ਨੂੰ ਵੀ ਇਹ ਕੰਮ। ਇੱਕ ਭਾਜੀ ਹੋਰੇ ਤੁਹਾਡੀਆਂ ਅਸੀਂ ਟਿਕਟੋਕ 'ਤੇ ਵੀਡੀਓਜ਼ ਵੀ ਦੇਖਦੇ ਹਾਂ, ਅੱਛਾ ਜੀ, ਅਸੀਂ ਪਰਸਨਲ ਤੌਰ 'ਤੇ ਵੀ ਜਾਣਦੇ ਹਾਂ ਕਿ ਤੁਸੀਂ ਲਿਖਣ ਦੇ ਬਹੁਤ ਸ਼ੌਕੀਨ ਹੋ, ਬੱਚਿਆਂ ਲਈ ਜਾਂ ਕਮਿਊਨਿਟੀ ਲਈ ਕੁਛ, ਜੇ ਤੁਸੀਂ ਹਾਂ ਲਿਖਣ ਦਾ ਇੱਦਾਂ ਆ, ਸ਼ੌਕੀਨ ਇੱਦਾਂ ਵਾ ਕਿ ਮੈਨੂੰ ਕਈ ਵੇਲੇ ਕਾਲ ਜਾਂ ਮੈਸੇਜ ਆ ਜਾਂਦੇ ਆ ਭੈਣਾਂ ਭਰਾਵਾਂ ਦੇ, ਕਿ ਆਪਣੀਆਂ ਉਹ ਦੱਸਦੇ ਹੁੰਦੇ ਆ ਕਿ ਭਾਜੀ ਸਾਡੇ ਨਾਲ ਆਹ ਹੋ ਗਿਆ, ਸਾਡੀ ਇਸ 'ਤੇ ਲਿਖ ਦੇ ਹੈ ਨਾ, ਅਤੇ ਸਾਡੇ ਆਹ ਹੋ ਗਿਆ ਅਤੇ ਇਹਦੇ 'ਤੇ ਲਿਖਦੇ, ਉਸ ਚੀਜ਼ ਦੇ ਉੱਤੇ ਲਿਖਦੇ ਨਾ। ਮੈਂ ਕੋਈ ਕਿਤਾਬਾਂ ਨਹੀਂ ਪੜ੍ਹਦਾ। ਸੁਣਾਉਣਾ ਚਾਹੋਗੇ ਜ਼ਰੂਰ ਹੈ ਨਾ। ਦੇਖੋ ਮੇਰੇ ਕੁਛ ਐਡਾ ਖਾਸ ਯਾਦ ਤਾਂ ਨਹੀਂ ਹੋਣਾ, ਮੈਂ ਇੱਕ ਟਰਾਈ ਕਰਕੇ ਵੇਖ ਲੈਣਾ ਹੈ ਨਾ। ਅਤੇ ਉਹ ਵੀ ਮੈਂ ਇਸੇ ਕਮਿਊਨਿਟੀ ਨੂੰ ਹੀ ਉਹ ਡੈਡੀਕੇਟ ਕਰੂੰਗਾ, ਜਿਨ੍ਹਾਂ ਬੱਚਿਆਂ ਦੇ ਪੇਰੈਂਟਸ ਨੂੰ, ਜਿਨ੍ਹਾਂ ਨੇ ਹੈ ਨਾ ਮੇਰਾ ਇੰਨਾ ਸਾਥ ਦਿੱਤਾ ਆਲਵੇਜ਼। ਉਹਨਾਂ ਦਾ ਇੱਕ ਥੈਂਕਸ ਆ ਕਿ ਬੰਦਾ ਕਹਿ ਦਿੰਦਾ ਕਿ ਯਾਰ ਪਤਾ ਨਹੀਂ ਇਹਨਾਂ ਦੇ ਨਾਲ ਮੇਰਾ ਸਾਥ ਕਿੰਨਾ ਕਿਆ ਕਿਵੇਂ ਵੀ ਆ। ਅਤੇ ਮੈਂ ਉਸ ਸਾਥ ਦੀ ਗੱਲ ਜੇ ਮੈਂ ਕਹੂੰਗਾ ਤਾਂ ਮੈਂ ਕੁਛ ਇਸ ਤਰੀਕੇ ਨਾਲ ਕਹੂੰਗਾ, ਸੌਰੀ ਮੇਰਾ ਲਿਖਣ ਦਾ ਇੱਕ ਸਟਾਈਲ ਇੱਦਾਂ ਦਾ ਆ ਕਿ ਭਾਵੇਂ ਮੇਰਾ ਸੁਰ ਅੱਗੇ ਪਿੱਛੇ ਹੀ ਜਾਣ, ਪਰ ਮੈਂ ਥੋੜ੍ਹਾ ਜਿਹਾ ਉਹ ਗੁਣਗੁਣਾ ਕੇ ਹੀ ਬੋਲ ਸਕਦਾ ਹੈ ਨਾ। ਮੈਂ ਸਿੰਪਲ, ਮੈਨੂੰ ਬੋਲਣਾ ਔਖਾ ਲੱਗਦਾ ਹੈ ਨਾ।
ਇਹਦੇ ਵਿੱਚ ਸਾਡੇ, ਮੈਂ ਆਪਣੇ ਆਪ ਨੂੰ ਕਹਿ ਰਿਹਾ, ਤੁਹਾਡੇ ਮੈਂ ਪੇਰੈਂਟਸ ਨੂੰ ਕਹਿ ਰਿਹਾ ਅਤੇ ਪੇਰੈਂਟਸ ਦੇ ਬੱਚਿਆਂ ਨੂੰ ਕਹਿ ਰਿਹਾ, ਸਾਡੇ ਨਾਲ ਤੁਹਾਡਿਆਂ ਪਿਆਰਾਂ ਦੀ ਉਮਰ ਕਿੰਨੀ ਹੋਣੀ, ਵਿੱਚੋਂ ਅਸੀਂ ਕੀ ਲੈਣਾ ਏ ਦੱਸੋ ਬੁੱਝ ਕੇ। ਬਸ ਤੁਹਾਡਿਆਂ ਰਾਹਾਂ 'ਚ ਹੀ ਬੈਠੇ ਲੰਘ ਜਾਣ ਉਮਰਾਂ, ਹੋਰ ਅਸੀਂ ਲੈਣਾ ਵੀ ਕੀ ਮੰਜ਼ਲਾਂ 'ਤੇ ਪੁੱਜ ਕੇ। ਤੁਸੀਂ ਨਾ ਜੇ ਹੁੰਦੇ ਸ਼ਾਇਦ ਕੱਟਣੇ ਪੈਂਦੇ ਦਿਨ, ਦੁੱਖਾਂ ਦੀਆਂ ਬੁੱਕਲਾਂ 'ਚ ਲੁਕ ਕੇ। ਕਸਮ ਖੁਦਾ ਦੀ ਤੁਸੀਂ ਮੁਰਦਿਆਂ ਨੂੰ ਜਿਉਂਦੇ ਕੀਤਾ, ਸਾਡੇ ਮਰਿਆਂ ਹੋਇਆਂ ਦੇ ਹਾਲ ਪੁੱਛ ਕੇ। ਸਾਨੂੰ ਪੱਤ ਝੜਦਿਆਂ ਪੱਤਿਆਂ ਨੂੰ ਤੁਸੀਂ ਹਰੇ ਕਰ ਦਿੱਤਾ, ਜਿਹੜੇ ਸੁੱਕ ਗਏ ਸੀ ਟਾਹਣੀ ਨਾਲੋਂ ਟੁੱਟ ਕੇ। ਤੇ ਨਾਲੇ ਖਾਲੀ ਹੋਏ ਖਜ਼ਾਨਿਆਂ ਨੂੰ ਫੇਰ ਭਰ ਦਿੱਤਾ, ਜਿਹੜੇ ਲੈ ਗਏ ਸੀ ਠੱਗ ਚੋਰ ਲੁੱਟ ਕੇ। ਓਏ ਬੜਵਾਲ ਤੇਰੇ ਜਿੰਨੀ ਛੇਤੀ ਮੁੱਕ ਗਏ ਨੇ ਦੁੱਖ, ਇੰਨੀ ਛੇਤੀ ਦੁੱਖ ਕਿਸੇ ਦੇ ਨਹੀਂ ਮੁੱਕਦੇ। ਤੂੰ ਆ ਛੋਟੇ ਛੋਟੇ ਬੱਚਿਆਂ ਨੂੰ ਰੱਬ ਥਾਵੇਂ ਰੱਖਿਆ ਏ, ਸਾਹ ਤਾਂ ਹੀ ਤੈਨੂੰ ਆਉਂਦੇ ਹੁਣ ਸੁੱਖ ਦੇ। ਸੱਚੀ ਤੁਸੀਂ ਨਾ ਜੇ ਹੁੰਦੇ ਸ਼ਾਇਦ ਕੱਟਣੇ ਪੈਂਦੇ ਦਿਨ, ਦੁੱਖਾਂ ਦੀਆਂ ਬੁੱਕਲਾਂ 'ਚ ਲੁਕ ਕੇ। ਕਸਮ ਖੁਦਾ ਦੀ ਤੁਸੀਂ ਮੁਰਦਿਆਂ ਨੂੰ ਜਿਉਂਦੇ ਕੀਤਾ, ਸਾਡੇ ਮਰਿਆਂ ਹੋਇਆਂ ਦੇ ਹਾਲ ਪੁੱਛ ਕੇ। ਸਾਡੇ ਨਾਲ ਤੁਹਾਡਿਆਂ ਪਿਆਰਾਂ ਦੀ ਉਮਰ ਕਿੰਨੀ ਹੋਣੀ, ਵਿੱਚੋਂ ਅਸੀਂ ਕੀ ਲੈਣਾ ਏ ਦੱਸੋ ਬੁੱਝ ਕੇ। ਬਸ ਤੁਹਾਡਿਆਂ ਰਾਹਾਂ 'ਚ ਹੀ ਬੈਠੇ ਲੰਘ ਜਾਣ ਉਮਰਾਂ, ਹੋਰ ਅਸੀਂ ਲੈਣਾ ਵੀ ਕੀ ਮੰਜ਼ਲਾਂ 'ਤੇ ਪੁੱਜ ਕੇ। ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਾ ਕਮਾਲ ਹੈ। ਇੰਨਾ ਕਿ ਕਹੂੰਗਾ ਵੀ ਜੋ ਦਿਲ 'ਤੇ ਲਿਖਦੇ ਹੈ, ਜੋ ਵੈਸੇ ਲਿਖਦੇ ਹੈ, ਉਹ ਆਹ ਚੀਜ਼ ਹੁੰਦੀ ਹੈ ਜੀ। ਇੱਕ ਮਟੀਰੀਅਲਿਸਟਿਕ, ਮਤਲਬ ਇੱਕ ਐਂ ਕਹੀ ਜਾਣਾ ਵੀ ਮੈਂ ਨਦੀ ਕਿਨਾਰੇ ਬੈਠ ਕੇ ਦੁੱਖੜੇ ਫੜੋੜਦਾ ਹਾਂ, ਮਤਲਬ ਜੋ ਜਿਵੇਂ ਬਾਜ਼ਾਰ 'ਚ ਚੱਲ ਰਿਹਾ। ਇੱਕ ਉਹ ਹੁੰਦਾ ਵੀ ਜਿਹੜਾ ਮਤਲਬ ਆਪਣੇ 'ਤੇ ਬੀਤੀ ਆ ਜੀ, ਜਿਵੇਂ ਇਮੋਸ਼ਨ ਕਹਿੰਦੇ ਆ, ਐਕਚੁਅਲ ਇਮੋਸ਼ਨ ਕਹਿੰਦੇ ਆ, ਉਹ ਚੀਜ਼ ਝਲਕਦੀ ਹੈ ਜੀ। ਧੰਨਵਾਦ ਹੈ ਜੀ। ਇਹ ਤਾਂ ਮਤਲਬ ਮੈਨੂੰ ਤਾਂ ਕਈ ਵੇਲੇ ਐਂ ਲੱਗਦਾ ਕਿ ਜੇ ਮੈਂ ਵਾਰ-ਵਾਰ ਥੈਂਕ ਯੂ ਵੀ ਕਰੀ ਜਾਵਾਂ, ਉਹ ਬਹੁਤ ਥੋੜ੍ਹਾ ਲੱਗਦਾ ਰਹਿੰਦਾ ਮੈਨੂੰ। ਕਿ ਪੇਰੈਂਟਸ ਵੀ ਕਹਿੰਦੇ ਹੋਣੇ ਕਿ ਯਾਰ ਇਹ ਹਰ ਵੇਲੇ ਇੱਦਾਂ ਹੀ ਕਰਦਾ ਰਹਿੰਦਾ, ਕਿ ਇਹ ਇੱਦਾਂ ਕਿਉਂ। ਉਹਨਾਂ ਨੂੰ ਕਿਵੇਂ ਦੱਸਾਂ ਕਿ ਨੋ ਡਾਊਟ ਤੁਹਾਡੀਆਂ ਸਾਰਿਆਂ ਦੀਆਂ ਸਾਇੰਟਿਸਟਾਂ ਦੀਆਂ ਵੀ ਰਿਸਰਚਾਂ ਹੁੰਦੀਆਂ ਹੋਣੀਆਂ, ਜਿਹੜੇ ਧਾਰਮਿਕ ਵਿਚਾਰਾਂ ਵਾਲੇ ਉਹ ਵੀ ਕਹੀ ਜਾਂਦੇ ਕਿ ਜਨਮ ਇੱਕ ਹੁੰਦਾ ਕਿ ਨਹੀਂ ਹੁੰਦਾ, ਦੂਜਾ ਜਨਮ ਹੁੰਦਾ ਕਿ ਨਹੀਂ ਹੁੰਦਾ। ਚਲੋ ਮੈਂ ਉਸ ਬਹਿਸ 'ਚ ਨਹੀਂ ਕੁਛ ਨਹੀਂ, ਮੈਂ ਵੈਸੇ ਆਪਣੀ ਗੱਲ ਦੱਸਣਾ ਚਾਹੁੰਦਾ। ਮੈਂ ਕਿਵੇਂ ਦੱਸਾਂ ਉਹਨਾਂ ਨੂੰ, ਪੇਰੈਂਟਸ ਨੂੰ, ਕਿ ਤੁਸੀਂ ਮੈਨੂੰ ਇੱਕ ਜਨਮ ਦਿੱਤਾ ਨਵਾਂ। ਮੈਂ ਜ਼ਿੰਦਗੀ ਤੋਂ ਖਫਾ ਸੀ, ਸੁਸਾਈਡਲ ਥਾਟ ਕਿਹਨੂੰ ਕਹਿੰਦੇ ਆਪਾਂ, ਉਹ ਆਏ ਹੋਏ ਆਪਾਂ ਨੂੰ ਭਾਈ। ਬਹੁਤ ਮਾੜੀ ਚੀਜ਼ ਹੁੰਦੀ ਆ ਕਿਸੇ ਨੂੰ ਨਾ ਆਉਣ, ਆਪਾਂ ਨੂੰ ਆਏ ਹੋਏ ਆ। ਉਹਨਾਂ ਤੋਂ ਬਾਅਦ ਜ਼ਿੰਦਗੀ ਪਿਆਰੀ ਲੱਗਣ ਲੱਗੀ, ਤਾਂ ਲੱਗਣ ਲੱਗੀ ਤੁਸੀਂ ਬੱਚੇ ਭੇਜੇ ਮੇਰੇ ਕੋਲ। ਇਹ ਬੱਚਿਆਂ ਦੇ ਨਾਲ ਮੈਂ ਬਿਜ਼ੀ ਹੋਇਆ, ਭਾਵੇਂ ਜੋ ਮਰਜ਼ੀ ਅਸੀਂ ਲੱਲੇ ਭੱਬੇ ਜਾਏ ਮਾਰੀ ਜਾਂਦੇ ਹਾਂ ਕਲਾਸਾਂ ਦੇ ਵਿੱਚ। ਭਰਾਵੋ ਤੁਹਾਡਾ ਬਹੁਤ ਸ਼ੁਕਰੀਆ, ਰੋਟੀ ਚਲਾਈ ਵੱਖਰੀ, ਫੀਸਾਂ ਭਰਦੇ ਹਾਂ ਵੱਖਰੀਆਂ, ਹੈ ਨਾ, ਅਤੇ ਇੱਜ਼ਤ ਮਾਣ ਵੀ ਦਿੰਦੇ ਹੋ ਵੱਖਰਾ। ਆਪਾਂ ਤਾਂ ਬਹੁਤ ਦੇਣਦਾਰ ਹਾਂ ਯਾਰ, ਓਨੈਸਟਲੀ ਮੈਂ ਬਹੁਤ ਦੇਣਦਾਰ ਇਸ ਚੀਜ਼ ਦਾ। ਕਦੇ ਹੋ ਵੀ ਸਕਦਾ ਕਿਤੇ ਮੈਂ ਵੱਧ, ਕਿਤੇ ਐਟੀਟਿਊਡ 'ਚ ਕਿਤੇ ਅੱਗੇ ਪਿੱਛੇ ਕਦੇ ਕਿਸੇ ਨੂੰ ਲੱਗਿਆ ਹੋਵੇ ਕਿ ਯਾਰ ਬੰਦੇ ਦਾ ਬੋਲਣ ਦਾ ਤਰੀਕਾ ਨਹੀਂ ਸਹੀ, ਜਾਂ ਬਈ ਉਹਦੇ ਲਈ ਮਾफ़ੀ, ਕਿਤੇ ਵੀ ਮੈਂ ਕਿਤੇ ਵੱਧ ਘੱਟ ਕਿਸੇ ਨੂੰ ਬੋਲ ਗਿਆ ਹੋਵਾਂ, ਉਹਦੇ ਲਈ ਮੈਂ ਸੱਚੀ ਮਾफ़ੀ ਮੰਗਦਾ। ਕਦੇ ਵੀ ਹੋ ਗਿਆ ਹੋਵੇ, ਪਤਾ ਨਹੀਂ ਲੱਗਦਾ ਕਈ ਵੇਲੇ ਬੰਦਾ, ਹੈ ਨਾ, ਆਪਣੇ ਸਹਿ ਸੁਭਾਅ ਗੱਲ ਮੰਨ ਕੇ ਚੱਲ, ਤੂੰ ਮੇਰੇ ਕੋਲੋਂ ਲੰਘਿਆ ਹੋਵੇ। ਮੈਨੂੰ ਤਾਂ ਇਸ ਗੱਲ ਦੀ ਵੀ ਬਹੁਤ ਸ਼ਰਮਿੰਦਗੀ ਹੁੰਦੀ ਕਿ ਜੇ ਮੇਰੇ ਕੋਲ ਕੋਈ ਬੰਦਾ ਲੱਗਿਆ ਹੋਵੇ, ਉਹਨੇ ਮੈਨੂੰ ਹੈਲੋ ਕੀਤੀ ਹੋਵੇ, ਜਾਂ ਮੇਰਾ ਕਲਾਸ 'ਚ ਧਿਆਨ ਹੋਵੇ, ਜਾਂ ਕਿਹਾ ਹੋਵੇ ਭਾਜੀ ਸਤਿ ਸ਼੍ਰੀ ਅਕਾਲ, ਜਾਂ ਮੇਰੇ ਕੋਲ ਨਹੀਂ ਬੁਲਾਈ ਗਈ, ਮੈਨੂੰ ਤਾਂ ਇਹਦਾ ਵੀ ਬਹੁਤ ਰਿਗਰੈਟ ਹੋ ਜਾਂਦਾ ਕਈ ਵੇਲੇ ਘਰੇ ਜਾ ਕੇ। ਇਹ ਗੱਲ ਸੱਚੀ ਆ। ਸੋ ਦੋਸਤੋ, ਇਹ ਸਨ ਬਾਈ ਜਗਜੀਤ ਹੁਣੀ। ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ, ਆਪਣੀ ਜਰਨੀ, ਆਪਣੀ ਸਟਰਗਲ। ਨਾ ਕਿ ਮੈਂ ਇਹ ਚੀਜ਼ ਹੁਣ ਜਿਵੇਂ ਬਾਈ ਹੁਣਾਂ ਨਾਲ ਗੱਲਾਂ ਬਾਤਾਂ ਕਰਕੇ ਇਹ ਚੀਜ਼ ਕਹਿ ਸਕਦਾ ਵੀ ਨਾ ਕਿ ਇਹ ਖੁਦ ਇਹਨਾਂ ਨੇ ਆਪਣੀ ਲਾਈਫ ਨੂੰ ਟਰਾਂਸਫਾਰਮ ਕੀਤਾ, ਆਪਣੀ ਲਾਈਫ ਨੂੰ ਇੱਕ ਨਵੀਂ ਦਿਸ਼ਾ 'ਚ ਲੈ ਕੇ ਗਏ, ਪਰ ਹਜ਼ਾਰਾਂ ਬੱਚਿਆਂ ਦੀ ਲਾਈਫ ਨੂੰ ਇਹਨਾਂ ਨੇ ਟਰਾਂਸਫਾਰਮ ਕੀਤਾ। ਬੱਚਿਆਂ ਦੇ ਚਿਹਰੇ 'ਤੇ ਖੁਸ਼ੀ, ਬੱਚਿਆਂ ਦੀ ਜ਼ਿੰਦਗੀ ਬਦਲੀ, ਉਹਦੇ ਨਾਲ ਬੱਚਿਆਂ ਦੇ ਮਾਪਿਆਂ ਦੀ ਵੀ ਜ਼ਿੰਦਗੀ
ਚੇਂਜ ਹੋ ਗਈ, ਕਿਉਂਕਿ ਉਹਨਾਂ ਨੇ ਆਪਣੇ ਬੱਚੇ ਨੂੰ ਇੱਕ ਗੁੰਮਸੁੰਮ ਜਵਾਕ ਤੋਂ ਇੱਕ ਹੱਸਦੇ ਖਿੜਖਿੜਾਉਂਦੇ ਚਿਹਰੇ ਤੱਕ ਉਹ ਸਫ਼ਰ ਬਾਈ ਹੁਣਾਂ ਨੇ ਉਸ ਸਫ਼ਰ ਤੱਕ ਉਹਨਾਂ ਨੂੰ ਪਹੁੰਚਾਇਆ। ਅਤੇ ਧੰਨਵਾਦ ਬਾਈ ਹੁਣਾਂ ਦਾ ਇਹ ਸਾਰਾ ਕੁਛ ਕਰਨ ਵਾਸਤੇ। ਨਾਲੇ ਭੰਗੜੇ ਨੂੰ, ਸਾਡੇ ਲੋਕ ਨਾਚ ਨੂੰ ਤੁਸੀਂ ਬਹੁਤ ਵਧੀਆ ਮੁਕਾਮ ਦੇ ਉੱਤੇ ਪਹੁੰਚਾ ਰਹੇ ਹੋ। ਮਾਂ ਬੋਲੀ ਦੀ ਵੀ ਸੇਵਾ ਕਰ ਰਹੇ ਹੋ, ਬੱਚਿਆਂ ਦੀ ਵੀ ਸੇਵਾ ਕਰ ਰਹੇ ਹੋ, ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਤੁਹਾਨੂੰ ਆਲ ਦਾ ਵੈਰੀ ਬੈਸਟ ਫਿਊਚਰ ਵਾਸਤੇ ਸ਼ੁਕਰੀਆ ਜੀ, ਮਿਹਰਬਾਨੀ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਅਤੇ ਪਰਮਾਤਮਾ ਇੱਦਾਂ ਸਬੱਬ ਬਣਾਉਂਦਾ ਰਹੇ ਅਤੇ ਆਪਾਂ ਮਿਲਦੇ ਰਹੀਏ। ਥੈਂਕ ਯੂ ਜੀ ਭਾਜੀ।